स्वागत है पीटीसी न्यूज़ ਦੇ ਵਿੱਚ ਸਾਰੇ ਦਰਸ਼ਕਾਂ ਦਾ। ਮੈਂ ਹਰਪ੍ਰੀਤ ਸਿੰਘ। ਲੋਕ ਸਭਾ ਚੋਣਾਂ ਦਾ ਆਖਰੀ ਚਰਨ ਵੀ ਮੁੱਕ ਚੁੱਕਿਆ ਹੈ, ਜਿਸ ਦੇ ਵਿੱਚ ਪੰਜਾਬ ਦੀ ਵਾਰੀ ਸੀ। ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਦੇ ਲਈ ਅੱਜ ਵੋਟਾਂ ਪੈਣ ਦਾ ਕੰਮ ਮੁਕੰਮਲ ਹੋ ਚੁੱਕਿਆ ਹੈ। ਹਾਲਾਂਕਿ 2-3 ਥਾਵਾਂ ਤੇ ਹਿੰਸਕ ਝੜਪਾਂ ਦੀ ਖਬਰ ਵੀ ਆਈ ਹੈ, ਪਰ ਸੁੱਖੀ ਸਾਂਦੀ ਨੇਪਰੇ ਚੜ ਗਈਆਂ। ਹਾਲੇ ਤੱਕ ਜਿਹੜਾ ਵੋਟ ਫੀਸਦ ਆ ਉਹ ਦੱਸ ਰਿਹਾ ਕਿ ਲਗਭਗ 60% ਜਿਹੜੀ ਵੋਟ ਪੋਲ ਹੋਈ ਹੈ। ਹਾਲੇ ਵੀ ਕਈ ਥਾਵਾਂ ਤੇ ਲੋਕ ਕਤਾਰਾਂ ਦੇ ਵਿੱਚ ਲੱਗੇ ਹੋਏ ਨੇ ਔਰ ਇਹ ਵੋਟ ਪੋਲ ਦੀ ਫੀਸਦ ਹੈ ਜਿਹੜੀ ਇਹ ਵਧੇਗੀ। ਅੰਦਾਜ਼ਾ ਇਹ ਲਾਇਆ ਜਾ ਰਿਹਾ ਕਿ ਲਗਭਗ 64 ਤੋਂ 66% ਦੇ ਵਿੱਚ ਪੰਜਾਬ ਦੇ ਵਿੱਚ ਵੋਟ ਫੀਸਦ ਰਹਿਣ ਵਾਲੀ ਹੈ ਔਰ ਇੱਕ ਚੰਗਾ ਰੁਝਾਨ ਵੀ ਕਹਿ ਸਕਦੇ ਹਾਂ ਕਿ ਹਾਲਾਂਕਿ ਉਮੀਦ ਤਾਂ ਬਹੁਤ ਸੀ ਕਿ ਇਸ ਵਾਰ ਵੋਟ ਪਰਸੈਂਟੇਜ 70+ ਜਾਏਗੀ, ਪਰ ਜਿਸ ਤਰ੍ਹਾਂ ਦੇ ਅੰਕੜੇ ਸਾਹਮਣੇ ਆ ਰਹੇ ਨੇ ਉਹ ਲੱਗਦਾ ਨਹੀਂ ਕਿ 70+ ਹੋ ਪਾਏਗਾ ਔਰ ਕਈ ਥਾਵਾਂ ਤੇ ਬੰਪਰ ਵੋਟਿੰਗ ਹੋਈ ਹੈ, ਕਈ ਥਾਵਾਂ ਤੇ ਘੱਟ ਵੋਟਿੰਗ ਹੋਈ ਹੈ। ਇਹ ਤੁਹਾਨੂੰ ਅੰਕੜੇ ਸਾਰੇ ਦੱਸਾਂਗੇ। ਔਰ ਜਿਵੇਂ ਹੀ ਲੋਕ ਸਭਾ ਚੋਣਾਂ ਦਾ ਆਖਰੀ ਚਰਨ ਮੁੱਕਿਆ ਉਸ ਤੋਂ ਬਾਅਦ ਐਗਜ਼ਿਟ ਪੋਲ ਦੇ ਧਮਾਕੇ ਆਣੇ ਸ਼ੁਰੂ ਹੋ ਗਏ ਨੇ। ਲਗਭਗ ਸਾਰੇ ਐਗਜ਼ਿਟ ਪੋਲ ਦੇ ਵਿੱਚ ਇੱਕ ਗੱਲ ਬੜੀ ਸਾਂਝੀ ਹੈ कि एनडीए सरकार की वापसी ਦੀਆਂ ਸੰਭਾਵਨਾਵਾਂ ਬਣ ਰਹੀਆਂ ਨੇ। ਲਗਭਗ ਸਾਰੇ ਐਗਜ਼ਿਟ ਪੋਲ ਇਹ ਕਹਿੰਦੇ ਨੇ ਕਿ ਐਗਜ਼ਿਟ ਪੋਲ ਦੇ ਵਿੱਚ ਐਨਡੀਏ ਸਰਕਾਰ ਦੀ ਵਾਪਸੀ ਦੀ ਸੰਭਾਵਨਾ ਹੈ। ਸੀ ਵੋਟਰ ਤੇ ਰਿਪਬਲਿਕ ਨੇ ਦਿੱਤੀਆਂ ਐਨਡੀਏ ਨੂੰ 287 ਸੀਟਾਂ, ਯੂਪੀਏ ਨੂੰ 128 ਸੀਟਾਂ ਮਿਲੀਆਂ ਨੇ, ਮਹਾਗਠਬੰਧਨ ਨੂੰ 40 ਤੇ ਹੋਰ ਨੂੰ ਦਿੱਤੀਆਂ ਗਈਆਂ 87 ਸੀਟਾਂ। ਇਹ ਐਗਜ਼ਿਟ ਪੋਲ ਹਾਲਾਂਕਿ ਇਸ ਦੀ ਪੁਸ਼ਟੀ ਤਾਂ ਨਹੀਂ ਕੀਤੀ ਜਾ ਸਕਦੀ, ਪਰ ਜਿਹੜਾ ਵੀ ਐਗਜ਼ਿਟ ਪੋਲ ਦਿੰਦਾ ਹੈ ਤੇ ਇਹ ਕਹਿੰਦਾ ਹੈ ਕਿ ਨਤੀਜੇ ਲਗਭਗ ਇਹਦੇ ਨੇੜੇ ਤੇੜੇ ਆਣਗੇ, ਕਿਉਂਕਿ ਜੋ ਪਿਛਲੀ ਵਾਰੀ ਐਗਜ਼ਿਟ ਪੋਲ ਸੀਗਾ ਉਹਦੇ ਨਤੀਜੇ ਵੀ ਇਹਦੇ ਨੇੜੇ ਤੇੜੇ ਸੀਗੇ। ਇੱਕ ਵਾਰ ਫਿਰ ਤੋਂ ਤੁਹਾਨੂੰ ਦੱਸਦੇ ਹਾਂ, ਸੀ ਵੋਟਰ ਤੇ ਰਿਪਬਲਿਕ ਨੇ ਐਨਡੀਏ ਨੂੰ 287 ਸੀਟਾਂ ਦਿੱਤੀਆਂ ਨੇ, ਯੂਪੀਏ ਨੂੰ 128 ਸੀਟਾਂ, ਮਹਾਗਠਬੰਧਨ ਨੂੰ 40 ਤੇ ਹੋਰ ਨੂੰ ਦਿੱਤੀਆਂ 87 ਸੀਟਾਂ। ਲਗਭਗ ਇਸ ਐਗਜ਼ਿਟ ਪੋਲ ਦੇ ਵਿੱਚ ਕਲੀਅਰ ਹੈ ਕਿ ਐਨਡੀਏ ਦੀ ਵਾਪਸੀ ਹੋ ਰਹੀ ਹੈ। ਇਸ ਤੋਂ ਇਲਾਵਾ ਨਿਊਜ਼ ਨੇਸ਼ਨ ਚੈਨਲ ਨੇ ਸਰਵੇ ਦੇ ਵਿੱਚ ਐਨਡੀਏ ਨੂੰ 282 ਤੋਂ 290 ਸੀਟਾਂ ਦਿੱਤੀਆਂ ਨੇ। ਇਹ 2-4 ਸੀਟਾਂ ਹੋਰ ਵਧਾ ਗਏ ਨੇ। ਇਹਨਾਂ ਨੇ ਯੂਪੀਏ ਨੂੰ 118 ਤੋਂ 126 ਸੀਟਾਂ ਦਿੱਤੀਆਂ ਨੇ, ਮਹਾਗਠਬੰਧਨ ਤੇ ਹੋਰ ਨੂੰ 130 ਤੋਂ 138 ਸੀਟਾਂ। ਇਹ ਸਾਰੀਆਂ ਚੀਜ਼ਾਂ ਤੁਹਾਡੇ ਸਾਹਮਣੇ ਪੇਸ਼ ਕਰ ਰਹੇ ਹਾਂ। ਇਸ ਤੋਂ ਇਲਾਵਾ ਟਾਈਮਜ਼ ਨਾਓ ਅਤੇ ਵੀਐਮਆਰ ਦੇ ਸਰਵੇ ਦੇ ਵਿੱਚ ਹੱਦਾਂ ਹੀ ਟੱਪ ਗਈਆਂ। ਐਨਡੀਏ ਨੂੰ 306 ਸੀਟਾਂ ਦੇਣ ਦਾ ਇਹ ਦਾਅਵਾ ਕਰਦੇ ਨੇ ਕਿ 306 ਸੀਟਾਂ ਟਾਈਮਜ਼ ਨਾਓ ਅਤੇ ਵੀਐਮਆਰ ਦੇ ਸਰਵੇ ਦੇ ਮੁਤਾਬਕ ਮਿਲਣਗੀਆਂ। ਯੂਪੀਏ ਨੂੰ ਸਿਰਫ ਤੇ ਸਿਰਫ 142 ਸੀਟਾਂ ਦਾ ਸਬਰ ਕਰਨਾ ਪਏਗਾ, ਮਹਾਗਠਬੰਧਨ ਤੇ ਹੋਰ ਨੂੰ 94 ਸੀਟਾਂ ਦਾ ਸਬਰ ਕਰਨਾ ਪਏਗਾ। ਇਹ ਅੰਕੜੇ ਤੁਹਾਡੇ ਸਾਹਮਣੇ ਲੈ ਕੇ ਆ ਰਹੇ ਹਾਂ। ਐਗਜ਼ਿਟ ਪੋਲ ਦੇ ਵਿੱਚ ਐਨਡੀਏ ਸਰਕਾਰ ਦੀ ਵਾਪਸੀ ਦੀਆਂ ਸੰਭਾਵਨਾਵਾਂ। ਜਿਵੇਂ ਹੀ ਲੋਕ ਸਭਾ ਚੋਣਾਂ ਦਾ ਆਖਰੀ ਚਰਨ ਖਤਮ ਹੋਇਆ, ਐਗਜ਼ਿਟ ਪੋਲਾਂ ਦੀ ਭਰਮਾਰ ਆ ਗਈ ਹੈ। ਸਾਰੇ ਹੀ ਚੈਨਲ, ਸਾਰੇ ਹੀ ਸਰਵੇ ਕੰਪਨੀਆਂ ਦਾਅਵਾ ਕਰ ਰਹੀਆਂ ਨੇ ਕਿ ਸਾਡਾ ਐਗਜ਼ਿਟ ਪੋਲ ਬਿਲਕੁਲ ਠੀਕ ਹੈ। ਔਰ ਜੇਕਰ ਤੁਸੀਂ ਸਾਰੇ ਐਗਜ਼ਿਟ ਪੋਲ ਦੇ ਵਿੱਚ ਧਿਆਨ ਮਾਰੋ ਤਾਂ ਇੱਕ ਚੀਜ਼ ਜਿਹੜੀ ਸਾਂਝੀ ਨਜ਼ਰ ਆ ਰਹੀ ਉਹ ਇਹੀ ਹੈ ਕਿ ਐਨਡੀਏ ਸਰਕਾਰ ਦੀ ਵਾਪਸੀ ਲਗਭਗ ਤੈਅ ਹੈ ਇਹਨਾਂ ਐਗਜ਼ਿਟ ਪੋਲ ਦੇ ਮੁਤਾਬਕ। ਸੋ ਅੱਜ ਦੇ ਇਸ ਐਗਜ਼ਿਟ ਪੋਲ ਤੇ ਵੀ ਆਪਾਂ ਗੱਲਬਾਤ ਕਰਾਂਗੇ। ਸਾਡੇ ਨਾਲ ਖਾਸ ਮਹਿਮਾਨ ਜੁੜੇ ਹੋਏ ਨੇ, ਪਰ ਵੱਡੀ ਗੱਲ ਇਹ ਹੈ ਕਿ ਸਾਰਿਆਂ ਨੂੰ ਬੜਾ ਇੰਤਜ਼ਾਰ ਸੀਗਾ ਕਿ ਜਦੋਂ ਆਖਰੀ ਚਰਨ ਖਤਮ ਹੋਵੇਗਾ ਉਸ ਤੋਂ ਬਾਅਦ ਜਿਹੜੇ ਐਗਜ਼ਿਟ ਪੋਲ ਆਣਗੇ ਉਹ ਐਗਜ਼ਿਟ ਪੋਲ ਕੀ ਕਹਿਣਗੇ, ਕਿਉਂਕਿ ਇੱਕ ਹਵਾ ਦੱਸ ਦਿੰਦੇ ਹੁੰਦੇ ਨੇ ਐਗਜ਼ਿਟ ਪੋਲ ਕਿ ਇਹ ਹਵਾ ਕਿੱਧਰ ਵੱਲ ਹੈ। ਪਰ ਜੇਕਰ ਜਿਸ ਤਰੀਕੇ ਦੇ ਨਾਲ ਇਹ ਸੀਟਾਂ ਦਿੱਤੀਆਂ ਗਈਆਂ ਨੇ, ਮੈਂ ਤਾਂ ਕਹਾਂਗੇ ਹਵਾ ਨਹੀਂ ਹੈ ਤਾਂ ਫਿਰ ਸੁਨਾਮੀ ਹੋਈ ਹੈ ਜਿਸ ਤਰੀਕੇ ਦੇ ਨਾਲ ਇਹ ਸੀਟਾਂ ਦਿੱਤੀਆਂ ਜਾ ਰਹੀਆਂ ਨੇ। ਹਾਲਾਂਕਿ ਐਗਜ਼ਿਟ ਪੋਲ ਕਿੰਨੇ ਕੁ ਠੀਕ ਹੋਣਗੇ ਕਿੰਨੇ ਕੁ ਨਹੀਂ, ਇਹ ਸੰਭਾਵਨਾਵਾਂ ਹਾਲੇ ਬਣੀ ਹੋਈ ਹੈ, ਇਸ ਤੇ ਸਵਾਲ ਜ਼ਰੂਰ ਬਣਿਆ ਹੋਇਆ। ਪਰ ਇੱਕ ਗੱਲ ਜਿਹੜੀ ਬਿਲਕੁਲ ਸਾਂਝੀ ਹੈ ਉਹ ਇਹੀ ਹੈ ਕਿ ਐਨਡੀਏ ਦੀ ਵਾਪਸੀ ਹੋ ਰਹੀ ਹੈ ਇਹਨਾਂ ਐਗਜ਼ਿਟ ਪੋਲਾਂ ਦੇ ਮੁਤਾਬਕ। ਸਭ ਤੋਂ ਪਹਿਲਾਂ ਜਾਣ ਪਛਾਣ ਮਹਿਮਾਨਾਂ ਦੇ ਨਾਲ ਕਰ ਦਿੰਦੇ ਹਾਂ, ਫਿਰ ਆਪਾਂ ਅੱਗੇ ਵਧਦੇ ਹਾਂ। ਸਾਡੇ ਨਾਲ ਸਭ ਤੋਂ ਪਹਿਲਾਂ ਜਗਤਾਰ ਸਿੰਘ ਸੰਘੇੜਾ ਸਾਹਿਬ ਮੌਜੂਦ ਨੇ, ਸੂਬਾ ਸਕੱਤਰ ਨੇ ਆਮ ਆਦਮੀ ਪਾਰਟੀ ਦੇ। ਪ੍ਰੋਫੈਸਰ ਮਨਜੀਤ ਸਿੰਘ ਜੀ ਮੌਜੂਦ ਨੇ, ਪੋਲੀਟੀਕਲ ਐਕਸਪਰਟ ਨੇ। ਐਡਵੋਕੇਟ ਧਾਰਨੀ ਸਾਹਿਬ ਮੌਜੂਦ ਨੇ, ਇਹ ਬੁਲਾਰ ਨੇ ਸ਼੍ਰੋਮਣੀ ਅਕਾਲੀ ਦਲ ਦੇ। ਉਦੈ ਸਿੰਘ ਰਾਠੌੜ ਸਾਹਿਬ ਮੌਜੂਦ ਨੇ, ਇਹ ਬੁਲਾਰ ਨੇ ਪੰਜਾਬ ਕਾਂਗਰਸ ਦੇ। ਪ੍ਰਭਜੋਤ ਸਿੰਘ ਜੀ ਮੌਜੂਦ ਨੇ, ਐਗਜ਼ੈਕਟਿਵ ਐਡੀਟਰ ਨੇ ਪੀਟੀਸੀ ਨਿਊਜ਼ ਦੇ। ਔਰ ਸਾਧੂ ਸਿੰਘ ਬਰਾੜ ਸਾਹਿਬ ਵੀ ਸਾਡੇ ਨਾਲ ਥੋੜੀ ਦੇਰ ਤੱਕ ਜੁੜਨਗੇ, ਸੀਨੀਅਰ ਜਰਨਲਿਸਟ ਨੇ। ਬਹੁਤ ਬਹੁਤ ਸਵਾਗਤ ਹੈ ਸਾਰੇ ਮਹਿਮਾਨਾਂ ਦਾ। ਔਰ ਸਭ ਤੋਂ ਪਹਿਲਾਂ ਇੱਕ ਰਾਏ ਲੈ ਲੈਣੇ ਆ ਸਾਰਿਆਂ ਦੀ। ਐਗਜ਼ਿਟ ਪੋਲ ਤੋਂ ਹੀ ਸ਼ੁਰੂਆਤ ਕਰਦੇ ਹਾਂ, ਫਿਰ ਆਪਾਂ ਅੱਗੇ ਵਧਾਂਗੇ। ਅੱਜ ਪੰਜਾਬ ਦੇ ਵਿੱਚ ਵੀ ਚੋਣਾਂ ਹੋਈਆਂ ਨੇ। ਸਭ ਤੋਂ ਪਹਿਲਾਂ ਮੈਂ ਸੰਘੇੜਾ ਸਾਹਿਬ ਤੁਹਾਡੇ ਤੋਂ ਹੀ ਜਾਣਨਾ ਚਾਹੁੰਦਾ, ਇਹ ਜਿਹੜੇ ਹੁਣ ਤੱਕ ਐਗਜ਼ਿਟ ਪੋਲ ਆਏ ਨੇ ਉਹਨਾਂ ਦੇ ਵਿੱਚ ਇੱਕ ਸਾਂਝੀ ਗੱਲ ਜਿਹੜੀ ਮੈਂ ਤੁਹਾਨੂੰ ਦੱਸੀ ਉਹ ਦਿਖ ਰਹੀ ਹੈ, ਉਹ ਐਨਡੀਏ ਸਰਕਾਰ ਦੀ ਵਾਪਸੀ ਦਿਖ ਰਹੀ ਹੈ। ਲਗਭਗ ਉਨੀਆਂ ਹੀ ਸੀਟਾਂ ਜਿਹੜੀਆਂ ਪਿਛਲੀ ਵਾਰ ਸੀ, ਸ਼ਾਇਦ ਉਹਦੇ ਵਿੱਚ ਕੁਝ ਨੇ ਤਾਂ ਪਲੱਸ ਕਰਕੇ ਦਿੱਤੀਆਂ ਨੇ, ਜਿਵੇਂ ਟਾਈਮਜ਼ ਨਾਲ 306 ਸੀਟਾਂ ਦਾ ਦਾਅਵਾ ਕੀਤਾ। ਦੇਖੋ, ਵੈਸੇ ਤਾਂ ਜਿੰਨੀ ਦੇਰ ਅਸਲ ਰਿਜ਼ਲਟ ਨਹੀਂ ਆ ਜਾਂਦੇ ਉਨੀ ਦੇਰ ਕੁਝ ਵੀ, ਪਰ ਹਵਾ ਤਾਂ ਪਤਾ ਲੱਗ ਜਾਂਦੀ ਹੈ ਨਾ। ਹਾਂਜੀ ਮੈਂ ਕਿਹਾ ਵੀ ਇੱਕ ਥੋੜਾ ਅੰਦਾਜ਼ਾ ਜਾ ਹੋ ਜਾਂਦਾ। ਹੁਣ ਤਾਂ ਜਿਹੜੀਆਂ ਵੋਟਾਂ ਪੈਣੀਆਂ ਸੀ ਪੈ ਗਈਆਂ ਆ। ਮਤਲਬ ਗੱਲ ਕਹਿਣ ਦਾ ਇਹ ਆ ਵੀ ਇਹਦੇ 'ਚ ਜੇ ਇਸ ਤਰ੍ਹਾਂ ਹੀ ਹੁੰਦਾ ਆ ਤਾਂ ਉਹੀ ਆ ਵੀ ਕਾਂਗਰਸ ਆਪਣਾ ਕੋਈ ਚਿਹਰਾ ਮੋਹਰਾ ਉਹਨਾਂ ਨਹੀਂ ਦਿਖਾ ਸਕੀ ਜਾਂ ਕੋਈ ਸਟਰੋਂਗ ਪ੍ਰਾਈਮ ਮਿਨਿਸਟਰ ਦਾ ਕੈਂਡੀਡੇਟ ਨਹੀਂ ਪੇਸ਼ ਕਰ ਸਕੀ। ਦੂਜੀ ਵੱਡੀ ਪਾਰਟੀ ਦੂਜੇ ਗਠਬੰਧਨ 'ਚ ਤਾਂ ਕਾਂਗਰਸ ਪਾਰਟੀ ਹੋਈ ਸੀਗੀ ਨਾ, ਤੇ ਉਸ ਦੀ ਕਾਰਗੁਜ਼ਾਰੀ ਜਿਹੜੀ ਹੈ, ਕਿਉਂਕਿ ਥੋੜੀਆਂ ਥਾਵਾਂ ਤੇ ਜਿੱਥੇ ਵੀ ਸੀਗੇ ਕੋਈ ਬਿਹਤਰ ਇਹਨਾਂ ਨੇ ਪਿਛਲੇ ਲੰਬਾ ਸਮਾਂ ਰਾਜ ਕੀਤਾ ਆ, ਉੱਥੇ ਨਹੀਂ ਦਿਖਾ ਸਕੇ। ਬਟ ਅਨਫੋਰਚੂਨੇਟਲੀ ਆਈ ਵੁੱਡ ਸੇ ਵੀ ਭਾਜਪਾ ਦੇ ਗਠਬੰਧਨ ਵਾਲੀਆਂ ਪਾਰਟੀਆਂ ਨੇ ਵੀ ਪਿਛਲੇ 5 ਸਾਲ 'ਚ ਕੋਈ ਕ੍ਰਿਸ਼ਮਾ ਨਹੀਂ ਕੀਤਾ। ਬਟ ਹੋ ਸਕਦਾ ਆ ਜਿਹੜਾ ਇੰਨਾ ਜ਼ਿਆਦਾ ਪ੍ਰਚਾਰ ਤੇ ਇੰਨਾ ਜ਼ਿਆਦਾ ਜੇ ਇਹ ਸਿਮਿਲਰ ਹੀ ਰਿਜ਼ਲਟਸ ਆਉਂਦੇ ਆ ਤੇ ਨੇੜੇ ਤੇੜੇ ਹੀ ਆਉਂਦੇ ਆ। ਚਲੋ ਠੀਕ ਹੈ ਪ੍ਰੋਫੈਸਰ ਮਨਜੀਤ ਸਿੰਘ, ਉਹਦਾ ਕਾਰਨ ਉਹ ਹੋ ਸਕਦਾ। ਮਨਜੀਤ ਸਿੰਘ ਜੀ,
ਬੜਾ ਤੁਸੀਂ ਲਗਾਤਾਰ ਅਸੀਂ ਡਿਬੇਟਸ ਦੇ ਵਿੱਚ ਕਹਿੰਦੇ ਰਹੇ ਹਾਂ ਕਿ ਉਹ ਕਰਿਸ਼ਮਾ ਹੈ ਨਹੀਂ, 2014 ਵਾਲੀ ਗੱਲ ਹੈ ਨਹੀਂ, ਹਵਾ ਹੈ ਨਹੀਂ, ਪਰ ਐਗਜ਼ਿਟ ਪੋਲ ਤਾਂ ਉਹੀ ਹਵਾ ਦੱਸ ਰਹੇ ਨੇ। ਹਰਪ੍ਰੀਤ ਜੀ ਮੈਂ ਹੁਣੇ ਵਧਾਈ ਦੇਣਾ ਕਹੋ ਤੇ ਠੀਕ ਹੈ ਬਣਾ ਲੈਣ, ਜੀ ਸਦਕੇ ਬਣਾਉਣ, ਜਿਨ੍ਹਾਂ ਨੂੰ ਵੋਟਾਂ ਪੈਣੀਆਂ ਕਿਉਂ ਨਹੀਂ ਬਣਾਉਣਗੇ। ਤੇ ਮੋਦੀ ਜੀ ਪਹਿਲਾਂ ਥੱਕੇ ਜਿਹੇ ਬੜੇ ਲੱਗਦੇ, ਮੈਨੂੰ ਤਾਂ ਲੱਗਦਾ ਥੋੜਾ ਦਿਨ ਆਰਾਮ ਜ਼ਰੂਰ ਕਰ ਲੈਣ, ਮਹੀਨਾ ਕੁ, ਤੇ ਫਿਰ ਉਹ ਤੋਂ ਬਾਅਦ ਸਹੁੰ ਸੂੰ ਚੁੱਕਣ। ਨਹੀਂ ਤੇ ਮੈਨੂੰ ਲੱਗਦਾ ਕੰਮ ਕਿਤੇ ਬੜਾ ਸਿਹਤ ਦਾ ਬੜਾ ਕੰਮ ਖਰਾਬ ਹੋਇਆ, ਤੇ ਉਹ ਜ਼ਰੂਰ ਆਪਣੇ ਲਾਗੇ ਇੱਕ ਉਹ ਜਿਹੜੀ ਕੇਪ ਬਣਾ ਲੈਣ ਪ੍ਰਾਈਮ ਮਿਨਿਸਟਰ ਆਫਿਸ ਦੇ ਲਾਗੇ, ਉੱਥੇ ਸ਼ਾਮ ਨੂੰ ਜ਼ਰੂਰ 2 ਘੰਟੇ ਲਾਇਆ ਕਰਨ। ਜਿਹੜੀ ਅਸਲੀ ਗੱਲ ਹੈਗੀ ਹੈ ਇਹਦੇ ਚ ਮੈਨੂੰ ਕੋਈ ਝਿਜਕ ਨਹੀਂ ਕਹਿਣ ਦੀ ਕਿ ਵੱਡਾ ਸੈਕਸ਼ਨ ਮੀਡੀਆ ਨੇ ਇਸ ਚੋਣਾਂ ਦੇ ਦੌਰਾਨ ਜਾਂ ਪਿਛਲੇ 1-2 ਸਾਲਾਂ ਚ ਆਪਣੀ ਛਵੀ ਨੂੰ ਬਹੁਤ ਖਰਾਬ ਕੀਤਾ, ਔਰ ਲੋਕਾਂ ਨੇ ਬਹੁਤ ਵੱਡੀ ਸੰਖਿਆ ਹੈ ਜਿਨ੍ਹਾਂ ਨੇ ਟੀਵੀ ਦੇਖਣਾ ਬੰਦ ਕਰਤਾ। ਉਹ ਕਹਿੰਦੇ ਨਹੀਂ ਜੀ, ਫਿਰ ਸੋਸ਼ਲ ਮੀਡੀਆ ਸੀ, ਸੋਸ਼ਲ ਮੀਡੀਆ ਤੋਂ ਵੀ ਵਿਸ਼ਵਾਸ ਲੋਕਾਂ ਦਾ ਕਾਫੀ, ਕੋਈ ਕਿੱਧਰ ਨੂੰ ਆ ਮੋਦੀ ਜੀ ਦਾ ਹੀ ਅੱਜ ਮੈਨੂੰ ਸਵੇਰੇ ਕਿਸੇ ਨੇ ਇੱਕ ਅੱਖ ਖੁੱਲੀ ਹੋਈ ਉਹ ਜਿਹੜੀ ਉਹ ਕਰ ਰਿਹਾ, ਕਿੰਨੀ ਮਾੜੀ ਗੱਲ ਹੈ ਇਹੋ ਜਿਹਾ, ਮਤਲਬ ਇੱਕ ਫਿਰ ਵੀ ਸਾਡੇ ਪ੍ਰਧਾਨ ਮੰਤਰੀ ਆ। ਮਤਲਬ ਤੁਸੀਂ ਐਗਜ਼ਿਟ ਪੋਲ ਤੇ ਸਵਾਲ ਚੁੱਕ ਰਹੇ ਹੋ। ਨਹੀਂ ਸੁਣ ਲਗਾ ਇੰਨੀ ਗੱਲੇ ਕਹਿਣ ਲੱਗਾ, ਜਸਟੀਫਿਕੇਸ਼ਨ ਨਹੀਂ ਹੈ ਨਾ ਫਿਰ ਐਗਜ਼ਿਟ ਪੋਲ। ਹਰਪ੍ਰੀਤ ਜੀ ਮੈਨੂੰ ਚਿੰਤਾ ਇਸ ਗੱਲ ਦੀ ਹੈ ਕਿ ਕਿਤੇ ਇਹ ਐਗਜ਼ਿਟ ਪੋਲ ਵੀ ਲੋਕ ਦੇਖਣੇ ਬੰਦ ਨਾ ਕਰ ਦੇਣ ਤੇ ਇੱਕ ਮਜ਼ਾਕ ਬਣ ਕੇ ਨਾ ਰਹਿ ਜਾਏ। ਮੈਂ ਇੱਕ ਐਗਜ਼ਾਮਪਲ ਦਿੰਦਾ, ਆਮ ਆਦਮੀ ਪਾਰਟੀ ਦੇ ਜਗਦਾਰ ਜੀ ਬੈਠੇ ਆ, ਇਹੋ ਹੀ ਸੀ ਵੋਟਰ ਨੇ 100 ਵੋਟਾਂ ਦਿੱਤੀਆਂ, 100 ਸੀਟਾਂ ਦਿੱਤੀਆਂ ਸੀ ਤੇ 20 ਮਿਲੀਆਂ। ਐਸਾ ਕੀ ਭਰੋਸਾ ਕਰੀਏ ਇਹਨਾਂ ਤੇ? ਉਹਦਾ ਕਾਰਨ ਹੋਰ ਸੀਗਾ, ਚਲੋ ਕਾਰਨ ਜੋ ਮਰਜ਼ੀ, ਉਹਦਾ ਕਾਰਨ ਹੋਰ ਸੀਗਾ। ਦੋਵੇਂ ਪਾਰਟੀਆਂ ਰਲ ਗਈਆਂ ਲਾਸਟ ਮੂਮੈਂਟ ਤੇ। ਇੱਕ ਉਹ ਮੌੜ ਬੰਬ ਧਮਾਕੇ ਵਾਲਾ ਜਿਹੜਾ ਏਜੰਸੀਆਂ ਨੇ ਕਰਾਇਆ, ਉਹਨੇ ਸਾਡਾ ਨੁਕਸਾਨ ਕੀਤਾ ਹੈ। ਮਤਲਬ ਤੁਹਾਨੂੰ ਪਹਿਲਾਂ 100 ਮਿਲ ਰਹੀਆਂ ਸੀ, ਨਹੀਂ 100 ਨਹੀਂ, 70-80 ਜ਼ਰੂਰ ਮਿਲ ਰਹੀਆਂ ਸੀ, 70-80 ਦੇ ਨੇੜੇ ਤੇੜੇ ਜ਼ਰੂਰ ਸੀਗੇ। ਅਸੀਂ ਕੋਈ ਦਿੱਕਤ ਤੁਸੀਂ 100 ਆਪ ਕਹੀਆਂ ਨਹੀਂ, ਹਾਂ ਅਸੀਂ ਦਾਵਾ ਕਰਦੇ ਸੀਗੇ, ਨੈਚੁਰਲੀ ਕਰੈਕਟ ਤਾਂ ਨਹੀਂ ਹੋ ਸਕਦਾ, ਥੋੜਾ ਬਹੁਤ ਨੇੜੇ ਤੇੜੇ ਤਾਂ। ਔਰ ਜਿਹੜੀਆਂ ਜਿਸ ਤਰ੍ਹਾਂ ਟਾਈਮਸ ਨਾਓ ਆ, ਰਿਪਬਲਿਕ ਆ, ਇਹ ਤਾਂ ਬੜੀ ਦੇਰ ਤੇ ਜਿਤਾਏ ਬੈਠੇ ਆ ਬਿਨਾਂ ਐਗਜ਼ਿਟ ਪੋਲ ਤੋਂ। ਠੀਕ ਹੈ, ਅੱਗੇ ਵਧਦੇ ਹਾਂ। ਮੈਂ ਤੁਹਾਡੇ ਤੋਂ ਜਾਨਣਾ ਚਾਹੁੰਦਾ ਧਾਰਨੀ ਸਾਹਿਬ, ਕਿਉਂਕਿ ਲਗਾਤਾਰ ਡਿਬੇਟਸ ਦੇ ਵਿੱਚ ਵੀ ਤੁਸੀਂ ਆਉਂਦੇ ਰਹੇ ਹੋ, ਪ੍ਰਚਾਰ ਦੇ ਵਿੱਚ ਵੀ ਜਾਂਦੇ ਰਹੇ ਹੋ। ਹਾਲਾਂਕਿ ਪੰਜਾਬ ਦੀ ਗੱਲ ਆਪਾਂ ਬਾਅਦ ਚ ਕਰਾਂਗੇ। ਓਵਰਆਲ ਜੇ ਅਸੀਂ ਗੱਲ ਕਰਦੇ ਹਾਂ ਇਹਨਾਂ ਐਗਜ਼ਿਟ ਪੋਲਸ ਦੀ, ਇਸ ਐਗਜ਼ਿਟ ਪੋਲ ਦੇ ਵਿੱਚ 19-21 ਦਾ ਫਰਕ ਕਹਿੰਦੇ ਨੇ ਕਿ ਹੋ ਸਕਦਾ 2-4 ਘੱਟ ਹੋਣ ਜਾਂ ਵੱਧ ਹੋਣ, ਪਰ ਜੇ ਐਡਾ ਫਰਕ ਦਿਖਾ ਰਹੇ ਨੇ ਕਿ ਇੱਕ ਪਾਸੇ 200 ਤੋਂ ਕੁਝ ਦਿੱਤੀਆਂ ਜਾ ਰਹੀਆਂ ਨੇ, ਦੂਜੇ ਪਾਸੇ 125 ਵੀ ਨਹੀਂ ਦਿੱਤੀਆਂ ਜਾ ਰਹੀਆਂ, ਥੋੜਾ ਬਹੁਤਾ 5-7-10% ਹੇਰ-ਫੇਰ ਹੋ ਸਕਦਾ ਜਾਂ 50% ਕੋਈ ਫਰਕ ਪੈ ਸਕਦਾ ਧਾਰਨੀ ਸਾਹਿਬ? ਦੇਖੋ ਹਰਪ੍ਰੀਤ ਜੀ, ਮੇਰੀ ਸਮਝ ਇਹ ਕਹਿੰਦੀ ਹੈ, ਜੇ ਇਹ ਐਗਜ਼ਿਟ ਪੋਲ ਇਲੈਕਸ਼ਨ ਇਕੱਠੀ ਹੋਈ ਹੁੰਦੀ ਔਰ ਨਾਲ ਦੀ ਨਾਲ ਉਸੇ ਦਿਨ ਸ਼ਾਮ ਨੂੰ ਆਉਣੇ ਸ਼ੁਰੂ ਹੋ ਜਾਂਦੇ ਜਾਂ ਦੂਜੇ ਤੀਜੇ ਦਿਨ ਆਉਣੇ ਸ਼ੁਰੂ ਹੋ ਜਾਂਦੇ ਤਾਂ ਇੱਕ ਗੱਲ ਅਲੱਗ ਹੋਣੀ ਸੀ, ਕਿਉਂਕਿ 1 ਮਹੀਨਾ ਹੋ ਗਿਆ ਇਲੈਕਸ਼ਨ ਹੋਈ ਨੂੰ, ਸ਼ੁਰੂ ਹੋਈ ਨੂੰ, ਔਰ ਜਿੰਨਾ ਮੀਡੀਆ ਹੈਗਾ ਔਰ ਏਜੰਸੀਜ਼ ਹੈਗੀਆਂ ਉਹ ਸਾਰੀਆਂ ਇਹਨਾਂ ਦੇ ਵਿੱਚ ਘੁੰਮ ਰਹੀਆਂ। ਮੈਨੂੰ ਇਹ ਲੱਗਦਾ ਕਿ ਥੋੜਾ ਬਹੁਤ 19-21 ਦਾ ਹੀ ਇਹਦੇ ਚ ਡਿਫਰੈਂਸ ਆਊਗਾ, ਅਦਰਵਾਈਜ਼ ਮੈਨੂੰ ਲੱਗਦਾ ਕਿ ਐਗਜ਼ਿਟ ਪੋਲ ਬਿਲਕੁਲ ਕਰੈਕਟ ਆਉਣਗੇ। ਔਰ ਦੂਜੀ ਗੱਲ ਇੱਕ ਹੋਰ ਹੈਗੀ ਆ, ਲੋਕਾਂ ਨੇ ਇਸ ਵਾਰ ਜਿਹੜਾ ਗੱਲ ਹੈਗੀ ਆ ਜੀ, ਮੋਦੀ ਸਾਹਿਬ ਦੇ ਨਾਂ ਤੇ ਗੱਲ ਕੀਤੀ ਹੈਗੀ ਆ, ਔਰ ਮੋਦੀ ਸਾਹਿਬ ਦੇ ਨਾਂ ਤੇ ਜਿਹੜਾ ਹੈਗਾ ਕੰਟਰੀ ਨੂੰ ਜਿਹੜਾ ਹੈਗਾ ਚਲਾਉਣ ਦੀ ਗੱਲ ਹੋਈ ਆ। ਔਰ ਦੂਜੀ ਗੱਲ, ਮੁਕਾਬਲੇ ਵਿੱਚ ਹੈ ਕੋਈ ਨਹੀਂ, ਮੁਕਾਬਲੇ 'ਚ ਕੌਣ ਆ? ਉਹ ਜਿਹੜੇ ਪਾਰਲੀਮੈਂਟ ਦੇ ਵਿੱਚ ਸਪੀਚ ਦੇ ਕੇ ਅੱਖਾਂ ਮਾਰਦੇ ਆ। ਮਤਲਬ ਕੰਟਰੀ ਨਹੀਂ ਇਹੋ ਜਿਹੇ ਉਹਨਾਂ ਨੂੰ ਦੇਖਣਾ ਚਾਹੁੰਦਾ ਕਿ ਸਾਡਾ ਹੈਡ ਜਿਹੜਾ ਇਸ ਤਰ੍ਹਾਂ ਦਾ ਹੋਵੇ। ਰਾਠੌੜ ਸਾਹਿਬ, ਤੁਹਾਡੇ ਲਈ ਫਿਕਰ ਵਾਲੀ ਗੱਲ ਜ਼ਰੂਰ ਹੈਗੀ ਹੈ ਐਗਜ਼ਿਟ ਪੋਲ, ਖਾਸ ਤੌਰ ਤੇ ਜਿਸ ਇਲਾਕੇ ਨੂੰ ਤੁਸੀਂ ਬਿਲੋਂਗ ਕਰਦੇ ਹੋ ਉੱਥੇ ਤਾਂ ਕਲੀਨ ਸਵੀਪ ਦੱਸ ਰਿਹਾ ਐਗਜ਼ਿਟ ਪੋਲ। ਉਹ ਕਹਿ ਰਹੇ ਨੇ ਕਿ 28 ਦੇ ਵਿੱਚੋਂ ਤਾਂ 26 ਸੀਟਾਂ ਲੈ ਕੇ ਜਾ ਰਹੀ ਹੈ ਬੀਜੇਪੀ। ਦੇਖੋ ਕਿਹੜਾ ਇਲਾਕਾ ਜੀ ਉਹ? ਮੱਧ ਪ੍ਰਦੇਸ਼। ਹਰਪ੍ਰੀਤ ਜੀ, ਗੱਲ ਇਹ ਹੈ ਕਿ ਇਹ ਐਗਜ਼ਿਟ ਪੋਲ ਨੇ ਔਰ ਐਗਜ਼ਿਟ ਪੋਲ ਪਿਛਲੇ ਸਾਲਾਂ ਦੇ ਦੌਰਾਨ ਸ਼ਾਈਨਿੰਗ ਇੰਡੀਆ ਤੋਂ ਜਦ ਵਾਜਪੇਈ ਸਾਹਿਬ ਦੀ ਸਰਕਾਰ ਗਈ ਹੈ, ਉਸ ਟਾਈਮ ਸ਼ਾਈਨਿੰਗ ਇੰਡੀਆ ਦੇ ਅੰਦਰ ਤੁਸੀਂ ਦੇਖਿਆ ਵੀ ਐਗਜ਼ਿਟ ਪੋਲਸ ਦੇ ਕੀ ਹਾਲ ਸੀਗੇ। ਪਿੱਛੇ 3 ਸਟੇਟਾਂ ਦੇ ਵਿਧਾਨ ਸਭਾ ਦੇ ਇਲੈਕਸ਼ਨ ਹੋਏ, ਰਾਜਸਥਾਨ ਦੇ ਅੰਦਰ ਕਾਂਗਰਸ ਨੂੰ ਇੱਕ ਤਰਫਾ ਜਿੱਤ ਦਿਖਾ ਰਹੇ ਸੀਗੇ, ਛੱਤੀਸਗੜ੍ਹ ਦੇ ਅੰਦਰ ਬੀਜੇਪੀ ਨੂੰ ਇੱਕ ਤਰਫਾ ਜਿੱਤ ਦਿਖਾ ਰਹੇ ਸੀਗੇ। ਤਾਂ ਉਹ ਜਿਹੜੀ ਇਹ ਮੀਡੀਆ ਹੈ, ਜਿਸ ਤਰ੍ਹਾਂ ਮਨਜੀਤ ਸਿੰਘ ਜੀ ਨੇ ਕਿਹਾ, ਸੋ ਕਾਲਡ ਹਿੰਦੀ ਮੀਡੀਆ, ਜਿਹੜੇ ਕੁਝ ਚੈਨਲਸ ਨੇ, ਮੈਂ ਸਾਰੀ ਮੀਡੀਆ ਦੀ ਗੱਲ ਨਹੀਂ ਕਰ ਰਿਹਾ, ਕੁਝ ਚੈਨਲਸ ਨੇ, ਇਹ ਤਾਂ 1 ਸਾਲ ਤੋਂ ਲਗਾਤਾਰ ਜਿਤਾਈ ਬੈਠੇ ਨੇ ਮੋਦੀ ਸਾਹਿਬ ਨੂੰ। ਔਰ ਰਾਠੌੜ ਸਾਹਿਬ, ਇੰਨੀ ਸਾਖ ਕੋਈ ਦਾਤ ਨਹੀਂ ਲਾਊਗਾ ਨਾ, ਕੋਈ ਚੈਨਲ ਇਹ ਦਾਵਾ ਕਰ ਦੇਵੇ ਕਿ 200 ਤੋਂ ਵੱਧ ਸੀਟਾਂ ਆ ਰਹੀਆਂ ਨੇ ਤੇ ਜਦੋਂ ਨਤੀਜੇ ਆਣ ਤੇ ਉਹਦੇ ਚੋਂ 100 ਵੀ ਨਾ ਨਿਕਲੇ ਤਾਂ ਸਾਖ ਕਿਹਦੀ ਖਰਾਬ ਹੋਣੀ? ਉਸੇ ਚੈਨਲ ਦੀ ਹੋਣੀ ਹੈ ਨਾ, ਜਿਹੜਾ ਚੈਨਲ ਇਹ ਦਾਵਾ ਕਰ ਰਿਹਾ, ਜਿਹੜੀ ਏਜੰਸੀ ਦਾਵਾ ਕਰ ਰਹੀ ਹੈ। ਉਹਦਾ ਉਦਾਹਰਣ ਮਨਜੀਤ ਸਿੰਘ ਜੀ ਨੇ ਦੱਸਿਆ, 100 ਸੀਟਾਂ ਦੇ ਰਹੇ ਸੀਗੇ ਉਹ, ਔਰ ਸੀਟਾਂ ਕਿੰਨੀਆਂ ਆਈਆਂ? 20। ਔਰ ਛੱਤੀਸਗੜ੍ਹ ਦੇ ਅੰਦਰ ਸਰਕਾਰ ਬਣਾ ਰਹੇ ਸੀ ਔਰ ਸੀਟਾਂ ਕਿੰਨੀਆਂ ਆਈਆਂ ਬੀਜੇਪੀ ਦੀਆਂ? ਕੁਝ ਵੀ ਨਹੀਂ। ਤਾਂ ਮੇਰਾ ਕਹਿਣ ਦਾ ਭਾਵ ਇਹ ਹੈ ਕਿ ਜਿਹੜਾ ਤੁਹਾਡੇ ਲਈ ਫਿਕਰ ਦੀ ਗੱਲ ਹੈ ਕਿ ਨਹੀਂ ਹੈ ਐਗਜ਼ਿਟ ਪੋਲ? ਨਹੀਂ, ਸਾਡੇ ਲਈ ਕੋਈ ਫਿਕਰ ਦੀ ਗੱਲ ਨਹੀਂ ਹੈ। ਸਾਨੂੰ ਭਰੋਸਾ, ਤੁਸੀਂ ਆਣ ਦਿਓ,
ਤੁਸੀਂ ਨਤੀਜੇ ਆਣ ਦੋ, ਦੇਖਿਓ ਤੁਹਾਡੇ ਸਾਹਮਣੇ ਚਲੋ ਸਰਕਾਰ ਹੈ ਠੀਕ ਜਿਹੜੀ ਹੈ ਆਪਾਂ ਪੰਜਾਬ ਤੇ ਵੀ ਆਵਾਂਗੇ। ਉਸ ਤੋਂ ਪਹਿਲਾਂ ਬਣੀ। ਇੱਕ ਵਾਰ ਫਿਰ ਤੋਂ ਮੈਂ ਆਪਣੇ ਦਰਸ਼ਕਾਂ ਨੂੰ ਦੱਸ ਦਵਾਂ ਕਿ ਜਿਹੜੇ ਐਗਜ਼ਿਟ ਪੋਲ ਹੁਣ ਤੱਕ ਆਏ ਨੇ, ਐਗਜ਼ਿਟ ਪੋਲ ਦੇ ਵਿੱਚ ਐਨਡੀਏ ਸਰਕਾਰ ਦੀ ਵਾਪਸੀ ਦੀਆਂ ਸੰਭਾਵਨਾਵਾਂ ਕਿਹਾ ਜਾ ਰਿਹਾ ਹੈ। ਸੀ ਵੋਟਰ ਤੇ ਰਿਪਬਲਿਕ ਨੇ ਐਨਡੀਏ ਨੂੰ 287 ਸੀਟਾਂ ਦੇਣ ਦਾ ਦਾਅਵਾ ਕੀਤਾ ਕਿ 287 ਸੀਟਾਂ ਜਿਹੜਾ ਉਹ ਐਨਡੀਏ ਲੈ ਕੇ ਜਾਏਗੀ ਔਰ ਸਰਕਾਰ ਬਣਾਏਗੀ। ਯੂਪੀਏ ਨੂੰ 128 ਸੀਟਾਂ ਦਾ ਦਾਅਵਾ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਮਹਾਗਠਬੰਧਨ ਨੂੰ 40 ਅਤੇ ਹੋਰ ਨੂੰ 87 ਸੀਟਾਂ ਦੇਣ ਦੀ ਗੱਲ ਕੀਤੀ ਜਾ ਰਹੀ ਹੈ। ਨਿਊਜ਼ ਨੇਸ਼ਨ ਚੈਨਲ ਦੇ ਸਰਵੇ ਦੇ ਵਿੱਚ ਐਨਡੀਏ ਨੂੰ 282 ਤੋਂ 290 ਸੀਟਾਂ ਦੇਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਯੂਪੀਏ ਨੂੰ 118 ਤੋਂ 126 ਸੀਟਾਂ ਦੇਣ ਦਾ ਦਾਅਵਾ ਕੀਤਾ ਜਾ ਰਿਹਾ ਹੈ ਔਰ ਇਸੇ ਤਰ੍ਹਾਂ ਮਹਾਗਠਬੰਧਨ ਤੇ ਹੋਰ ਨੂੰ 130 ਤੋਂ 138 ਸੀਟਾਂ ਹੈ। ਤੁਸੀਂ ਸਾਡੀ ਟੀਵੀ ਸਕਰੀਨ ਤੇ ਦੇਖ ਰਹੇ ਹੋ। ਮਹਾ ਐਗਜ਼ਿਟ ਪੋਲ ਚੈਨਲ ਏਜੰਸੀ ਵੀ ਦੱਸ ਰਹੇ ਹੈ ਕਿਹੜੀ ਹੈ ਔਰ ਉਸ ਤੋਂ ਇਲਾਵਾ ਸੀਟਾਂ ਕਿਹੜੀਆਂ ਨੇ। ਜੇਕਰ ਤੁਸੀਂ ਥੱਲੇ ਆ ਜਾਓ, ਜਨ ਕੀ ਬਾਤ ਇੱਕ ਹੋਰ ਐਡ ਆਨ ਹੋ ਗਿਆ। ਜਨ ਕੀ ਬਾਤ 305 ਸੀਟਾਂ ਦੇਣ ਦਾ ਦਾਅਵਾ ਕਰਦੀ ਹੈ ਬੀਜੇਪੀ ਪਲੱਸ ਨੂੰ ਔਰ ਕਾਂਗਰਸ 124 ਅਤੇ ਅਦਰਸ 113। ਇਸ ਤੋਂ ਇਲਾਵਾ ਨਿਊਜ਼ ਨੇਸ਼ਨ 282 ਤੋਂ 290 ਐਨਡੀਏ ਨੂੰ ਦਿੰਦੀ ਹੈ ਔਰ ਯੂਪੀਏ ਨੂੰ 118 ਤੋਂ 126 ਔਰ ਅਦਰਸ ਨੂੰ 130 ਤੋਂ 138। ਟਾਈਮਜ਼ ਨਾਓ ਕਹਿੰਦਾ ਕਿ 306 ਸੀਟਾਂ ਬੀਜੇਪੀ ਪਲੱਸ ਲੈ ਕੇ ਜਾਣਗੇ ਔਰ ਕਾਂਗਰਸ 142 ਪਲੱਸ ਲੈ ਕੇ ਜਾਣਗੇ ਔਰ ਅਦਰਸ 94 ਸੀਟਾਂ ਤੇ ਸਬਰ ਕਰਨਾ ਪਏਗਾ। ਰਿਪਬਲਿਕ ਔਰ ਸੀ ਵੋਟਰ ਦਾ ਕਹਿੰਦਾ ਸਰਵੇ ਕਿ 287 ਸੀਟਾਂ ਨੇ ਜਿਹੜੀਆਂ ਉਹ ਬੀਜੇਪੀ ਪਲੱਸ ਵਾਲੇ ਲੈ ਕੇ ਜਾਣਗੇ ਔਰ ਕਾਂਗਰਸ 128 ਅਤੇ ਅਦਰਸ 127 ਤੇ ਉਹਨਾਂ ਨੂੰ ਸਬਰ ਕਰਨਾ ਪਏਗਾ। ਔਰ ਇਹ ਜੇਕਰ ਇਹਨਾਂ ਸਰਵੇਆਂ ਤੇ ਘੋਖ ਕੀਤੀ ਜਾਵੇ, ਵੱਖ-ਵੱਖ ਚੈਨਲ ਇਹ ਦਾਵਾ ਕਰਦੇ ਨੇ ਕਿ ਜਿਹੜੇ ਐਗਜ਼ਿਟ ਪੋਲ ਪਿਛਲੀ ਵਾਰੀ ਸੀ ਦਿਖਾਏ ਸੀਗੇ ਨਤੀਜੇ ਉਸ ਦੇ ਨੇੜੇ ਤੇੜੇ ਸੀ ਔਰ ਜੇਕਰ ਹੁਣ ਵੀ ਐਗਜ਼ਿਟ ਪੋਲ ਉਹਨਾਂ ਏਜੰਸੀਆਂ ਨੇ ਉਹਨਾਂ ਚੈਨਲਾਂ ਨੇ ਕੀਤੇ ਨੇ ਤੇ ਉਹ ਦਾਵਾ ਫਿਰ ਦੁਬਾਰਾ ਕਰਦੇ ਨੇ ਕਿ ਸਰਵੇ ਸਾਡੇ ਇਹਦੇ ਨੇੜੇ ਤੇੜੇ ਨਤੀਜਿਆਂ ਦੇ ਰਹਿਣ ਵਾਲੇ ਨੇ। ਸਾਧੂ ਸਿੰਘ ਬਰਾੜ ਸਾਹਿਬ, ਹੈਰਾਨਗੀ ਹੈ ਜਾਂ ਤੁਹਾਨੂੰ ਲੱਗਦਾ ਸੀ ਕਿ ਨਤੀਜੇ ਇਸ ਤਰ੍ਹਾਂ ਦੇ ਹੋ ਸਕਦੇ ਨੇ ਜੇ ਐਗਜ਼ਿਟ ਪੋਲ ਨੂੰ ਐਜ਼ ਇਟ ਐਜ਼ ਅਸੀਂ ਰਿਜ਼ਲਟ ਮੰਨ ਕੇ ਚੱਲੀਏ ਤਾਂ? ਦੇਖੋ, ਇਹ ਤਾਂ ਮੈਂ ਸ਼ੁਰੂ ਤੋਂ ਹੀ ਮੇਰਾ ਨਜ਼ਰੀਆ ਸੀਗਾ ਕਿ ਸਰਕਾਰ ਇਹਨਾਂ ਦੀ ਮੋਦੀ ਦੀ ਬਣੇਗੀ ਔਰ ਜਦੋਂ ਪੰਜਵਾਂ ਚਰਨ ਖਤਮ ਹੋਇਆ ਨਾ ਵੋਟਾਂ ਦਾ, ਉਦੋਂ ਬਾਅਦ ਜਿਹੜੇ ਦੇਸ਼ ਦੇ ਸਿਆਸਤਦਾਨ ਆ ਨਾ ਉਹ ਵੀ ਇਸ ਚੀਜ਼ ਨੂੰ ਸਮਝਣ ਲੱਗ ਪਏ ਸੀ ਕਿ ਜਿਹੜਾ ਅਸੀਂ ਕਹਿੰਦੇ ਸਾਂ ਵੀ ਯੂਪੀ 'ਚ ਇਹਨਾਂ ਨੂੰ ਮਾਰ ਪੈ ਜੂ ਜਾਂ ਦੂਜੇ ਸੂਬਿਆਂ 'ਚ ਪੈ ਜੂ ਜਿੱਥੇ ਇਹਨਾਂ ਦੀਆਂ ਸਰਕਾਰਾਂ ਸੀ, ਉੱਥੇ ਪੰਜਵੇਂ ਚਰਨ ਤੋਂ ਬਾਅਦ ਉਹਨਾਂ ਨੂੰ ਰਿਲਾਈਜ਼ ਹੋਇਆ ਕਿ ਅਸੀਂ ਬੇਸ਼ੱਕ ਸਮਾਜਵਾਦੀ ਪਾਰਟੀ ਜਾਂ ਬੀਐਸਪੀ ਨੇ ਗਠਬੰਧਨ ਕਰ ਲਿਆ ਪਰ ਵੋਟ 100% ਟ੍ਰਾਂਸਫਰ ਨਹੀਂ ਹੁੰਦੀ ਔਰ ਉਹਦੇ ਨਾਲ ਜਿਹੜੀ ਇਹਨੇ ਮੋਦੀ ਨੇ ਜੋ ਸੀਗਾ ਉਹਦੇ 'ਚ ਕੋਈ ਸ਼ੰਕਾ ਨਹੀਂ। ਕਿਸੇ ਸ਼ਬਦਾਂ ਦੀ ਲਪੇਟ 'ਚ ਤੁਸੀਂ ਕਰ ਲਓ ਕਿ ਹਿੰਦੂ ਵੋਟਰ ਜੋ ਹੈ ਸਿਰਫ ਇੱਥੇ ਹੀ ਨਹੀਂ ਪੂਰੇ ਦੇਸ਼ 'ਚ ਉਹ ਮੋਦੀ ਦੇ ਨਾਂ ਤੇ ਬਾਕੀ ਕੌਮਾਂ ਵਿੱਚ ਮੈਂ ਵਾਪਸ ਆਣਾ ਇਸ ਤੇ ਇੱਕ ਪੁਆਇੰਟ ਤੇ ਇਸ ਤੇ ਚਰਚਾ ਬੜੀ ਰਹੀ ਹੈ ਪੂਰੇ ਮੁਲਕ ਦੇ ਵਿੱਚ। ਇੱਕ ਮਿੰਟ ਆਣਾ ਪ੍ਰਭਜੋਤ ਸਿੰਘ ਜੀ, ਅਸੀਂ ਵੀ ਇਹ ਚਰਚਾ ਕਰਦੇ ਰਹੇ ਸੀਗੇ ਜੇਕਰ ਹਿੰਦੂ ਵੋਟਰ ਪ੍ਰਭਾਵਿਤ ਹੁੰਦਾ ਹੈ ਮੋਦੀ ਦੀ ਸਪੀਚਸ ਤੋਂ ਜਾਂ ਉਹਦੇ ਕੀਤੇ ਹੋਏ ਕੰਮਾਂ ਤੋਂ ਤਾਂ ਹੋ ਸਕਦਾ ਕਿ ਸ਼ਾਇਦ 2014 ਜਿਹੜੀ ਹਨੇਰੀ ਚੱਲੀ ਸੀ ਉਹ ਚੱਲੇ। ਜੇ ਐਗਜ਼ਿਟ ਪੋਲ ਨੂੰ ਵੇਖਦੇ ਤਾਂ ਤੁਹਾਨੂੰ ਲੱਗਦਾ ਕਿ ਉਹੀ ਹਨੇਰੀ ਹੈ? ਦੇਖੋ, ਡੈਫੀਨਿਟਲੀ ਹਰਪ੍ਰੀਤ, ਇਹਦੇ ਵਿੱਚ ਕੋਈ ਸ਼ੰਕਾ ਨਹੀਂ। ਮੈਂ ਪਹਿਲੇ ਦਿਨ ਤੋਂ ਹੀ ਇਹਦਾ ਧਾਰਨੀਆ ਵਿਸ਼ਵਾਸ ਮੈਨੂੰ ਸੀਗਾ ਕਿ ਹਿੰਦੂ ਕੰਸੋਲੀਡੇਸ਼ਨ ਬੜੀ ਸਟਰੋਂਗ ਹੋਈ ਆ ਜੀ, ਲੇਕਿਨ ਜਿਹੜੀ ਵੇਰੀਏਸ਼ਨ ਆ ਐਗਜ਼ਿਟ ਪੋਲ ਦੇ ਨਤੀਜਿਆਂ ਵਿੱਚ ਇਹ ਬੜੀ ਹੈਰਾਨਗੀ ਵਾਲੀ ਆ। ਇੱਕ ਐਗਜ਼ਿਟ ਪੋਲ ਕਹਿ ਰਿਹਾ ਕਿ ਯੂਪੀ ਵਿੱਚ ਸਿਰਫ ਬੀਜੇਪੀ ਨੂੰ 22 ਸੀਟਾਂ ਆ ਰਹੀਆਂ ਤੇ ਮਹਾਗਠਬੰਧਨ ਨੂੰ 46-47 ਸੀਟਾਂ ਆ ਰਹੀਆਂ। ਜੇ 71 ਤੋਂ 22 ਸੀਟਾਂ ਆ ਜਾਂਦੀਆਂ ਨੇ ਬੀਜੇਪੀ ਦੀਆਂ, ਜੇ ਉਹ ਐਗਜ਼ਿਟ ਪੋਲ ਮੰਨਿਆ ਜਾਵੇ ਤਾਂ 50-51 ਦਾ ਡਿਫਰੈਂਸ ਹੈ, ਬੜਾ ਮੈਸਿਵ ਡਿਫਰੈਂਸ ਹੈ ਐਨਡੀਏ ਨੂੰ ਪੂਰਾ ਕਰਨਾ। ਸੋ ਵੇਰੀਏਸ਼ਨ ਦੇਖੋ, ਐਗਜ਼ਿਟ ਪੋਲ ਕੀ ਹੈ? ਐਗਜ਼ਿਟ ਪੋਲ ਤਾਂ ਬੇਸਿਕਲੀ ਡਿਪੈਂਡ ਕਰਦਾ ਕਿ ਤੁਹਾਡਾ ਸੈਂਪਲ ਦਾ ਸਾਈਜ਼ ਕੀ ਹੈ ਜੀ, ਤੁਹਾਡਾ ਉਹਦੀ ਕਿਸ ਤਰ੍ਹਾਂ ਤੁਸੀਂ ਕੀਤਾ ਹੈ ਕਿ ਤੁਸੀਂ ਕਿਹੜੇ ਜੋਨਰ ਨੂੰ ਲਿਆ, ਕਿਹੜੇ ਜੋਨਰ ਨੂੰ ਲਿਆ, ਇੰਡੀਵਿਜੂਅਲ ਕੀਤਾ, ਆਨਲਾਈਨ ਕੀਤਾ, ਕੁਐਸਚਨਰ ਤੁਹਾਡਾ ਕੀ ਸੀ ਔਰ ਤੁਹਾਡੀ ਸਿਲੈਕਸ਼ਨ ਜਿਹੜੀ ਸੀ ਜਿੱਥੇ ਤੁਸੀਂ ਕੀਤਾ ਸੈਂਪਲ ਉਹ ਕੀ ਸੀ। ਵੇਰੀਏਸ਼ਨ 2 ਤੋਂ 3% ਤਾਂ ਅਸੈਪਟੇਬਲ ਆ ਜੀ, ਪਰ ਜੇ ਪਿਛਲੇ ਸਾਲਾਂ ਦੇ ਆਪਾਂ ਐਗਜ਼ਿਟ ਪੋਲ ਦੇਖੀਏ ਤਾਂ ਜਿਹੜੀ ਵੇਰੀਏਸ਼ਨ ਆ ਉਹ ਕਈ ਥਾਵਾਂ ਤੇ 5 ਤੋਂ 8 ਤੇ ਈਵਨ 10% ਤੱਕ ਗਈ ਆ, ਜਿਹੜੀ ਕਿ ਇਹਨਾਂ ਦੀ ਕ੍ਰੈਡੀਬਿਲਿਟੀ ਤੇ ਕੁਐਸਚਨ ਮਾਰਕ ਖੜਾ ਕਰਦੀ ਆ। ਸੋ ਹੁਣ ਜਿਹੜੇ ਆਪਾਂ ਦਿਖਾ ਰਹੇ ਹਾਂ ਐਗਜ਼ਿਟ ਪੋਲਸ ਉਹ ਤਾਂ ਤਕਰੀਬਨ ਸਾਰੇ ਇੱਕ ਜਿਹਾ ਰਿਜ਼ਲਟ ਹੀ ਦੱਸਦੇ ਨੇ ਐਕਸੈਪਟ ਫੋਰ ਕਿ ਜਿਹੜਾ ਮਹਾਗਠਬੰਧਨ ਹੈ ਉਹਦੇ ਸੀਟਾਂ 'ਚ ਕਾਫੀ ਫਰਕ ਦਿਖਾ ਰਹੇ ਨੇ। ਜਿਵੇਂ ਪਹਿਲਾਂ ਅਸੀਂ ਵੋਟ ਕਰ ਰਿਹਾ ਕਿ 40 ਦੇ ਕਰੀਬ ਹੈ ਤੇ ਇੱਕ ਥਾਂ
ਥਾਂ ਤੇ 130 31 ਤੱਕ ਵੀ ਪਹੁੰਚ ਜਾਂਦੇ ਨੇ ਜੀ 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 ਔਰ ਕਾਂਗਰਸ ਦੀਆਂ ਜਾਂ ਯੂਪੀਏ ਦੀਆਂ ਸੀਟਾਂ ਤਕਰੀਬਨ ਸਾਰੇ 112 ਤੋਂ ਲੈ ਕੇ 120 25 ਤੱਕ ਦਿਖਾ ਰਹੇ ਨੇ ਔਰ ਐਨਡੀਏ ਦੀਆਂ 287 ਤੋਂ 300 ਸੀਟਾਂ ਦਿਖਾ ਰਹੇ ਨੇ ਪਰ ਇੱਕ ਗੱਲ ਪ੍ਰਭਜੋਤ ਜੀ, ਤੁਹਾਨੂੰ ਲੱਗਦਾ ਨਹੀਂ ਜੇ ਮਹਾਗਠਬੰਧਨ ਨੂੰ ਇੰਨੀਆਂ ਸੀਟਾਂ ਦੇ ਰਹੇ ਨੇ ਫਿਰ ਤਾਂ ਫਿਕਰ ਵਾਲੀ ਗੱਲ ਹੈਗੀ ਹੋਈ ਹੈ ਜੇ ਉਹ ਕਾਂਗਰਸ ਦੇ ਨਾਲ ਰਲ ਜਾਂਦੇ ਨੇ ਤਾਂ? ਦਿਸ ਇਜ਼ ਵਾਟ ਆਮ ਸੇਇੰਗ ਕਿ ਜੇ ਯੂਪੀ ਵਿੱਚ ਮਹਾਗਠਬੰਧਨ ਜਿੰਨੀਆਂ ਸੀਟਾਂ ਇੱਕ ਸਰਵੇ ਕਹਿ ਰਿਹਾ, ਐਗਜ਼ਿਟ ਪੋਲ ਕਹਿ ਰਿਹਾ ਕਿ ਉਹਨੇ ਆ ਜਾਂਦੀਆਂ ਨੇ ਤਾਂ ਡੈਫੀਨੇਟਲੀ ਬਾਕੀ ਐਗਜ਼ਿਟ ਪੋਲਾਂ ਦਾ ਜਿਹੜੀ ਕ੍ਰੈਡੀਬਿਲਿਟੀ ਆ ਜਾਂ ਉਹ ਆ ਉਹਦੇ ਤੇ ਇੱਕ ਕੁਐਸਚਨ ਮਾਰਕ ਜ਼ਰੂਰ ਖੜਾ ਹੋ ਜਾਂਦਾ। ਸੋ ਇਹ ਹੁਣ ਮੈਨੂੰ ਨਹੀਂ ਪਤਾ ਕਿ ਇਹਨਾਂ ਦਾ ਸਰਵੇ 3-4 ਚੀਜ਼ਾਂ ਹੁੰਦੀਆਂ ਨੇ, ਕਰਵਾਇਆ ਕਿਹਨੇ ਤੇ ਕੀਤਾ ਕਿਹਨੇ, ਬਿਲਕੁਲ ਠੀਕ, ਇੰਟੈਂਟ ਜਾਂ ਪਰਪਸ ਕੀ ਸੀ। ਸੋ ਇਹ ਸਾਰੀਆਂ ਗੱਲਾਂ ਦੇਖ ਕੇ ਹੀ ਆਪਾਂ ਕਹਿ ਸਕਦੇ ਹਾਂ। ਠੀਕ ਹੈ, ਆਪਾਂ ਇੱਕ ਵਾਰ ਹੋਰ ਅਨਾਉਂਸ ਆਪਣੇ ਦਰਸ਼ਕਾਂ ਲਈ ਕਰ ਦਈਏ ਜਿਹੜੇ ਐਗਜ਼ਿਟ ਪੋਲ ਸਾਡੇ ਟੀਵੀ ਚੈਨਲ ਤੇ ਚੱਲ ਰਹੇ ਨੇ। ਰਿਪਬਲਿਕ ਤੇ ਸੀ ਵੋਟਰ ਬੀਜੇਪੀ ਨੂੰ ਦਿੰਦਾ ਹੈ 287 ਦੇ ਲਗਭਗ ਔਰ ਕਾਂਗਰਸ ਨੂੰ 128 ਤੇ ਅਦਰਸ ਨੂੰ 127। ਟਾਈਮਸ ਨਾਓ ਕਹਿੰਦੇ ਨੇ ਕਿ 306 ਬੀਜੇਪੀ ਔਰ ਅਦਰ ਪਾਰਟੀਆਂ ਨੂੰ ਮਿਲੇਗਾ, ਕਾਂਗਰਸ ਤੇ ਉਹਦੇ ਨਾਲ ਚੱਲਣ ਦੀਆਂ ਪਾਰਟੀਆਂ ਨੂੰ 142 ਤੇ ਅਦਰਸ ਨੂੰ 94। ਉਸੇ ਤਰ੍ਹਾਂ ਨਿਊਜ਼ ਨੇਸ਼ਨ 282 ਤੋਂ 290 ਦਾ ਅੰਕੜਾ ਜਿਹੜਾ ਐਨਡੀਏ ਨੂੰ ਦਿੰਦਾ ਔਰ ਕਾਂਗਰਸ ਨੂੰ 118 ਤੇ 126। ਔਰ ਇਸੇ ਤਰ੍ਹਾਂ ਇੱਥੇ ਥੋੜੇ ਜਿਹੇ ਅੰਕੜੇ ਬੜੇ ਗੰਭੀਰ ਨੇ, 130 ਤੋਂ 138 ਅਦਰਸ ਨੂੰ ਦਿੱਤਾ ਜਾਂਦਾ। ਜੇ 130 138 ਪਲੱਸ 116 126 ਕਰ ਲਈਏ ਤਾਂ ਨਤੀਜੇ ਹੋਰ ਹੋ ਸਕਦੇ ਨੇ। ਇਸੇ ਤਰ੍ਹਾਂ ਜਨ ਕੀ ਬਾਤ ਜਿਹੜੀ ਏਜੰਸੀ ਹੈ ਉਹ ਕਹਿੰਦੀ ਹੈ ਕਿ 305 ਲਗਭਗ ਐਨਡੀਏ ਲੈ ਕੇ ਜਾਏਗਾ ਔਰ ਯੂਪੀਏ 124 ਤੇ ਉਹਨਾਂ ਨੂੰ ਸਬਰ ਕਰਨਾ ਪਏਗਾ ਔਰ ਇੱਥੇ ਵੀ 113 ਅਦਰਸ ਨੂੰ ਵੱਡਾ ਜਿਹੜਾ ਮਾਰਜਨ ਹੈ ਦਿੱਤਾ ਜਾ ਰਿਹਾ। ਮੈਂ ਤੁਸੀਂ ਕੁਝ ਕਹਿਣਾ ਚਾਹੁੰਦੇ ਸੰਗੇੜਾ ਸਾਹਿਬ, ਫਿਰ ਮੈਂ ਅੱਗੇ ਚਰਚਾ ਮੈਂ ਜਿਹੜੀ ਇੱਕ ਪੋਰਸ਼ਨ ਮੇਰੀ ਗੱਲ ਦਾ ਪ੍ਰਭਜੋਤ ਜੀ ਨੇ ਕਵਰ ਕਰ ਦਿੱਤਾ ਆ ਕਿ ਸੈਂਪਲ ਸਾਈਜ਼ ਦਾ ਆਪਾਂ ਕਿੰਨੀ ਵੇਰੀਏਸ਼ਨ ਹੋਏਗੀ ਉਹ ਵੀ ਭਾਵੇਂ ਐਸਟੀਮੇਟ ਹੀ ਹੁੰਦਾ ਬਟ ਦੈਟ ਇਜ਼ ਕਲੀਅਰ ਨੀਅਰ ਟੂ ਦਾ ਰਿਐਲਿਟੀ। ਉਹ ਇਸੇ ਬੇਸ ਤੇ ਡਿਪੈਂਡ ਕਰਦਾ ਕਿ ਸੈਂਪਲ ਸਾਈਜ਼ ਕੀ ਆ ਔਰ ਕਿਹੜੇ ਕਿਹੜੇ ਸਟੇਟਾਂ ਦੇ ਵਿੱਚੋਂ ਕਿੰਨਾ ਸੈਂਪਲ ਲਿਆ, ਮੀਨਸ ਕੁਆਲਿਟੀ ਆਫ ਸੈਂਪਲ ਸਰਵੇ ਜਿਹੜੀ ਆ ਉਹ ਕੀ ਆ, ਉਹ ਪ੍ਰਭਜੋਤ ਜੀ ਨੇ ਬਿਲਕੁਲ ਕਲੀਅਰ ਕਰਤਾ ਆ। ਨੰਬਰ ਦੂਸਰੀ ਮੈਂ ਗੱਲ ਇਹ ਕਹਿਣੀ ਚਾਹੁੰਦਾ ਆ ਕਿਉਂਕਿ ਹੁਣ ਤਾਂ ਆਪਾਂ ਐਗਜ਼ਿਟ ਪੋਲ ਦੇਖ ਕੇ ਇਹਦੇ ਨਾਲ ਹੀ ਜੇਲ ਆ ਕੇ ਗੱਲ ਕਰ ਰਹੇ ਹਾਂ ਨਾ ਵੀ ਜੇ ਸੱਚੇ ਨਿਕਲ ਜਾਦਾ ਕੀ ਕਾਰਨ ਹੋ ਸਕਦੇ ਆ। ਜਿਸ ਤਰ੍ਹਾਂ ਕਿਹਾ ਕਿ ਬੀਜੇਪੀ ਨੇ ਹਿੰਦੂ ਵੋਟਰ ਨੂੰ ਕਾਫੀ ਪ੍ਰਭਾਵਿਤ ਕਰਨ ਦੀ ਗੱਲ ਕੋਸ਼ਿਸ਼ ਕੀਤੀ ਹੈ ਵੀ ਸ਼ਾਇਦ ਉਹ ਹੋ ਗਿਆ ਜਾਂ ਨਹੀਂ ਹੋ ਗਿਆ। ਇਹਦੇ ਬਾਰੇ ਮੈਂ ਕਹੂੰਗਾ ਕਿ ਹਿੰਦੂ ਵੋਟਰ ਨੂੰ ਪ੍ਰਭਾਵਿਤ ਕਰਨ ਲਈ, ਪੋਲਰਾਈਜ਼ ਕਰਨ ਲਈ ਪਹਿਲੇ ਡੇ 1 ਤੋਂ ਹੀ ਬੀਜੇਪੀ ਕੋਸ਼ਿਸ਼ਾਂ ਕਰਦੀ ਰਹੀ ਆ, ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਕਿੰਨਾ ਕੁ ਪ੍ਰਭਾਵਿਤ ਹੋਇਆ, ਕਿੰਨਾ ਕੁ ਨਹੀਂ ਹੋਇਆ, ਕਿੰਨਾ ਕੁ ਪੋਲਰਾਈਜ਼ ਹੋਇਆ, ਇਹ ਹੁਣ ਇਲੈਕਸ਼ਨ ਸੰਗੜਾ ਸਾਹਿਬ ਹਰ ਪਾਰਟੀ ਨਹੀਂ ਕਰਦੀ, ਕਿਹੜੀ ਪਾਰਟੀ ਨਹੀਂ ਕਰਦੀ? ਹਰ ਪਾਰਟੀ ਕਰਦੀ ਹੈ ਕਿ ਪ੍ਰਭਾਵਿਤ ਕੀਤਾ ਜਾਵੇ। ਨਹੀਂ ਦੇਖੋ ਮੇਰੇ ਵਿਚਾਰ ਦੇ ਅਨੁਸਾਰ, ਆਮ ਆਦਮੀ ਪਾਰਟੀ ਦੇ ਵਿਚਾਰ ਦੇ ਅਨੁਸਾਰ ਅਸੀਂ ਬੀਜੇਪੀ ਨੂੰ ਇਸ ਮਾਮਲੇ 'ਚ ਖਤਰਨਾਕ ਗਿਣਦੇ ਆ ਕਿ ਇਹ ਧਰਮ ਦੇ ਨਾਂ ਤੇ ਰਾਜਨੀਤੀ ਦੇ ਨਾਂ ਤੇ ਇਹਨਾਂ ਨੇ ਪੋਲਰਾਈਜੇਸ਼ਨ ਕੀਤੀ। ਹਿੰਦੂ ਰਾਸ਼ਟਰ ਦਾ ਨਾਰਾ ਬੀਜੇਪੀ ਲਾਉਂਦੀ ਆ, ਭਾਵੇਂ ਕਾਂਗਰਸ ਵੀ ਕੁਝ ਥਾਵਾਂ ਤੇ ਮੁੱਦਿਆਂ ਤੋਂ ਬਿਨਾਂ ਕੁਝ ਇਹਨਾਂ ਚੀਜ਼ਾਂ ਤੇ ਜਾਤ-ਪਾਤ ਦੇ ਨਾਂ ਤੇ ਮੁੱਦੇ ਛੇੜ ਕੇ ਕੁਝ ਵੋਟਾਂ ਬਟੋਰਨ ਦੀ ਕੋਸ਼ਿਸ਼ ਕਰਦੇ ਆ, ਸਿਆਸੀ ਲੋਕ ਕਰਦੇ ਆ। ਇਹ ਇਦਾਂ ਵੋਟਾਂ ਬਟੋਰਨੀਆਂ ਸੌਖੀਆਂ ਹੁੰਦੀਆਂ ਆ, ਇਹ ਲੋਕਾਂ ਦੇ ਮਸਲੇ ਹੱਲ ਕਰਕੇ ਮੈਰਿਟ ਤੇ ਵੋਟ ਲੈਣ ਨਾਲੋਂ ਇਸ ਤਰ੍ਹਾਂ ਦੀਆਂ ਗੱਲਾਂ 'ਚ ਇਨਵੋਲਵ ਕਰਕੇ ਲੋਕਾਂ ਨੂੰ, ਜਿਸ ਤਰ੍ਹਾਂ ਹੁਣ ਪੁਲਵਾਮਾ ਤੇ 20 ਵੋਟ ਪਈ ਹੋਊਗੀ ਜੇ ਆਹ ਸਰਵੇ ਸੱਚੇ ਨਿਕਲਦੇ ਆ। ਕਿਉਂਕਿ ਜੋ ਵੱਡੇ ਕੰਮ ਕੀਤੇ ਆ ਬੀਜੇਪੀ ਨੇ, ਨੋਟਬੰਦੀ ਵਾਲਾ ਜਾਂ ਜੀਐਸਟੀ ਲਾਗੂ ਕਰਨ ਵਾਲਾ ਜਾਂ ਹੋਰ ਕੁਝ ਸੀਗੇ, ਉਹਨਾਂ ਤੇ ਤਾਂ ਵੋਟ ਮੰਗੀ ਨਹੀਂ ਗਈ, ਵੋਟ ਹੋਰਾਂ ਮੁੱਦਿਆਂ ਤੇ ਮੰਗੀ। ਚਲੋ ਆਪਾਂ ਹੁਣ ਗੱਲ ਪੰਜਾਬ ਦੀ ਕਰਦੇ ਹਾਂ। ਤਾਰਨ ਸਾਹਿਬ ਚਾਹੁੰਦਾ ਸੀ ਜੀ, ਜਿਹੜਾ ਸਰਵੇ ਹੈ ਨਾ ਦੂਜੇ ਸਰਵੇ ਨਾਲੋਂ ਇੱਕ ਚੀਜ਼ ਦਾ ਸਾਨੂੰ ਖਿਆਲ ਰੱਖਣਾ ਚਾਹੀਦਾ ਹੈ ਕਿ ਹੁਣ ਵੋਟਾਂ ਪੈ ਚੁੱਕੀਆਂ, ਕੋਈ ਵੀ ਚੈਨਲ ਜਿਹੜਾ ਸਰਵੇ ਦੇਣ ਤੋਂ ਪਹਿਲਾਂ 10 ਵਾਰ ਉਹ ਦੇਖੇਗਾ ਕਿ ਹੁਣ ਉਹਨੂੰ ਨੁਕਸਾਨ ਹੈ ਗਲਤ ਦੇਣ 'ਚ, ਫਾਇਦਾ ਕੋਈ ਨਹੀਂ। ਪਹਿਲਾਂ ਤਾਂ ਹੁੰਦਾ ਨਾ ਵੀ ਕਿਸੇ ਪੋਲੀਟੀਕਲ ਪਾਰਟੀ ਨੂੰ ਖੁਸ਼ ਕਰਨ ਲਈ ਉਹ ਪਹਿਲਾਂ ਦੇ ਦਿੰਦੇ ਤਾਂ ਜੋ ਵੋਟਰਾਂ ਨੂੰ ਪ੍ਰਭਾਵਿਤ ਕਰ ਲਿਆ ਜਾਏ। ਇਹ ਵੱਖਰੀ ਗੱਲ ਹੈ ਕਿ ਕੋਈ ਚੈਨਲ ਬਹੁਤ ਹੀ ਨਲਾਇਕ ਹੈ ਤੇ ਜਿਹਨੇ ਸਰਵੇ ਇਸ ਹਿਸਾਬ ਦਾ ਕਰਾਇਆ ਕਿ ਉਹਦੀ ਕ੍ਰੈਡੀਬਿਲਿਟੀ ਨਾ ਹੋਵੇ ਤੇ ਕਿਹਾ ਨਹੀਂ ਜਾ ਸਕਦਾ। ਪਰ ਇਹਦੇ 'ਚ ਮੰਦ ਭਾਵਨਾ ਨਹੀਂ ਕਹਿ ਸਕਦੇ ਆਪਾਂ, ਕਿਉਂਕਿ ਚੈਨਲ ਨੇ ਵੋਟਾਂ ਪੈ ਚੁੱਕੀਆਂ, ਪਰਸੋਂ ਰਿਜ਼ਲਟ ਆ ਜਾਣੇ। ਚਲੋ ਇੱਕ ਹੋਰ ਸਰਵੇ ਕਲੀਅਰ ਕਰਤਾ ਹੈ ਕਿ ਸੈਂਪਲ ਸਰਵੇ ਇਜ਼ ਆਲਸੋ ਬਿਗ। ਚਲੋ ਆਪਣੇ ਕੋਲ ਹੈਰਾਨ ਕਰਨ ਵਾਲਾ ਇੱਕ ਹੋਰ ਸਰਵੇ ਆ ਗਿਆ ਟਾਈਮਸ ਨਾਓ ਦਾ। ਉਹ ਕਹਿੰਦੇ ਨੇ ਹਰਿਆਣਾ ਦਾ ਸਰਵੇ ਐਗਜ਼ਿਟ ਪੋਲ ਜਿਹੜਾ ਦਿੱਤਾ ਗਿਆ ਉਹ ਸਭ ਤੋਂ ਵੱਧ ਹੈਰਾਨਜਨਕ ਹੈਗਾ। ਬੀਜੇਪੀ 9 ਸੀਟਾਂ ਲੈ ਕੇ ਜਾ ਰਹੀ ਹੈ ਔਰ ਕਾਂਗਰਸ ਸਿਰਫ ਇੱਕ ਤੇ ਉਹਨਾਂ ਨੂੰ ਸਬਰ ਕਰਨਾ ਪਏਗਾ। ਇਹ ਐਗਜ਼ਿਟ ਪੋਲ ਦਿੱਤਾ ਟਾਈਮਸ ਨਾਓ ਨੇ, ਹੁਣੇ ਇਹ ਐਗਜ਼ਿਟ ਪੋਲ ਆਇਆ, ਉਸ ਦੇ ਵਿੱਚ ਹਰਿਆਣਾ ਸਾਡਾ ਗੁਆਂਢੀ ਸੂਬਾ ਹੈ, ਬੀਜੇਪੀ ਨੂੰ 9, ਕਾਂਗਰਸ ਨੂੰ ਸਿਰਫ ਇੱਕ ਨਾਲ ਸਬਰ ਕਰਨਾ ਪਏਗਾ। ਇਹ ਜਿਹੜੇ ਐਗਜ਼ਿਟ ਪੋਲ ਨੇ ਜਿਹੜੇ ਵਾਰ-ਵਾਰ ਆ ਰਹੇ ਨੇ, ਅਸੀਂ ਤੁਹਾਨੂੰ ਦਿਖਾ ਰਹੇ ਹਾਂ ਆਪਣੇ ਚੈਨਲ ਦੇ ਉੱਤੇ ਔਰ ਉਸ ਤੇ ਚਰਚਾ ਵੀ ਕਰ ਰਹੇ ਹਾਂ। ਇੱਕ ਵਾਰ ਫਿਰ ਤੋਂ ਤਾਰਨੀ ਸਾਹਿਬ ਮੈਂ ਤੁਹਾਡੇ ਕੋਲ ਆਉਣਾ, ਹੁਣ ਗੱਲ ਪੰਜਾਬ ਦੀ ਵੀ ਇੱਕ ਵਾਰ ਛੇੜ ਲਈਏ। ਕੀ ਦਾਅਵਾ ਹੈ ਪੰਜਾਬ ਦੇ ਵਿੱਚ ਕਿੰਨੀਆਂ ਸੀਟਾਂ? ਸੋਚ ਸਮਝ ਕੇ ਜਵਾਬ ਦਿਓ। 23 ਤਰੀਕ ਨੂੰ ਨਤੀਜੇ ਆ ਜਾਣੇ ਨੇ, ਫਿਰ ਦੁਬਾਰਾ ਤੁਸੀਂ ਆਓਗੇ ਤਾਂ ਫਿਰ ਸ਼ਰਮਿੰਦਾ ਨਾ ਹੋਣਾ ਪਵੇ। ਬਿਲਕੁਲ ਸ਼ਰਮਿੰਦਾ ਹੋਣ ਵਾਲੀ ਗੱਲ ਨਹੀਂ ਹੈਗੀ ਜੀ। ਮੈਂ ਜਿਹੜਾ ਕੈਪਟਨ ਸਾਹਿਬ ਦਾ ਸਰਵੇ ਹੈਗਾ ਨਾ, ਜਿਹੜਾ ਕੈਪਟਨ ਸਾਹਿਬ ਨੇ ਐਗਜ਼ਿਟ ਪੋਲ ਦਿੱਤਾ ਆਪਣਾ ਪਹਿਲਾਂ ਹੀ 13 ਦਾ ਮਿਸ਼ਨ, ਉਹ ਸਾਹਮਣੇ ਆ ਜਾਊਗਾ ਲੋਕਾਂ ਦੇ ਸਾਹਮਣੇ ਵੀ ਉਹ 13 ਦਾ ਮਿਸ਼ਨ ਦਾ ਕੀ ਹਾਲ ਹੋ ਰਿਹਾ।
ਤੁਸੀਂ ਇੱਕ ਗੱਲ ਮੈਂ ਅੱਜ ਤੁਹਾਡੇ ਚੈਨਲ ਤੇ ਕਹਿ ਰਿਹਾ, ਮੈਂ ਇਹ ਨਹੀਂ ਕਹਿ ਰਿਹਾ ਕਿ ਅਸੀਂ 13 ਦੀਆਂ 13 ਹੀ ਲੈ ਕੇ ਜਾਵਾਂਗੇ, ਬਟ ਬਹੁਤ ਸੰਮਤੀ ਸਾਡੀ ਹੋਊਗੀ। ਕਾਂਗਰਸ ਜਿਹੜੀ ਹੈਗੀ ਆ ਸੈਕੰਡ ਨੰਬਰ ਤੇ ਹੋਊਗੀ। ਨੰਬਰ ਦੱਸੋ ਕਿੰਨੇ? ਨੰਬਰ 8-5 8-5 8 ਤੁਸੀਂ ਮੰਨ ਰਹੇ ਹੋ ਆਪਣੇ, ਔਰ 5 ਆਪਣੇ। ਕਾਂਗਰਸ ਨੂੰ। ਆਮ ਆਦਮੀ ਪਾਰਟੀ ਖਾਲੀ ਅੱਜ ਜਾਏਗੀ? ਖਾਲੀ ਹੱਥ ਜਾਏਗੀ। ਸੰਘੇੜਾ ਸਾਹਿਬ ਦੇਖੋ ਇੱਕੋ ਇੱਕ ਜੀ, ਸੀਟ ਤੇ ਇਸ ਦਾਅਵੇਦਾਰੀ ਤਰ੍ਹਾਂ ਦੀ ਲੱਗੀ ਗੱਲ ਹੋਈ ਹੈ, ਹੈ। ਸੰਗਰੂਰ ਦੇ ਵਿੱਚ ਕਹਿੰਦੇ ਤਾਕ ਲੱਗੀ ਹੋਈ ਹੈ ਆਮ ਆਦਮੀ ਪਾਰਟੀ ਦੀ, ਹੋਰ ਕਿਧਰੇ ਕੁਝ ਨਹੀਂ ਮਿਲਣਾ। ਨਹੀਂ, ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ। ਕਾਂਗਰਸ ਨੇ ਬਹੁਤ ਉੱਪਰੋਂ ਸ਼ੁਰੂ ਕੀਤਾ ਸੀਗਾ। ਕਾਂਗਰਸ ਰੈਗੂਲਰਲੀ ਥੱਲੇ ਨੂੰ ਆਉਂਦੀ ਗਈ ਆ। ਅੱਜ ਦੇ ਦਿਨ ਤੁਸੀਂ ਦੇਖੋ, ਬੜੀ ਦਿਲਚਸਪ ਘਟਨਾ ਹੋਈ ਹੈ ਕਿ ਪਰਸੋਂ ਤਾਂ ਪਹਿਲਾਂ ਸਿੱਧੂ ਸਾਹਿਬ ਨੇ ਕੈਪਟਨ ਸਾਹਿਬ ਦੇ ਖਿਲਾਫ ਬਿਆਨ ਦਿੱਤਾ। ਅੱਜ ਕੈਪਟਨ ਸਾਹਿਬ ਨੇ ਸਿੱਧੂ ਸਾਹਿਬ ਦੇ ਖਿਲਾਫ ਕਿਹਾ ਵੀ ਉਹ ਮੁੱਖ ਮੰਤਰੀ ਬਣਨਾ ਚਾਹੁੰਦੇ ਆ। ਨਾਲ ਉਹਨਾਂ ਨੇ ਕਿਹਾ ਵੀ ਮੈਂ ਰਿਕੁਐਸਟ ਕਰਦਾ ਕੇਂਦਰੀ ਲੀਡਰਸ਼ਿਪ ਜ਼ਰੂਰ ਐਕਸ਼ਨ ਲਊਗੀ ਸਿੱਧੂ ਸਾਹਿਬ ਤੇ, ਕਿਉਂਕਿ ਆ ਡੇ ਬਿਫੋਰ ਇਲੈਕਸ਼ਨ ਉਹਨਾਂ ਨੇ ਇਸ ਤਰ੍ਹਾਂ ਦੀ ਗੱਲ ਕੀਤੀ ਆ। ਇੰਟਰਸਟਿੰਗਲੀ ਮੁੱਖ ਮੰਤਰੀ ਖੁਦ ਔਨ ਦਾ ਡੇ ਆਫ ਇਲੈਕਸ਼ਨ ਗੱਲ ਕਰ ਰਹੇ ਆ। ਸੋ ਇਹਨਾਂ ਚੀਜ਼ਾਂ ਦਾ ਵੀ ਕਾਂਗਰਸ ਪਾਰਟੀ ਨੂੰ ਲਾਸ ਹੋਣਾ ਆ। ਤੁਸੀਂ ਦੇਖੋ ਡੇ ਬਾਏ ਡੇ ਕਾਂਗਰਸ ਦਾ ਗ੍ਰਾਫ ਥੱਲੇ ਨੂੰ ਆਉਂਦਾ ਰਿਹਾ ਆ, ਔਰ ਕਾਂਗਰਸ ਦੇ ਇਸ ਵੋਟ ਲਾਸ ਦਾ ਫਾਇਦਾ ਦੋ ਪਾਰਟੀਆਂ ਨੂੰ ਹੋ ਸਕਦਾ ਆ, ਜਾਂ ਆਮ ਆਦਮੀ ਪਾਰਟੀ ਨੂੰ ਹੋ ਸਕਦਾ, ਜਾਂ ਸ਼੍ਰੋਮਣੀ ਅਕਾਲੀ ਦਲ ਭਾਜਪਾ ਗਠਜੋੜ ਨੂੰ ਹੋ ਸਕਦਾ ਆ, ਕਿਉਂਕਿ ਪੀਡੀਏ ਪਿੱਛੇ ਰਹਿ ਗਿਆ। ਸਵਾਏ ਖਡੂਰ ਸਾਹਿਬ ਵਾਲੀ ਸੀਟ ਤੋਂ ਦੇਖੋ ਕੀ ਬਣਦਾ ਆ। ਧਰਮਵੀਰ ਗਾਂਧੀ ਦਾ ਵੀ ਕਾਫੀ ਪ੍ਰਚਾਰ ਵਧੀਆ ਰਿਹਾ। ਆਪਾਂ ਹੁਣ ਓਪਨਲੀ ਮੈਰਿਟ ਤੇ ਗੱਲ ਕਰ ਰਹੇ ਹਾਂ। ਬਿਲਕੁਲ ਠੀਕ ਹੈ। ਅਦਰਵਾਈਜ਼ ਪੀਡੀਏ ਰੁਲ ਗਿਆ ਆ, ਖਹਿਰਾ ਸਾਹਿਬ ਰੁਲ ਗਏ ਆ, ਕਿਤੇ ਨਹੀਂ ਗਿਣਤੀ 'ਚ ਹੈਗੇ। ਇਹ ਜਿਹੜਾ ਟਕਸਾਲੀ ਅਕਾਲੀ ਦਲ ਸੀਗਾ ਉਹਦੀ ਕੋਈ ਗਿਣਤੀ ਨਹੀਂ, ਉਹਨੂੰ ਟਕਸਾਲੀ ਉਮੀਦਵਾਰ ਹੀ ਕੋਈ ਨਹੀਂ ਲੱਭਾ ਹੈ ਜੀ, ਜਿਹੜਾ ਕਿ ਇੱਕ ਵੀ ਉਮੀਦਵਾਰ ਟਕਸਾਲੀ ਨਹੀਂ ਆਪਣਾ ਲੱਭ ਸਕੇ। ਸੋ ਇਸ ਕਰਕੇ ਤੀਜੀ ਧਿਰ ਆਮ ਆਦਮੀ ਪਾਰਟੀ ਹੈ, ਤੇ ਇਸ ਕਰਕੇ ਇਹਨਾਂ ਦੋਨਾਂ ਪਾਰਟੀਆਂ ਸੀਟਾਂ ਦੀ ਹੋਣੀਆਂ। ਹੁਣ ਉਹ ਉਸ ਤਰ੍ਹਾਂ ਦੇ ਦਾਅਵੇ ਜਿਹੜੇ ਸਾਡੇ ਸਰਵੇ ਸੀਗੇ ਉਹ ਤਾਂ ਹੁਣ ਪਿੱਛੇ ਰਹਿ ਗਏ। ਹੁਣ ਅਸੀਂ ਦੇਖਾਂਗੇ 23 ਤਰੀਕ ਨੂੰ। ਰਠੌੜ ਸਾਹਿਬ ਇਹ ਸਟੇਟਮੈਂਟ ਬੜੀ ਖਤਰਨਾਕ ਰਹੀ ਅੱਜ ਸੀਐਮ ਸਾਹਿਬ ਦੀ ਵੀ। ਇਹ ਹੁਣ ਇਹ ਕਿਹਾ ਜਾ ਰਿਹਾ ਹੈ ਕਿ ਸੰਭਾਵੀ ਆਉਣ ਵਾਲੇ ਗੰਭੀਰ ਨਤੀਜੇ ਕਾਂਗਰਸ ਪਾਰਟੀ ਦੇ ਲਈ ਉਹਨਾਂ ਦਾ ਠੀਕਰਾ ਭੰਨਣ ਦੀ ਤਿਆਰੀ ਕੀਤੀ ਜਾ ਰਹੀ ਹੈ। ਨਵਜੋਤ ਕੌਰ ਸਿੱਧੂ ਨੇ 2 ਦਿਨ ਪਹਿਲਾਂ ਕਿਹਾ ਜਿੰਨਾ ਵੀ ਨੁਕਸਾਨ ਜੇ ਪਾਰਟੀ ਨੂੰ ਹੁੰਦਾ ਹੈ ਤਾਂ ਉਹਦੀ ਜ਼ਿੰਮੇਵਾਰੀ ਕੈਪਟਨ ਅਮਰਿੰਦਰ ਸਿੰਘ ਦੀ ਹੋਏਗੀ। ਕੈਪਟਨ ਅਮਰਿੰਦਰ ਸਿੰਘ ਨੇ ਅੱਜ ਆਪਣੀ ਸਟੇਟਮੈਂਟ ਦੇ ਵਿੱਚ ਕਿਹਾ ਕਿ ਨਵਜੋਤ ਸਿੰਘ ਸਿੱਧੂ ਨੇ ਜਿਹੜੀ ਉਹ ਸਟੇਟਮੈਂਟ ਦਿੱਤੀ ਹੈ, ਕੱਲ ਜਿਹੜੀ ਸਪੀਚ ਦਿੱਤੀ ਹੈ, ਉਹਦਾ ਨੁਕਸਾਨ ਕਾਂਗਰਸ ਦੇ ਉਮੀਦਵਾਰਾਂ ਨੂੰ ਹੋ ਸਕਦਾ ਹੈ ਤੇ ਉਹਦੀ ਜ਼ਿੰਮੇਵਾਰੀ ਸਿੱਧੂ ਦੀ ਹੋਏਗੀ। ਇਹਦਾ ਮਤਲਬ ਕਿ ਤੁਸੀਂ ਪਹਿਲਾਂ ਹੀ ਮੰਨ ਚੁੱਕੇ ਹੋ ਕਿ ਨੁਕਸਾਨ ਹੋਣ ਵਾਲਾ ਹੈ, ਸ਼ਰਮਨਾਕ ਹਾਰ ਹੋਣ ਵਾਲੀ ਹੈ, ਇਸੇ ਲਈ ਠੀਕਰਾ ਭੰਨਣ ਦੀ ਤਿਆਰੀ ਕੀਤੀ ਜਾ ਰਹੀ ਹੈ ਕਿਸੇ ਸਿਰ। ਦੇਖੋ ਹਰਪ੍ਰੀਤ ਜੀ, ਗੱਲ ਇਹ ਹੈ ਕਿ ਅਸੀਂ ਜਿਹੜਾ ਹਰ ਪਾਰਟੀ ਆਪਣੇ ਮਿਸ਼ਨ ਦੀ ਇੱਕ ਕੋਈ ਇਲੈਕਸ਼ਨ ਹੋਵੇ ਸ਼ੁਰੂਆਤ ਕਰਦੀ ਹੈ। ਅਸੀਂ ਨਾਮ ਦਿਆ ਸੀ ਮਿਸ਼ਨ 13, ਔਰ ਅੱਜ ਵੀ ਮੈਨੂੰ ਭਰੋਸਾ ਹੈ ਕਿ ਅਸੀਂ ਮੈਕਸਿਮਮ ਸੀਟਾਂ ਅਸੀਂ ਜਿੱਤਾਂਗੇ, ਮੈਕਸਿਮਮ ਆਫ ਸੀਟਸ। ਕਿ 2 ਦਿਨ ਦੀ ਗੱਲ ਰਹਿ ਗਈ ਹੈ। ਕੋਈ ਫਿਰ ਚਿੰਤਾ ਕੈਪਟਨ ਸਾਹਿਬ ਨੂੰ ਇੰਨੀ ਚਿੰਤਾ ਕਿਉਂ ਆ? ਉਹਨਾਂ ਨੇ ਏਡੀ ਵੱਡੀ ਗੱਲ ਕਹੀ ਕਿ ਜੇ ਨਤੀਜੇ ਮਾੜੇ ਆਉਂਦੇ ਨੇ ਤਾਂ ਉਹਦਾ ਜ਼ਿੰਮੇਵਾਰ ਨਵਜੋਤ ਸਿੰਘ ਸਿੱਧੂ ਹੋਏਗਾ, ਕਿਉਂਕਿ ਇਲੈਕਸ਼ਨ ਤੋਂ ਠੀਕ 1 ਦਿਨ ਪਹਿਲਾਂ ਉਸਨੇ ਜਿਹੜੀ ਸਟੇਟਮੈਂਟ ਦਿੱਤੀ ਹੈ ਉਹ ਪਾਰਟੀ ਦੇ ਲਈ ਬੜੀ ਘਾਤਕ ਹੈ। ਦੇਖੋ ਇਸ ਚੀਜ਼ ਦਾ ਜਿਹੜਾ ਫੈਸਲਾ, ਜਿਹੜੀ ਉਹਨਾਂ ਨੇ ਗੱਲ ਕੀਤੀ, ਕੈਪਟਨ ਸਾਹਿਬ ਦਾ ਕਹਿਣ ਦਾ ਜਿਹੜਾ ਭਾਵ ਸੀਗਾ, ਕੋਈ ਗੱਲ ਹੋਈ ਹੈ, ਅਗਰ ਕੋਈ ਮਿਸਅੰਡਰਸਟੈਂਡਿੰਗ ਹੈਗੀ ਹੈ ਆਪਸ ਦੇ ਅੰਦਰ, ਤਾਂ ਉਹਦਾ ਫੈਸਲਾ ਜਿਹੜਾ ਹੈ ਉਹ ਹਾਈ ਕਮਾਂਡ ਨੇ ਕਰਨਾ ਹੈ। ਔਰ ਸਿੱਧੂ ਸਾਹਿਬ, ਜਿੱਥੇ ਤੱਕ ਸਿੱਧੂ ਸਾਹਿਬ ਦੀ ਗੱਲ, ਦੇਖੋ ਸਾਡੇ ਸਟਾਰ ਕੰਪੇਨਰ ਰਹੇ ਨੇ, ਔਰ 40 ਦਿਨ ਲਗਾਤਾਰ ਉਹਨਾਂ ਨੇ ਘਰ ਤਾਂ ਨਹੀਂ ਬੈਠੇ, 40 ਦਿਨ ਲਗਾਤਾਰ ਉਹਨਾਂ ਨੇ ਆਪਣੇ ਘਰ ਪ੍ਰਚਾਰ ਵੀ ਨਹੀਂ ਕੀਤਾ ਨਾ ਉਹਨਾਂ ਨੇ। ਪੰਜਾਬ 'ਚ ਕਿੱਥੇ ਪ੍ਰਚਾਰ? ਜਿਹੜਾ ਇਸ ਚੀਜ਼ ਦਾ ਫੈਸਲਾ, ਉਹ ਜਿਹੜੀ ਸਾਡੀ ਕਮੇਟੀ ਬਣੀ ਹੋਈ ਹੈ, ਜਿਹੜੇ ਸਟਾਰ ਕੰਪੇਨਰ ਸਾਡੇ ਹੁੰਦੇ ਨੇ, ਉਹਨਾਂ ਨੇ ਫੈਸਲਾ ਕਰਨਾ ਕਿ ਕਿੱਥੇ ਕਿਹੜੇ ਬੰਦੇ ਨੂੰ ਭੇਜਣਾ ਹੈ, ਜਾਂ ਕਿਹੜੀ ਸਟੇਟ ਦੇ ਅੰਦਰੋਂ ਕਿੰਨੀ ਡਿਮਾਂਡ ਕਿਸ ਬੰਦੇ ਦੀ ਆਈ ਹੈ। ਔਰ ਜਿਹੜੀ ਸਾਹਿਬ, ਮੈਨੂੰ ਲੱਗਦਾ ਤੁਸੀਂ ਪ੍ਰੈਸ ਨੋਟ ਪੜ੍ਹ ਕੇ ਨਹੀਂ ਆਏ ਸੀਐਮ ਸਾਹਿਬ ਦਾ, ਜਿਹੜਾ ਹੁਣੇ ਥੋੜੀ ਦੇਰ ਪਹਿਲਾਂ ਰਿਲੀਜ਼ ਕੀਤਾ ਗਿਆ। ਉਹਨਾਂ ਨੇ ਸਾਫ਼ ਸ਼ਬਦਾਂ ਦੇ ਵਿੱਚ ਕਿਹਾ ਕਿ ਨਵਜੋਤ ਸਿੰਘ ਸਿੱਧੂ ਮੈਨੂੰ ਸੀਐਮ ਦੀ ਕੁਰਸੀ ਤੋਂ ਹਟਾ ਕੇ ਆਪ ਸੀਐਮ ਬਣਨਾ ਚਾਹੁੰਦਾ ਹੈ। ਤੁਹਾਡੇ ਸਟਾਰ ਕੰਪੇਨਰ ਦੇ ਖਿਲਾਫ ਤੁਹਾਡੇ ਸਟੇਟ ਦੇ ਮੁੱਖ ਮੰਤਰੀ ਦਾ ਇਹ ਬਿਆਨ, ਉਹ ਕਹਿੰਦੇ ਨੇ ਕਿ ਜੇ ਕੁਝ ਨੁਕਸਾਨ ਹੁੰਦਾ ਹੈ ਤਾਂ ਉਹਦਾ ਜ਼ਿੰਮੇਵਾਰ ਸਿੱਧੂ ਹੋਏਗਾ। ਹਾਈ ਕਮਾਂਡ ਨੂੰ ਮੈਂ ਅਪੀਲ ਕਰਦਾ ਕਿ ਸਿੱਧੂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ। ਤੁਸੀਂ ਹਾਲੇ ਵੀ ਕਹੀ ਜਾਂਦੇ ਹੋ। ਹਰਪ੍ਰੀਤ ਜੀ ਨਾਲ ਇਹ ਵੀ ਕਿਹਾ ਕਿ ਮੈਂ 50 ਸਾਲ ਤੋਂ ਇਸ ਪਾਰਟੀ 'ਚ ਹਾਂ, ਪਾਰਟੀ ਜ਼ਰੂਰ ਕਾਰਵਾਈ ਕਰਦੀ ਹੈ ਜੇ ਕੋਈ ਡਿਸਪਲਿਨ ਕਰੇ, ਇਸ ਕਰਕੇ ਮੈਨੂੰ ਪੂਰੀ ਉਮੀਦ ਹੈ ਕਿ ਸਿੱਧੂ ਤੇ ਜ਼ਰੂਰ ਕਾਰਵਾਈ ਹੋਏਗੀ। ਦੇਖੋ ਕੈਪਟਨ ਸਾਹਿਬ ਸਾਡੇ ਸੂਬੇ ਦੇ ਕੈਪਟਨ ਨੇ, ਔਰ ਪੰਜਾਬ ਕਾਂਗਰਸ ਦੇ ਵੀ ਕੈਪਟਨ ਨੇ। ਅਗਰ ਉਹਨਾਂ ਨੇ ਕੋਈ ਅਜਿਹੀ ਗੱਲ ਹੋਈ ਹੈ, ਕੋਈ ਅਜਿਹੀ ਘਟਨਾ ਹੋਈ ਹੈ, ਜਾਂ ਅਜਿਹਾ ਉਹਨਾਂ ਦੇ ਮਨ 'ਚ ਕੋਈ ਗੱਲ ਆਈ ਹੈ, ਉਹ ਪਾਰਟੀ ਹਾਈ ਕਮਾਂਡ ਨੇ ਫੈਸਲਾ ਕਰਨਾ ਹੈ ਕਿ ਪਾਰਟੀ ਦੇ ਇਨ ਮਸਲਿਆਂ ਦੇ ਬਾਰੇ ਉਹ ਕੀ ਡਿਸਾਈਡ ਕਰਨਗੇ, ਕੀ ਕਾਰਵਾਈ ਹੈ, ਕਿਆ ਉਹਨਾਂ ਦੀ ਮਿਸਅੰਡਰਸਟੈਂਡਿੰਗ ਹੈ। ਔਰ ਬਹੁਤ ਵੱਡੀ ਪਾਰਟੀ ਹੈ, ਮਿਸਅੰਡਰਸਟੈਂਡਿੰਗਾਂ ਹੁੰਦੀਆਂ ਰਹੀਆਂ, ਇਹ ਪਹਿਲਾ ਉਹ ਨਹੀਂ ਹੈ। ਬਿਆਨਬਾਜ਼ੀ ਇੱਕ ਦੂਜੇ ਦੇ ਖਿਲਾਫ ਹੋ ਜਾਂਦੀ ਹੈ, ਲੇਕਿਨ ਮੁੱਖ ਮੰਤਰੀ ਸਾਹਿਬ ਜਿਸ ਤਰ੍ਹਾਂ ਕਿਹਾ ਤੁਸੀਂ 50 ਸਾਲ ਤੋਂ ਪਾਰਟੀ ਦੇ ਅੰਦਰ ਨੇ, ਔਰ ਮੈਂ ਸਮਝਦਾ ਹੈ ਕਿ ਇੱਕ ਮਾਤਰ ਜਿਹੜੇ ਲੀਡਰ ਨੇ ਪੰਜਾਬ ਦੇ, ਅਗਰ ਕਹੀਏ ਤਾਂ ਮੈਨੂੰ ਲੱਗਦਾ ਕੈਪਟਨ ਅਮਰਿੰਦਰ ਸਿੰਘ। ਔਰ ਚਲੋ ਮੈਂ ਇਸ ਤੇ ਚਰਚਾ ਵਧਾਵਾਂਗਾ, ਇੱਕ ਛੋਟੇ ਜਿਹੇ ਬ੍ਰੇਕ ਲਈ ਮੈਨੂੰ ਰੁਕਣਾ ਪਏਗਾ। ਬ੍ਰੇਕ ਤੋਂ ਬਾਅਦ ਵੀ ਸਾਡੇ ਕੋਲ ਕੁਝ ਹੋਰ ਐਗਜ਼ਿਟ ਪੋਲ ਵੀ ਆਏ ਹੋਣਗੇ, ਉਹਦੇ ਵਿੱਚ ਚਰਚਾ ਕਰਾਂਗੇ ਕਿਸ ਨੂੰ ਕਿੰਨੀਆਂ ਸੀਟਾਂ ਮਿਲੀਆਂ ਨੇ। ਇੱਕ ਛੋਟੇ ਜਿਹੇ ਬ੍ਰੇਕ ਲਈ ਇੱਥੇ ਰੁਕ ਰਹੇ ਹਾਂ। ਬ੍ਰੇਕ ਤੋਂ ਬਾਅਦ ਤੁਹਾਨੂੰ ਫਰੈਸ਼ ਜਿਹੜਾ ਐਗਜ਼ਿਟ ਪੋਲ ਆਇਆ ਟਾਈਮਸ ਨਾਓ ਦਾ, ਹਰਿਆਣਾ ਦੇ ਬਾਰੇ ਉਹਨਾਂ ਨੇ ਕਿਹਾ ਕਿ ਬੀਜੇਪੀ 9 ਤੇ ਕਾਂਗਰਸ ਨੂੰ ਸਿਰਫ 1 ਤੇ ਸਬਰ ਕਰਨਾ ਪਏਗਾ। ਛੋਟੇ ਜਿਹੇ ਬ੍ਰੇਕ ਤੋਂ ਬਾਅਦ ਜਲਦ ਹਾਜ਼ਰ ਹੋਣੇ।
ਬ੍ਰੇਕ ਤੋਂ ਬਾਅਦ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਹੈ। ਸਾਡੀ ਖਾਸ ਪੇਸ਼ਕਸ਼ ਜਾਰੀ ਹੈ ਮਿਸ਼ਨ 2000 ਜਿਹੜਾ ਚੱਲ ਰਿਹਾ ਹੈ 21 ਔਰ ਖਾਸ ਤੌਰ ਤੇ ਜਿਹੜੀਆਂ ਗੱਲਾਂ ਸਾਹਮਣੇ ਆ ਰਹੀਆਂ ਨੇ 2019 ਔਰ ਉਸ ਤੋਂ ਇਲਾਵਾ ਇਹ ਵੀ ਗੱਲਾਂ ਕੀਤੀਆਂ ਜਾ ਰਹੀਆਂ ਨੇ ਕਿ ਹੁਣ ਜਿਹੜੇ ਇਹ ਸਰਵੇਖਣ ਆ ਰਹੇ ਨੇ ਇਹਨਾਂ ਤੋਂ ਲੱਗਦਾ ਹੈ ਕਿ ਸ਼ਾਇਦ ਹਵਾ ਪਿਛਲੀ ਵਾਰ ਦੀ ਤਰ੍ਹਾਂ ਹੋਏਗੀ, ਕਿਉਂਕਿ ਜੋ ਐਗਜ਼ਿਟ ਪੋਲ ਨੇ ਉਹ ਐਗਜ਼ਿਟ ਪੋਲ ਹੈਰਾਨ ਕਰਨ ਵਾਲੇ ਨੇ। ਸਾਰੇ ਐਗਜ਼ਿਟ ਪੋਲ ਦੇ ਵਿੱਚ ਇੱਕ ਗੱਲ ਬੜੀ ਸਾਂਝੀ ਹੈਗੀ ਹੈ ਕਿ ਬੀਜੇਪੀ ਅੱਗੇ ਵੱਲ ਜਾ ਰਹੀ ਹੈ, ਸਹਿਯੋਗੀ ਦਲ ਉਹਦੇ ਅੱਗੇ ਵੱਲ ਜਾ ਰਹੇ ਨੇ। ਹਾਲਾਂਕਿ ਕਈ ਥਾਵਾਂ ਤੇ ਝਟਕੇ ਲੱਗਣ ਦੀਆਂ ਵੀ ਖਬਰਾਂ ਹੈਗੀਆਂ ਨੇ, ਜਿਵੇਂ ਆਂਧਰਾ ਦੇ ਵਿੱਚ ਬੀਜੇਪੀ ਦੀ ਕੋਈ ਖਾਸ ਸਫਲਤਾ ਦਿਖਾਈ ਦੇ ਹੀ ਨਹੀਂ ਰਹੀ। ਇਸ ਤੋਂ ਇਲਾਵਾ ਹੋਰ ਬੜੀਆਂ ਥਾਵਾਂ ਨੇ, ਕਿਉਂਕਿ ਜਿੰਨੇ ਐਗਜ਼ਿਟ ਪੋਲ ਜਿਵੇਂ ਆਉਂਦੇ ਜਾਣਗੇ ਉਹ ਤੁਹਾਡੇ ਸਾਹਮਣੇ ਰੱਖਦੇ ਜਾ ਰਹੇ ਹਾਂ। ਸਭ ਤੋਂ ਪਹਿਲਾਂ ਗੱਲ ਅਸੀਂ ਪੰਜਾਬ ਦੀ ਕਰ ਰਹੇ ਸੀਗੇ। ਪ੍ਰੋਫੈਸਰ ਮਨਜੀਤ ਸਿੰਘ ਜੀ, ਪੰਜਾਬ ਦਾ ਸਰਵੇ ਤੁਹਾਨੂੰ ਕੀ ਨਜ਼ਰ ਆਉਂਦਾ? ਇਸ ਤੋਂ ਪਹਿਲਾਂ ਚਲੋ ਇੱਕ ਵਾਰ ਦਰਸ਼ਕਾਂ ਤੇ ਜਾਣਕਾਰੀ ਦੇ ਵਿੱਚ ਵਾਧਾ ਕਰ ਦਈਏ। ਰਿਪਬਲਿਕ ਤੇ ਸੀ ਵੋਟਰ ਬੀਜੇਪੀ ਨੂੰ 287 ਦੇ ਰਿਹਾ, ਕਾਂਗਰਸ ਨੂੰ 128 ਤੇ ਅਦਰਸ ਨੂੰ 127। ਟਾਈਮਸ ਨਾਓ 306 ਦੇ ਰਿਹਾ ਬੀਜੇਪੀ ਨੂੰ, ਕਾਂਗਰਸ ਨੂੰ 142 ਤੇ 94 ਅਦਰਸ ਨੂੰ। ਨਿਊਜ਼ ਨੇਸ਼ਨ 282 ਤੋਂ 290 ਦੇ ਰਿਹਾ ਬੀਜੇਪੀ ਨੂੰ, 118 ਤੋਂ 126 ਦੇ ਰਿਹਾ ਕਾਂਗਰਸ ਨੂੰ ਤੇ ਅਦਰਸ ਨੂੰ 130 ਤੋਂ 138। ਇਸੇ ਤਰ੍ਹਾਂ ਜਨ ਕੀ ਬਾਤ 305 ਦੇ ਰਿਹਾ ਬੀਜੇਪੀ ਨੂੰ, ਕਾਂਗਰਸ ਨੂੰ 124 ਤੇ ਅਦਰਸ ਨੂੰ 113। ਇਹ ਐਗਜ਼ਿਟ ਪੋਲ ਦੇਸ਼ ਦਾ ਮਹਾ ਐਗਜ਼ਿਟ ਪੋਲ ਹੈ ਜਿਹੜਾ ਹੁਣ ਤੱਕ ਚੈਨਲ ਤੇ ਵੱਖ-ਵੱਖ ਏਜੰਸੀਆਂ ਦਾ ਸਾਹਮਣੇ ਆ ਚੁੱਕਿਆ ਹੈ। ਔਰ ਇਸ ਦੇ ਮੁਤਾਬਕ ਜੇਕਰ ਨਜ਼ਰ ਪਾਈ ਜਾਵੇ ਤਾਂ ਇੱਕ ਗੱਲ ਜਿਹੜੀ ਸਾਂਝੇ ਤੌਰ ਤੇ ਨਜ਼ਰ ਆ ਰਹੀ ਹੈ ਉਹ ਐਨਡੀਏ ਦੀ ਹੱਕ ਦੇ ਵਿੱਚ ਨਜ਼ਰ ਆ ਰਹੀ ਹੈ ਕਿ ਹੱਥ ਉੱਪਰ ਜਿਹੜਾ ਉਹ ਐਨਡੀਏ ਦਾ। ਪੰਜਾਬ ਦੀ ਗੱਲ ਕਰਦੇ ਹਾਂ, ਪ੍ਰੋਫੈਸਰ ਮਨਜੀਤ ਸਿੰਘ। ਦੇਖੋ, ਵੈਸੇ ਤੇ ਜਿਹੜੀ ਅਸੀਂ ਕਾਰਵਾਈ ਕਰ ਰਹੇ ਹਾਂ ਨਾ, ਗੈਸਬਾਜੀ ਜਿਹੜੀ ਕਰਦੇ ਹਾਂ, ਤੇ ਮੈਂ ਇਸ ਨੂੰ ਬਹੁਤਾ ਠੀਕ ਨਹੀਂ ਸਮਝਦਾ। ਜੇ ਲੋਕਾਂ ਨੂੰ ਕਿਉਂਕਿ ਇੰਟਰਸਟ ਹੁੰਦਾ ਇਸ ਕਰਕੇ ਕਰਨੀ ਵੀ ਪੈਂਦੀ ਹੈ, ਜਿਸ ਤਰ੍ਹਾਂ ਪੰਡਤ ਨੂੰ ਵਾਸਤੇ ਦਿਖਾਉਣਾ ਹੁੰਦਾ ਨਾ। ਪਰ ਕਿਉਂਕਿ ਗੈਸਬਾਜੀ ਇਸ ਕਰਕੇ ਨਹੀਂ ਕਰਨੀ ਚਾਹੀਦੀ ਕਿ ਵੋਟ ਤੇ ਲੋਕਾਂ ਨੇ ਪਾਈ ਹੈ ਔਰ ਲੋਕਾਂ 'ਚ ਸਾਨੂੰ ਭਰੋਸਾ, ਉਹ ਸਾਡਾ ਤਾਜ ਹੈਗੇ ਆ। ਵੋਟਰ ਦਾ ਇਹ ਦਿਨ ਹੈ, ਇਟਸ ਅ ਵੋਟਰਸ ਡੇ। ਅਸੀਂ ਉਹਨਾਂ ਦੇ ਬਿਹਾਵ ਤੇ ਇੱਥੇ ਕਹੀ ਜਾਂਦੇ ਕਿ ਉਹਨਾਂ ਨੇ ਵੋਟ ਪਾਈ ਕਿ ਨਹੀਂ ਪਾਈ, ਇਹ ਮਤਲਬ ਇੱਕ ਉਹਨਾਂ ਦੀ ਇਨਸਲਟ ਵੀ ਮੈਂ ਮੰਨਦਾ। ਇਸ ਕਰਕੇ ਜਦ ਤੱਕ ਰਿਜ਼ਲਟ ਜਿਵੇਂ ਪ੍ਰੋਫੈਸਰ ਮਨਜੀਤ ਸਿੰਘ ਜੀ, ਤੁਸੀਂ ਵੀ ਲੋਕਾਂ 'ਚ ਵਿਚਰਦੇ ਰਹੇ ਹੋ, ਅਸੀਂ ਵੀ ਲੋਕਾਂ 'ਚ ਵਿਚਰਦੇ ਰਹਿੰਦੇ ਹਾਂ। ਜਦੋਂ ਚਰਚਾ ਹੁੰਦੀ, ਗੱਲਬਾਤ ਹੁੰਦੀ ਹੈ, ਥੋੜਾ ਅੰਦਾਜ਼ਾ ਜ਼ਰੂਰ ਹੋ ਜਾਂਦਾ ਹੈ ਕਿ ਇਹ ਹਵਾ ਕਿੱਧਰ ਵੱਲ ਨੂੰ ਚੱਲ ਰਹੀ ਹੈ। ਜਿਵੇਂ ਵੱਖ-ਵੱਖ ਇਲਾਕੇ, ਜਿਵੇਂ ਪਟਿਆਲਾ 'ਚ ਕਿਹਦੀ ਹਵਾ ਜੀ, ਬਠਿੰਡਾ 'ਚ ਕਿਹਦੀ ਹੈ ਜੀ, ਫਿਰੋਜ਼ਪੁਰ 'ਚ ਕਿਹਦੀ ਹੈ, ਇਸ ਤਰ੍ਹਾਂ ਦੀਆਂ ਗੱਲਾਂ ਤੇ ਆਪਾਂ ਇੱਕ ਪ੍ਰੈਡਿਕਸ਼ਨ ਹੋ ਸਕਦੀ ਹੈ। ਹਾਂ ਪ੍ਰੀਤ ਜੀ, ਮੈਂ ਇੱਕ ਪ੍ਰੈਡਿਕਸ਼ਨ ਕਰ ਦਿੰਦਾ ਕਿ ਜੋ ਧਾਰਨੀ ਸਾਹਿਬ ਕਹਿ ਰਹੇ ਉਹ ਨਹੀਂ ਹੈਗਾ। ਜਿਹੜੀ 8-5 ਦੀ ਇਹ ਕਹਿ ਰਹੇ ਆ ਨਾ ਕਿ 8 ਜਿਹੜੀ ਆ ਅਕਾਲੀ ਦਲ ਨੂੰ ਤੇ 5 ਬਾਕੀ ਸਾਰਿਆਂ ਨੂੰ ਮਿਲਾ ਕੇ, ਇੰਜ ਨਹੀਂ ਹੈਗਾ। ਕਾਂਗਰਸ ਦੀ ਸਰਟਨਲੀ ਮੈਜੋਰਿਟੀ ਸੀਟਸ ਹੋਣਗੀਆਂ, ਇਹ ਮੈਂ ਕਹਿ ਦਿੰਦਾ। ਤੁਸੀਂ ਮੈਨੂੰ ਬਾਅਦ ਚ ਪੁੱਛ ਵੀ ਲਿਓ ਭਾਵੇਂ। ਔਰ ਜਿੱਥੇ ਮੈਂ ਗੈਸ ਲਾਉਣ ਵਾਲੀ ਗੱਲ ਜਿਹੜੀ ਆ, ਚੰਗੀਆਂ ਵੋਟਾਂ ਧਰਮਵੀਰ ਗਾਂਧੀ ਲੈ ਕੇ ਜਾਊਗਾ, ਜੇ ਜਿੱਤਣ ਦੀ ਵੀ ਉਮੀਦ ਹੈਗੀ ਆ। ਜੇ ਹਾਰਿਆ ਵੀ ਤਾਂ ਮਾਰਜਨਲੀ ਰਿਸਪੈਕਟਬਲੀ ਹਾਰੂਗਾ, ਪਰ ਮੈਨੂੰ ਜਿੱਤਣ ਦੀ ਉਮੀਦ ਲੱਗਦੀ ਹੈਗੀ ਹੈ, ਜੋ ਲੋਕਾਂ ਦੀ ਹਵਾ ਹੈਗੀ। ਇਸ ਤਰ੍ਹਾਂ ਚੰਗੇ ਮੁਕਾਬਲੇ, ਤਕੜੇ ਮੁਕਾਬਲੇ ਵਿੱਚ ਭਗਵੰਤ ਮਾਨ ਵੀ ਹੈਗਾ। ਠੀਕ ਹੈ, ਜੋ ਮਰਜ਼ੀ ਕਹੋ। ਬਾਕੀ ਤੁਸੀਂ ਸਾਨੂੰ ਉਮੀਦ ਸੀਗੀ ਵੈਸੇ ਖਡੂਰ ਸਾਹਿਬ ਦੇ ਵਿੱਚ ਵੀ ਕਿ ਬੀਬੀ ਖਾਲੜਾ ਜਿਹੜੀ ਆ ਉਹ ਕਾਫੀ ਜਿੱਦਾਂ ਸ਼ੁਰੂਆਤ ਦੇ ਵਿੱਚ ਸੀ, ਪਰ ਬਾਅਦ ਵਿੱਚ ਲੱਗਦਾ ਕਿ ਜਿੱਥੋਂ ਵੋਟਾਂ ਨੂੰ ਕਨਵਰਟ ਕਰਨਾ, ਐਕਚੁਅਲੀ ਪਵਾਉਣੀਆਂ, ਉੱਥੇ ਆਣ ਕੇ ਦਿੱਕਤਾਂ ਆਉਂਦੀਆਂ। ਇਸ ਤਰ੍ਹਾਂ ਇੱਕ ਸਟੇਬਲ ਵੋਟ ਬੇਸ ਜਿਹੜਾ ਬੈਂਸਾਂ ਦਾ ਵੀ ਹੈਗਾ ਆ, ਉਹ ਵੀ ਇੱਕ ਕੱਟ ਜ਼ਰੂਰ ਮਾਰਨਗੇ, ਪਰ ਜਿੱਤਣ ਵਾਲੀ ਪੋਜੀਸ਼ਨ 'ਚ ਜ਼ਰੂਰੀ ਨਹੀਂ ਉਹ ਹੋਣ, ਪਰ ਉਹ ਵੀ ਇੱਕ ਮੁਕਾਬਲੇ 'ਚ ਹੋਣਗੇ। ਬਾਕੀ ਜਿਹੜੀ ਜਗ੍ਹਾ ਆ 2 ਸੀਟਾਂ ਫਿਰੋਜ਼ਪੁਰ ਵਾਲੀਆਂ ਔਰ ਜਿਹੜੀ ਬਠਿੰਡੇ ਵਾਲੀ ਹੈਗੀ। ਫਿਰੋਜ਼ਪੁਰ 'ਚ ਸੁਖਬੀਰ ਹੁਣਾਂ ਦਾ ਕਾਫੀ ਲੱਗ ਰਿਹਾ, ਜੋ ਹਵਾ ਆ ਰਹੀ ਹੈ, ਕੋਈ ਮੈਂ ਸਰਵੇ ਨਹੀਂ ਕੀਤਾ ਸੀ ਵੋਟਰ ਦੀ ਤਰ੍ਹਾਂ, ਕਿ ਉਹ ਕਾਫੀ ਸਿਕਿਉਰ ਪੋਜੀਸ਼ਨ ਦੇ ਵਿੱਚ ਹੈਗੇ ਆ। ਔਰ ਜਿੱਥੇ ਕਾਫੀ ਇੱਕ ਦੂਜੇ ਨਾਲ ਨੱਕੋ ਨੱਕ ਜਿਹੜੀ ਚੱਲ ਰਹੀ ਸੀ, ਮੈਂ ਬਠਿੰਡੇ ਖੁਦ ਵੀ ਜਾ ਕੇ ਆਇਆ, ਉਹ ਸੀ ਬਠਿੰਡੇ ਦੀ ਸੀਟ। ਔਰ ਉਹ ਅਕਾਲੀ ਦਲ ਲਈ ਵੀ ਤੇ ਕਾਂਗਰਸ ਲਈ ਵੀ। ਖੈਰੇ ਹੋਣੀ ਤੇ ਨਹੀਂ ਕੋਈ ਉੱਥੇ ਬਣ ਨਹੀਂ ਸਕੀ ਗੱਲ ਜਿੰਨੀ ਬਣਨੀ ਚਾਹੀਦੀ ਸੀ। ਬਲਜਿੰਦਰ ਦੀ ਵੀ ਨਹੀਂ ਬਣਨੀ ਓਨੀ ਜਿੰਨੀ ਕੁ ਬਣਨੀ ਚਾਹੀਦੀ। ਵੋਟਾਂ ਟੁੱਟ ਜ਼ਰੂਰ ਜਾਣਗੀਆਂ, ਇੱਧਰ ਉੱਧਰ ਥੋੜੀਆਂ ਹੋ ਜਾਣਗੀਆਂ, ਪਰ ਇਹ ਜਿਹੜੇ 2 ਸਿੱਧਾ ਮੁਕਾਬਲਾ ਹੈਗਾ, ਉਹ ਇੱਕ ਬਹੁਤ ਹੀ ਸਭ ਤੋਂ ਅਹਿਮ ਤੇ ਸਭ ਤੋਂ ਹੌਟ ਸਪੌਟ ਆ ਰਾਜਨੀਤਿਕ ਤੌਰ ਤੇ। ਔਰ ਮੈਨੂੰ ਲੱਗਦਾ ਕਿ ਹੁਣ ਅੱਜ ਦੀ ਜਿਹੜੇ ਕੋਈ ਕਿਸੇ ਨੇ ਐਗਜ਼ਿਟ ਪੋਲ ਉੱਥੇ ਦੇ ਕੀਤੇ, ਹੁਣ ਮੈਂ ਇੰਟਰਸਟਿਡ ਆ ਉਹ ਸੁਣਨ ਵਿੱਚ ਕਿ ਉਹ ਕੀ ਕਹਿ ਰਹੇ ਆ। ਚਲੋ ਆਪਣੇ ਕੋਲ ਪੰਜਾਬ ਦਾ ਵੀ ਆ ਗਿਆ। ਅੱਜ ਤੱਕ ਨੇ ਪੰਜਾਬ ਦਾ ਐਗਜ਼ਿਟ ਪੋਲ ਜਾਰੀ ਕਰ ਦਿੱਤਾ ਔਰ ਉਸ ਐਗਜ਼ਿਟ ਪੋਲ ਦੇ ਵਿੱਚ ਹੈਰਾਨ ਕਰਨ ਵਾਲੇ ਨਤੀਜੇ ਜ਼ਰੂਰ ਆਏ ਨੇ ਔਰ ਇੱਥੇ ਕਾਂਗਰਸ ਨੂੰ ਇੱਕ ਰਾਹਤ ਮਿਲਦੀ ਹੋਈ ਐਗਜ਼ਿਟ ਪੋਲ ਦੇ ਵਿੱਚ ਫਿਲਹਾਲ ਨਜ਼ਰ ਆ ਰਹੀ ਹੈ। ਅੱਜ ਤੱਕ ਦੇ ਮੁਤਾਬਕ ਕਾਂਗਰਸ 8 ਤੋਂ 9 ਸੀਟਾਂ ਲੈ ਕੇ ਜਾ ਸਕਦੀ ਹੈ ਪੰਜਾਬ ਦੇ ਵਿੱਚ। ਬੀਜੇਪੀ ਪਲੱਸ ਅਕਾਲੀ ਦਲ 3 ਤੋਂ 5 ਸੀਟਾਂ ਲੈ ਕੇ ਜਾ ਸਕਦਾ ਹੈ। ਆਮ ਆਦਮੀ ਪਾਰਟੀ 0 ਤੋਂ 1 ਸੀਟ ਲੈ ਕੇ ਜਾ ਸਕਦੀ ਹੈ। ਇਹ ਕਿਆਸ ਰਾਈਆਂ ਜਿਹੜੀਆਂ ਪਹਿਲਾਂ ਸੀਗੀਆਂ ਲਗਭਗ ਉਸੇ ਤਰ੍ਹਾਂ ਦੀਆਂ ਕਿਆਸ ਰਾਈਆਂ ਚੱਲ ਰਹੀਆਂ ਨੇ। ਮੈਂ ਧਾਰਨੀ ਸਾਹਿਬ ਹੁਣ ਤੁਹਾਡੇ ਤੋਂ ਪੁੱਛਣਾ ਚਾਹੁੰਦਾ, ਬੀਜੇਪੀ ਪਲੱਸ ਸੈਡ 3 ਤੋਂ 5 ਦੇ ਰਿਹਾ ਅੱਜ ਤੱਕ ਦਾ ਐਗਜ਼ਿਟ ਪੋਲ। ਦੇਖੋ, ਪਿਛਲੇ ਟਾਈਮ ਦੇ ਵਿੱਚ ਜਿਹੜੀਆਂ ਨਾ ਇਹ ਸਰਵੇ ਹੋਏ ਆ, ਕਿੱਦਣ ਹੋਏ ਆ, ਕੀ ਡਿਊਰਿੰਗ ਇਲੈਕਸ਼ਨ ਪੀਰੀਅਡ ਹੋਏ ਆ ਜਾਂ ਕਦੋਂ ਹੋਏ ਹੈਗੇ ਆ।
ਦੇਖੋ ਮੈਨੂੰ ਇਹ ਨਹੀਂ ਲੱਗਦਾ ਹੈਗਾ ਕਿ 8 ਸੀਟਾਂ ਜਿਹੜੀਆਂ ਹੈਗੀਆਂ ਕਾਂਗਰਸ ਨੂੰ ਆ ਜਾਣਗੀਆਂ, ਕਿਉਂਕਿ ਦੇਖੋ ਪਿਛਲੇ ਟਾਈਮ ਦੇ ਵਿੱਚ 2-3 ਫੈਕਟਰ ਬਹੁਤ ਜਿਹੜੇ ਹੈਗੇ ਆ ਪੰਜਾਬ ਦੇ ਵਿੱਚ ਕੰਮ ਕੀਤਾ ਹੈਗਾ। ਪਹਿਲਾ ਫੈਕਟਰ ਜਿਹੜਾ ਹੈਗਾ ਉਹ ਹੈਗਾ ਸਿੱਧੂ ਔਰ ਕੈਪਟਨ ਸਾਹਿਬ ਦੀ ਆਪਸ ਦੇ ਵਿੱਚ ਧੜੇਬੰਦੀ, ਔਰ ਇੱਕ ਦੂਏ ਤੇ ਲਾਂਛਣਬਾਜ਼ੀ, ਔਰ ਇੱਕ ਦੂਏ ਨੂੰ ਕਿੰਨਾ ਕੁਛ ਇਹਨਾਂ ਨੇ ਬੋਲਿਆ, ਔਰ ਮਿਸਿਸ ਸਿੱਧੂ ਨੇ ਬਹੁਤ ਕੁਛ ਬੋਲਿਆ। ਤੇ ਦੂਜੀ ਗੱਲ ਹੈਗੀ ਆ ਉਸ ਟਾਈਮ ਦੇ ਵਿੱਚ ਸੈਮ ਪਟਰੌਦਾ ਦੀ ਇੱਕ ਜਿਹੜੀ ਹੈਗੀ ਆ ਸਟੇਟਮੈਂਟ ਦਾ ਆਉਣਾ, ਜਿਹਦੇ ਨਾਲ ਜਿਹੜਾ ਹੈਗਾ ਖਾਸ ਤੌਰ ਤੇ ਸਿੱਖ ਵੋਟ ਹੈ ਜਿਹੜੀ ਉਹ ਬਿਲਕੁਲ ਇਹ ਚੇਂਜ ਹੋਈ ਹੈ। ਤੀਜੀ ਗੱਲ ਜਿਹੜੀ ਹੈਗੀ ਆ, ਜੇ ਕਾਂਗਰਸ ਇੰਨੀ ਕਲੀਅਰ ਹੈਗੀ ਸੀ ਤਾਂ ਕਾਂਗਰਸ ਨੂੰ ਇਸ ਤਰ੍ਹਾਂ ਦੇ ਕੰਮ ਨਹੀਂ ਸੀ ਕਰਨੇ ਚਾਹੀਦੇ। ਜਿਵੇਂ ਕਾਂਗਰਸ ਨੇ ਪਿਛਲੇ ਟਾਈਮ ਦੇ ਵਿੱਚ ਕੀ ਕਰਿਆ, ਲਾਸਟ ਉਹਨਾਂ ਨੇ ਗੇਮ ਕਿੱਥੇ ਖੇਡੀ ਹੈ ਜਾ ਕੇ, ਉਹਨਾਂ ਨੇ ਲਾਸਟ ਜਿਹੜੀ ਬਾਜੀ ਹੈਗੀ ਆ ਉਹ ਬਰਗਾੜੀ ਦੇ ਵਿੱਚ ਜਾ ਕੇ ਕਰੀ ਹੈਗੀ ਆ। ਲੋਕਾਂ ਨੂੰ ਇਮੋਸ਼ਨਲੀ ਜਿਹੜਾ ਹੈਗਾ ਮੋਟੀਵੇਟ ਕਰਨ ਵਾਸਤੇ ਉਹਨਾਂ ਦਾ ਲਾਸਟ ਉਹ ਸੀ, ਔਰ ਉੱਤੇ ਉਸ ਪਿੱਚ ਤੇ ਜਾ ਕੇ ਜੋ ਸਿੱਧੂ ਸਾਹਿਬ ਬੋਲ ਕੇ ਉਹਦੇ ਵਿੱਚ ਪਾਇਆ ਹੈ, ਉਹ ਕਾਂਜੀ ਪਾਇਆ ਹੈ, ਉਹ ਸਾਰੀ ਜਿਹੜੀ ਹੈਗੀ ਆ ਲੋਕਾਂ ਦੇ ਸਾਹਮਣੇ ਆਈ ਆ। ਔਰ ਉਸ ਦਾ ਰਿਜ਼ਲਟ ਜਿਹੜਾ ਅੱਜ ਦਾ ਕੈਪਟਨ ਸਾਹਿਬ ਦਾ ਬਿਆਨ ਹੈਗਾ ਹੈ ਨਾ, ਔਰ ਦੂਜਾ ਬਿਆਨ ਤੁਸੀਂ ਸਾਰਿਆਂ ਨੇ ਡਿਸਕਸ ਕੀਤਾ ਹੈ, ਦੂਜਾ ਬਿਆਨ ਸੁਖਜਿੰਦਰ ਸਿੰਘ ਰੰਧਾਵਾ ਦਾ ਵੀ ਆ ਚੁੱਕਿਆ, ਉਹਨਾਂ ਨੇ ਵੀ ਇਹ ਗੱਲ ਕੀਤੀ ਹੈਗੀ। ਇਹ ਅੱਜ ਬਿਆਨ ਜਿਹੜੇ ਹੈਗੇ ਆ ਇਹ ਨਹੀਂ ਸੀ ਆਉਣੇ ਚਾਹੀਦੇ। ਜੇ 8 ਵਾਲੀ ਗੱਲ ਹੁੰਦੀ ਨਾ ਤਾਂ ਕੈਪਟਨ ਬਹੁਤ ਉੱਪਰ ਬੈਠੇ ਹੁੰਦੇ, ਇਸ ਤਰ੍ਹਾਂ ਦੀਆਂ ਗੱਲਾਂ ਨਹੀਂ ਸੀ ਹੋ ਜੇ। ਤੁਹਾਨੂੰ ਲੱਗਦਾ ਕਿ ਉਹ ਘਬਰਾਹਟ ਹੀ ਪੜਦਾ ਪਾਣ ਦੀ ਗੱਲ ਸੀਗੀ, ਇਸੇ ਕਰਕੇ ਇਦਾਂ ਦੇ ਬਿਆਨਬਾਜ਼ੀ ਕੀਤੀ ਹੈ। ਪ੍ਰਭਜੋਤ ਸਿੰਘ ਜੀ, ਇੱਕ ਸਵਾਲ ਮੈਂ ਜਾਣਨਾ ਚਾਹਨਾ, ਇਹ ਜਿਹੜੇ ਸਰਵੇ ਆ ਰਹੇ ਨੇ, ਚਲੋ ਪੰਜਾਬ ਦੀ ਉਹ ਗੱਲ ਕਰ ਲੈਣੇ, ਜਿਸ ਤਰ੍ਹਾਂ ਦਾ ਸਰਵੇ ਬੀਜੇਪੀ ਪਲੱਸ ਸਾਈਡ ਨੂੰ 3 ਤੋਂ 5, ਕਾਂਗਰਸ ਨੂੰ 8 ਤੋਂ 9 ਔਰ ਆਪ ਨੂੰ 1 ਦਿੱਤੀ ਜਾ ਰਹੀ ਹੈ, ਪਰ ਵੋਟ ਫੀਸਦ ਦਾ ਬੜਾ ਧਿਆਨ ਰੱਖਣਾ ਪਏਗਾ। ਪਿਛਲੀ ਵਾਰੀ ਵੋਟ ਫੀਸਦ ਸੀ 70.90% ਵੋਟ ਫੀਸਦ ਹੋਈ ਸੀਗੀ 2014 ਦੇ ਵਿੱਚ, ਔਰ 2019 ਦੇ ਵਿੱਚ ਹਲੇ ਤੱਕ ਇਹ ਅੰਕੜੇ ਕਹਿ ਰਹੇ ਨੇ ਕਿ ਲਗਭਗ 60% ਵੋਟ ਫੀਸਦ ਹੋਈ ਹੈ ਪੂਰੀ, ਔਰ ਅੰਦਾਜ਼ਾ ਇਹ ਲਾਇਆ ਜਾ ਰਿਹਾ ਕਿ ਵੱਧ ਤੋਂ ਵੱਧ 1 ਜਾਂ 2% ਵੱਧ ਸਕਦੀ ਹੈ। ਚਲੋ 62% ਵੀ ਲਾ ਲਈਏ ਤਾਂ ਘੱਟੋ ਘੱਟ 9% ਵੋਟ ਘੱਟ ਪੋਲ ਹੋਈ ਹੈ ਇਸ ਵਾਰ। ਉਹ ਕਿੱਧਰ ਇਸ਼ਾਰਾ ਕਰੇਗੀ ਜਾਂ ਪ੍ਰਭਾਵਿਤ ਕਰੇਗੀ ਨਤੀਜਿਆਂ ਨੂੰ? ਨਹੀਂ ਦੇਖੋ ਹਰਪ੍ਰੀਤ, ਮੈਨੂੰ ਲੱਗਦਾ ਕਿ ਵੋਟ ਪਰਸੈਂਟੇਜ ਫੇਰ 70 ਦੇ ਆਸ-ਪਾਸ ਪਹੁੰਚ ਜਾਏਗੀ, ਕਿਉਂਕਿ ਹਮੇਸ਼ਾ ਹੀ ਪੰਜਾਬ ਦੀ ਜਦੋਂ ਅਸੀਂ ਪਿਛਲੀ ਵਾਰ ਵੀ ਐਨਾਲਿਸਿਸ ਕਰ ਰਹੇ ਸੀ ਤਾਂ 67% ਆ ਰਹੀ ਸੀ, ਜੋ ਅਲਟੀਮੇਟ ਫਾਈਨਲ ਫਿਗਰਸ ਆਏ ਤਾਂ ਆਲਮੋਸਟ 71% ਹੋ ਗਏ ਸੀ। ਲੇਕਿਨ ਪੰਜਾਬ ਵਿੱਚ ਇੱਕ ਗੱਲ ਬੜੀ ਸਪਸ਼ਟ ਜਿਹੜੀ ਦੇਖਣ ਨੂੰ ਆ ਰਹੀ ਹੈ ਕਿ ਜਿਵੇਂ ਇਨੀਸ਼ੀਅਲੀ ਲੱਗਦਾ ਸੀ, ਉਹ ਸਾਰਿਆਂ ਨੂੰ ਲੱਗਦਾ ਸੀ ਕਿ ਕਾਂਗਰਸ ਸ਼ਾਇਦ ਕਲੀਨ ਸਵੀਪ ਮਾਰੇਗੀ ਪੰਜਾਬ ਵਿੱਚ, ਔਰ ਜਾਂ ਪੋਜੀਸ਼ਨ 12 ਸੀਟਾਂ ਲੈ ਜਾਏਗੀ ਜਾਂ 10 ਤੋਂ ਜ਼ਿਆਦਾ ਸੀਟਾਂ ਲੈ ਜਾਏਗੀ, ਔਰ ਅਕਾਲੀਆਂ ਨੂੰ ਲੋਕੀ ਬੀਜੇਪੀ ਨੂੰ ਬਿਲਕੁਲ ਆਊਟਰਾਈਟਲੀ ਬਾਹਰ ਕਰ ਰਹੇ ਸੀ ਔਰ ਆਪ ਨੂੰ ਬਾਹਰ ਕਰ ਰਹੇ ਸੀ। ਲੇਕਿਨ ਜਿਉਂ-ਜਿਉਂ ਇਲੈਕਸ਼ਨਸ ਦਾ ਸਿਸਟਮ ਜਾਂ ਪ੍ਰੋਸੈਸ ਐਕਸ਼ਨ 'ਚ ਆਇਆ, ਇਹ ਸਥਿਤੀ ਚੇਂਜ ਹੁੰਦੀ ਰਹੀ। ਫਰਮ ਕੌਨਫੀਡੈਂਸ ਜਿਹੜੀ ਕਾਂਗਰਸ ਲੈ ਕੇ ਚੱਲੀ ਸੀ, ਉਹ ਪੈਨਿਕ ਤੇ ਆ ਗਈ ਅਖੀਰ ਤੇ। ਤੁਸੀਂ ਦੇਖੋ ਜਿਹੜੇ ਹੁਣ ਬਿਆਨ ਆ ਰਹੇ ਨੇ ਜੀ, ਉਹ ਬਿਲਕੁਲ ਉਹਨਾਂ ਦਾ ਕੌਨਫੀਡੈਂਸ ਜਿਵੇਂ ਲੱਗਦਾ ਕਿ ਕਾਂਗਰਸ ਦਾ ਸ਼ੈਟਰ ਹੋ ਗਿਆ ਆਖਿਰ ਵਿੱਚ ਆ ਕੇ, ਜਦ ਕਿ ਜੇ ਤੁਸੀਂ ਇੱਕ ਵਿਨਿੰਗ ਵੋਟ 'ਚ ਤੁਸੀਂ ਕਰ ਰਹੇ ਹੋ ਤਾਂ ਤੁਹਾਡਾ ਕੌਨਫੀਡੈਂਸ ਵਧਣਾ ਚਾਹੀਦਾ ਸੀ ਕਿ ਤੁਹਾਡੇ ਨਾਲ ਲੋਕ ਜੁੜ ਰਹੇ ਨੇ, ਤੁਸੀਂ ਮੋਟਿਵ ਇਸ਼ੂ ਵੀ ਯੂਜ਼ ਕਰ ਲਏ ਨੇ, ਤੁਸੀਂ ਹੋਰ ਵੀ ਕੁਝ ਕਰ ਲਿਆ ਜੀ। ਲੇਕਿਨ ਇੰਟਰਨਲ ਰਿਫਟ ਔਰ ਹੋਰ ਬਹੁਤ ਸਾਰੇ ਫੈਕਟਰ, ਔਰ ਉਹਦੇ ਨਾਲ ਅਕਾਲੀ ਦਲ ਤੇ ਬੀਜੇਪੀ ਨੇ ਆਪਣੀ ਗਰਾਊਂਡ ਸਿਚੁਏਸ਼ਨ ਔਰ ਗ੍ਰਾਸ ਰੂਟ ਲੈਵਲ ਤੇ ਆਪਣੀ ਪਕੜ ਦੁਬਾਰਾ ਰੀਗੇਨ ਕੀਤੀ ਜਾਪਦੀ ਹੈ ਕਿ ਕਾਫੀ ਸਟਰੋਂਗਲੀ ਉਹਨਾਂ ਨੇ ਇੱਕ ਜਿਹਨੂੰ ਕਹਿੰਦੇ ਨੇ ਕਮ ਬੈਕ ਸਟੇਜ ਕੀਤਾ ਜੀ। ਸੋ ਉਹਦੇ ਨਾਲ ਰਿਜ਼ਲਟਸ ਡੈਫੀਨੇਟਲੀ ਉਹ ਨਹੀਂ ਆ ਰਹੇ ਜਿਹੜੇ ਕਿ ਪਹਿਲਾਂ ਸੋਚੇ ਗਏ ਸੀ, ਅੱਜ ਤੱਕ ਮਹੀਨਾ ਪਹਿਲਾਂ ਸੋਚੇ ਗਏ ਸੀ। ਰਿਜ਼ਲਟਸ ਜ਼ਰੂਰ ਸਰਪ੍ਰਾਈਜ਼ ਕਰਨਗੇ, ਠੀਕ ਹੈ। ਔਰ ਮੈਨੂੰ ਲੱਗਦਾ ਹੈ ਕਿ ਇਹ 8 ਤਾਂ ਕੁਛ ਵੀ ਤੁਸੀਂ ਕਹਿ ਲਓ, 8 ਆਣ ਜਾਂ 5 ਆਣ ਜਾਂ 6 ਆਣ, ਲੇਕਿਨ ਮੁਕਾਬਲਾ ਕਾਫੀ ਅਕਾਲੀ ਦਲ ਨੇ ਬਣਾ ਲਿਆ ਬੀਜੇਪੀ ਨੇ, ਠੀਕ। ਉਹ ਨਹੀਂ ਰਹੀ ਪੋਜੀਸ਼ਨ ਕਿ ਕਾਂਗਰਸ ਵਿਲ ਜਸਟ ਰਨ ਓਵਰ ਦ ਇਲੈਕਸ਼ਨਸ। ਠੀਕ ਹੈ, ਠੀਕ ਹੈ। ਇੱਕ ਹੋਰ ਆਪਣੇ ਕੋਲ ਸਰਵੇ ਆ ਗਿਆ, ਪੰਜਾਬ ਦਾ ਸਰਵੇ, ਟਾਈਮਸ ਨਾਓ ਦਾ ਸਰਵੇ ਹੈਗਾ, ਉਹ ਉਹਨਾਂ ਦਾ ਐਗਜ਼ਿਟ ਪੋਲ ਕਹਿੰਦਾ ਹੈ ਕਿ ਬੀਜੇਪੀ ਨੂੰ ਸੇਮ ਉਸੇ ਤਰੀਕੇ ਨਾਲ 3 ਤੋਂ 5 ਸੀਟਾਂ ਮਿਲ ਸਕਦੀਆਂ ਨੇ, ਕਾਂਗਰਸ ਨੂੰ 7 ਤੋਂ 9 ਸੀਟਾਂ ਮਿਲ ਸਕਦੀਆਂ ਨੇ, ਔਰ ਆਮ ਆਦਮੀ ਪਾਰਟੀ ਨੂੰ 1 ਸੀਟ ਸੰਗਰੂਰ ਤੋਂ ਮਿਲ ਸਕਦੀ ਹੈ। ਇਹ ਟਾਈਮਸ ਨਾਓ ਦਾ ਸਰਵੇ ਹੈਗਾ, ਇਹ ਜਿਹੜਾ ਆਰ ਭਾਰਤ ਔਰ ਟਾਈਮਸ ਨਾਓ ਦਾ ਐਗਜ਼ਿਟ ਪੋਲ ਇਹ ਕਹਿੰਦਾ। ਰਠੌਰ ਸਾਹਿਬ ਕੀ ਕਹਿਣਾ ਚਾਹੋਗੇ? ਤੁਸੀਂ 13 ਦੀਆਂ 13 ਲੈ ਕੇ ਚੱਲੇ ਸੀਗੇ, ਪਰ ਲਗਭਗ ਸਾਰੇ ਸਰਵੇ ਤੁਹਾਨੂੰ 7-8 ਦੇ ਵਿੱਚ ਰੱਖ ਰਹੇ ਨੇ। ਦੇਖੋ ਮੈਂ ਹਰਪ੍ਰੀਤ ਜੀ ਫੇਰ ਉਹੀ ਗੱਲ ਕਰ ਰਿਹਾ, ਇਹ ਸਰਵੇ ਨੇ, ਇਹ ਜਿਹੜਾ ਰਿਜ਼ਲਟ ਆਣਾ, ਰਿਜ਼ਲਟ 23 ਤਰੀਕ ਨੂੰ ਆਣਾ ਹੈ, ਔਰ ਸਾਨੂੰ ਉਮੀਦ ਹੈ ਕਿ ਜਿਹੜਾ ਮਿਸ਼ਨ ਅਸੀਂ ਲੈ ਕੇ ਚੱਲੇ ਸੀ ਉਹਦੇ 'ਚ ਕਾਮਯਾਬ ਹੋਵਾਂਗੇ। ਉਹਦੇ ਕਈ ਫੈਕਟਰ ਨੇ, ਜਿਸ ਤਰ੍ਹਾਂ ਤੁਸੀਂ ਕਿਹਾ ਵੋਟ ਪਰਸੈਂਟੇਜ, ਬਿਲਕੁਲ ਥੋੜੀ ਬਹੁਤ ਵੋਟ ਪਰਸੈਂਟੇਜ ਘਟੇਗੀ, ਔਰ ਇੱਕ ਹੋਰ ਇਹਦੇ 'ਚ ਅਹਿਮ ਗੱਲ ਇਹ ਹੈ ਕਿ ਪਿਛਲੀ ਵਾਰ ਇੱਕ ਬਹੁਤ ਵੱਡਾ ਵੋਟ ਸ਼ੇਅਰ ਸੀਗਾ ਜਿਹੜਾ ਉਹ ਆਮ ਆਦਮੀ ਪਾਰਟੀ ਲੈ ਕੇ ਗਈ ਸੀ, ਜੋ ਇਸ ਵਾਰ ਨਹੀਂ ਹੈ। ਅਗਰ ਉਹ ਵੋਟ ਸ਼ੇਅਰ
ਅਕਾਲੀ ਦਲ ਔਰ ਕਾਂਗਰਸ ਦੇ ਅੰਦਰ ਬਰਾਬਰ ਵੀ ਵੰਡਦਾ ਹੈ ਤਾਂ ਮੈਨੂੰ ਲੱਗਦਾ ਹੈ ਕਿ ਇੱਕ ਤਰਫਾ ਜਿੱਤ ਕਾਂਗਰਸ ਦੀ ਜਿਹੜੀ ਹੈ ਜਿਹੜੇ ਪਾਰਲੀਮੈਂਟ ਦੇ ਇਲੈਕਸ਼ਨਸ ਹੈ ਉਹ ਹੋਏਗੀ। ਔਰ ਜਿਹੜੇ ਬਿਲਕੁਲ ਸਹੀ ਗੱਲ ਹੈ ਇਹਨਾਂ ਦੀ ਜਿਹੜੇ ਰਿਜ਼ਲਟ ਨੇ ਇਹ ਬੜੇ ਚੁਕਾਣੇ ਵਾਲੇ ਰਿਜ਼ਲਟ ਆਉਣ ਵਾਲੇ ਨੇ। ਠੀਕ ਹੈ, ਹਾਂਜੀ ਤੁਸੀਂ ਕੁਝ ਐਡ ਆਨ ਕਰਨਾ ਚਾਹੁੰਦੇ ਹੋ? ਅੱਛਾ, ਆਮ ਆਦਮੀ ਪਾਰਟੀ ਨੂੰ ਇੱਕ ਸੀਟ ਦੋਵੇਂ ਸਰਵੇ ਦੇ ਰਹੇ ਨੇ, ਸੰਤੁਸ਼ਟੀ ਰਹੇਗੀ? ਕਿਉਂਕਿ ਤੁਹਾਡੀਆਂ ਓਪੋਜੀਸ਼ਨ ਪਾਰਟੀਆਂ ਕਹਿੰਦੀਆਂ ਨੇ ਕਿ ਜੇ ਆਮ ਆਦਮੀ ਪਾਰਟੀ ਨੇ ਆਧਾਰ ਬਚਾਉਣਾ ਤਾਂ ਸੰਗਰੂਰ ਜਿੱਤਣਾ ਬੜਾ ਜ਼ਰੂਰੀ ਹੈ, ਨਹੀਂ ਤਾਂ ਆਮ ਆਦਮੀ ਪਾਰਟੀ ਦਾ ਆਧਾਰ ਬਿਲਕੁਲ ਖਤਮ ਹੋ ਨਹੀਂ, ਜਾਣਾ। ਚਲੋ ਸਾਡੀ ਦੂਜੀਆਂ ਪਾਰਟੀਆਂ ਦੇ ਕਹਿਣ ਨਾਲ ਥੋੜੀ ਵੋਟ ਤਾਂ ਲੋਕਾਂ ਨੇ ਪਾਉਣੀ ਹੈ, ਜੋ ਪ੍ਰੋਫੈਸਰ ਮਨਜੀਤ ਸਿੰਘ ਕਹਿ ਰਹੇ ਸੀਗੇ। ਪਰ ਮੈਂ ਇਸ ਗੱਲ ਨੂੰ ਮੰਨਣ ਨੂੰ ਤਿਆਰ ਨਹੀਂ ਹੈ ਵੀ ਕਾਂਗਰਸ ਪਾਰਟੀ ਜਿਹੜੀ ਆ 8-9 ਸੀਟਾਂ ਲੈ ਜਾਏਗੀ। ਜੋ ਮਗਰਲੇ ਦਿਨਾਂ ਵਿੱਚ ਸਾਨੂੰ ਵੀ ਜਦੋਂ ਤੋਂ ਸੁਰਤ ਸੰਭਾਲੀ ਆ ਇਹ ਸਾਰਾ ਸਿਸਟਮ ਦੇਖਦੇ ਆਏ ਆ, ਭਾਵੇਂ ਪੋਲਿਟਿਕਸ ਵਿੱਚ ਨਹੀਂ ਸੀਗੇ ਜੀ, ਪਰ ਜੋ ਅੱਜ ਦੇ ਹਾਲਾਤ ਨੇ ਕਾਂਗਰਸ ਪਾਰਟੀ ਜਿੱਦਾਂ ਡਾਊਨ ਹੁੰਦੀ ਗਈ ਹੈ, ਜੋ ਮੈਂ ਪਹਿਲਾਂ ਕਿਹਾ ਕਿ ਇਹਨਾਂ ਨੇ ਸ਼ੁਰੂ ਹੀ ਉੱਪਰੋਂ ਕੀਤਾ ਆ। ਕਾਂਗਰਸ ਪਾਰਟੀ ਦਾ ਚੁਣਾਵੀ ਵੋਟਾਂ ਬਟੋਰਨ ਦਾ ਮੁੱਖ ਮੁੱਦਾ ਰਿਹਾ ਬਹਿਬਲ ਕਲਾਂ ਗੋਲੀकांड ਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ, ਜੇ ਤੇ ਸ਼੍ਰੋਮਣੀ ਅਕਾਲੀ ਦਲ ਭਾਜਪਾ ਗੱਠਜੋੜ ਨੇ 2-2.5 ਸਾਲ ਕੋਈ ਕਾਰਵਾਈ ਨਹੀਂ ਕੀਤੀ ਤੇ ਇਹ ਕੈਪਟਨ ਅਮਰਿੰਦਰ ਸਿੰਘ ਉਸ ਚੀਜ਼ ਨੂੰ ਹੌਲੀ-ਹੌਲੀ ਕਰਕੇ ਐਂਡ ਤੱਕ ਲੈ ਗਿਆ, ਉੱਥੇ ਜਾ ਕੇ ਸਿਆਸਤ ਖੇਡਣੀ ਸ਼ੁਰੂ ਕਰਤੀ। ਸ਼ੁਰੂ 'ਚ ਲੋਕਾਂ ਤੇ ਬਹੁਤ ਅਸਰ ਹੋਇਆ ਉਸ ਗੱਲ ਦਾ, ਪਰ ਹੌਲੀ-ਹੌਲੀ ਫਿਰ ਉਹ ਗੱਲ ਫਿੱਕੀ ਪੈਣੀ ਸ਼ੁਰੂ ਹੋ ਗਈ ਵੀ ਇਹ ਵੀ ਸਿਆਸਤ ਖੇਡ ਰਹੇ ਆ, ਕਾਫੀ ਹੱਦ ਤੱਕ ਇਸ ਤਰ੍ਹਾਂ ਲੱਗਣ ਲੱਗ ਗਿਆ। ਸੋ ਮੇਰੀ ਉਹੀ ਧਾਰਨਾ ਆ ਕਿ ਇਹ ਜਿਹੜੀ ਵੋਟ ਕਾਂਗਰਸ ਪਾਰਟੀ ਦੀ ਟੁੱਟੇਗੀ ਉਹ ਵੰਡੀ ਜਾਵੇਗੀ ਸ਼੍ਰੋਮਣੀ ਅਕਾਲੀ ਦਲ ਭਾਜਪਾ ਗੱਠਜੋੜ ਤੇ ਆਮ ਆਦਮੀ ਪਾਰਟੀ 'ਚ ਕਿਸ ਰੇਸ਼ੋ 'ਚ ਵੰਡੀ ਜਾਂਦੀ ਆ ਇਹ 23 ਤਰੀਕ ਨੂੰ ਪਤਾ ਲੱਗੂਗਾ। ਤੇ ਬਾਕੀ ਮੈਂ ਦਿੱਲੀ ਦੀ ਉਦਾਹਰਨ ਦੇਣੀ ਚਾਹੁੰਦਾ ਆ, ਉਦੋਂ ਵੀ ਨਹੀਂ ਸਾਹਿਬ ਜੇ ਤੁਸੀਂ ਹੁਣ ਪਾਰਟੀ ਛੱਡਤੀ ਆ ਮੈਂ ਓਏ ਨਾ ਵਿੱਚੋਂ ਕਰੋ, ਮੇਰੇ ਆਪਣੇ ਵਿਚਾਰ ਨੇ ਇੱਥੇ ਪੰਜਾਬ ਬਾਰੇ ਨਹੀਂ, ਮੈਂ ਉਹੀ ਤੁਹਾਨੂੰ ਉਦਾਹਰਨ ਦੇ ਰਿਹਾ। ਉਦੋਂ ਵੀ ਤਾਂ ਕਿਰਨ ਬੇਦੀ ਸਹੁੰ ਚੁੱਕ ਰਹੀ ਸੀਗੀ, ਨਹੀਂ ਉਹ ਸੱਚਾਈ ਹੈ। किरण बेदी जी बयान दे रहे थे कि मैं इतने बजे ऑफिस जाऊंगी, इतने बजे लोगों की शिकायतें सुनूंगी, बला बला जो भी सीगा। सो इस करके ये आप पहले ही कह चुके हैं, दीज एग्जिट पोल्स स्टैटिस्टिकली जिद्दां प्रभजोत जी ने दस्सिया आ स्टैटिस्टिकली डिपेंड करदा ਇਹ ਸਰਵੇ ਜਿਹੜੇ ਆ ਇਹਨਾਂ ਦੇ ਸੈਂਪਲ ਸਾਈਜ਼ ਕਿੱਦਾਂ ਕਲੈਕਟ ਕੀਤਾ ਗਿਆ ਹੈ ਉਹਦੇ ਤੇ ਮੇਰੇ ਕੋਲ ਸਮਾਂ ਘੱਟ ਹੈ। ਇੱਕ ਆਖਰੀ ਸਵਾਲ ਸਾਧੂ ਸਿੰਘ ਬਰਾੜ ਸਾਹਿਬ ਤੁਹਾਡੇ ਤੋਂ, ਜਿਹੜੀ ਗੱਲ ਕਾਂਗਰਸ ਦੀ ਕੀਤੀ ਜਾ ਰਹੀ ਹੈ ਕਿ 8 ਤੋਂ 9 ਸੀਟਾਂ ਜਿਹੜੀਆਂ ਨੇ ਉਹ ਕਾਂਗਰਸ ਲੈ ਸਕਦੀ ਹੈ, ਐਗਜ਼ਿਟ ਪੋਲ ਕਹਿੰਦੇ ਨੇ, ਤਾਂ ਕੀ ਕਹਿਣਾ ਚਾਹੋਗੇ ਫਿਰ? ਦੇਖੋ ਮੈਂ ਇਹਦੀ ਬੈਕਗ੍ਰਾਉਂਡ 'ਚ ਇਹ ਜਾਣਨਾ ਹੈ ਵੀ 5 ਸੀਟਾਂ ਜਿਨ੍ਹਾਂ ਨੂੰ ਆਪਾਂ ਹੌਟ ਗਿਣਦੇ ਆ ਨਾ ਜੀ, ਉਹਨਾਂ 'ਚੋਂ ਤੁਸੀਂ ਜਿਹੜੀ ਸੰਗਰੂਰ ਵਾਲੀ ਉਹ ਤਾਂ ਤਕੋਣਾ ਮੁਕਾਬਲਾ ਉਹਦੇ 'ਚ ਕੁਝ ਵੀ ਹੋ ਸਕਦਾ ਹੈ। ਬਠਿੰਡਾ ਤੇ ਫਿਰੋਜ਼ਪੁਰ ਇਹ ਦੋਨੇ ਅਕਾਲੀ ਦਲ ਦੀਆਂ ਮੰਨ ਕੇ ਚੱਲ ਰਹੇ। ਉਹਦਾ ਕਾਰਨ ਮੈਂ ਤੁਹਾਨੂੰ ਦੱਸਦਾ ਵੀ ਜਿਵੇਂ ਚੇਂਜ ਹੋਈ ਹੈ, ਪਹਿਲਾਂ ਕਾਂਗਰਸ ਆਪਣੇ ਆਪ ਨੂੰ ਹੈਗਾ ਸੀ, ਬਣ ਵੀ ਚੁੱਕਿਆ ਸੀ ਲੋਕਾਂ 'ਚ ਭਰਮ ਕਿ ਕਾਂਗਰਸ ਸਾਰੀਆਂ ਤੇ ਹੁੰਜਾ ਫੇਰ ਜੂ, ਲੇਕਿਨ ਉਹਦਾ ਇਹ ਹੋਇਆ ਕਿ ਪਹਿਲਾਂ ਇਹਨਾਂ ਨੇ ਬਰਗਾੜੀ ਮੋਰਚਾ ਲਵਾਇਆ। ਠੀਕ ਹੈ, ਜਦੋਂ ਵੇਖਿਆ ਅਰਬਨ ਏਰੀਆ 'ਚੋਂ ਵੋਟ ਖਿਸਕ ਰਹੀ ਹੈ, ਅਰਬਨ ਏਰੀਆ ਮੀਨਸ ਹਿੰਦੂ ਵੋਟ ਜੀ, ਇਹਨਾਂ ਨੇ ਉਹ ਮੋਰਚਾ ਚੁਕਵਾਤਾ। ਇਹ ਮੀਡੀਆ 'ਚ ਆਉਣ ਲੱਗ ਪਿਆ ਸੀ। ਜਦੋਂ ਚੁਕਵਾਤਾ ਉਦੋਂ ਵੇਖਿਆ ਕਿ ਮੁੜ ਕੇ ਮੋਦੀ ਦਾ ਇਫੈਕਟ ਜਿਹੜਾ ਉਹ ਹਿੰਦੂ ਵੋਟ ਤੇ ਪੈਣਾ ਸ਼ੁਰੂ ਹੋ ਗਿਆ, ਤਾਂ ਉਧਰ ਨੂੰ ਸਾਰਾ ਖਿਸਕ ਗਿਆ। ਮੁੜ ਕੇ ਬੈਕ 15 ਦਿਨ ਪਹਿਲਾਂ ਫੇਰ ਇਹ ਬੇਅਦਬੀ ਕਾਂਡ ਤੇ ਬਰਗਾੜੀ ਮੋਰਚੇ ਤੇ ਡਟ ਕੇ ਆ ਗਏ। ਹੁਣ ਜਿਹੜੇ ਬਠਿੰਡਾ ਸੀਟ ਆ ਫਰਜ਼ ਕਰ ਲਓ ਜੀ ਜੀ, 5 ਹਲਕੇ ਅਸੈਂਬਲੀ ਦੇ ਇਹਨਾਂ ਨੇ ਜਿੱਤੇ ਸੀ ਆਪ ਵਾਲਿਆਂ ਨੇ, ਉਹਨਾਂ 'ਚੋਂ ਇੱਕ ਤਾਂ ਕਾਂਗਰਸ ਨੂੰ ਚਲਿਆ ਗਿਆ, ਇੱਕ ਖਹਿਰੇ ਨਾਲ ਚਲੇ ਗਿਆ, 3 ਇਹਨਾਂ ਕੋਲੇ ਆ, 3 ਚੋਂ ਇੱਕ ਹਲਕਾ ਇਹੋ ਜਿਹਾ ਐਮਐਲਏ ਹੀ ਗਏ ਆ, ਵੋਟਰ ਥੋੜੀ ਚਲੇ ਗਏ। ਇੱਕ ਮਿੰਟ ਸੁਣ ਲਓ, ਇਹਨਾਂ ਚੋਂ ਇੱਕ ਹਲਕਾ ਇਹੋ ਜਿਹਾ ਜਿਹਦੇ 'ਚ ਸੈਂਕੜੇ ਵੋਟਾਂ ਨਾਲ ਕੋਈ 100 ਵੋਟਾਂ ਨਾਲ ਉਹ ਬੰਦਾ ਅਕਾਲੀ ਦਲ ਤੋਂ ਜਿੱਤਿਆ ਆਪ ਵਾਲਾ। 2 ਹਲਕੇ ਸੀ, ਦੋਨਾਂ ਹਲਕਿਆਂ 'ਚ ਮੈਂ ਨਹੀਂ ਮੰਨਦਾ, ਅੱਜ ਦੇ ਡੇਟ ਕੋਈ ਵੀ ਨਹੀਂ ਮੰਨਦਾ ਕਿ ਆਪ ਨੂੰ ਉਹ ਬੈਕਿੰਗ ਰਹੇਗੀ ਆ ਜਦੋਂ ਕਈ ਥਾਵਾਂ ਤੇ ਖਿੰਡ ਗਈ। ਉਹੀ ਵੋਟ ਜਿਹੜੀ ਉਹ ਪ੍ਰਭਾਵਿਤ ਕਰੇਗੀ। ਛੋਟਾ ਜਿਹਾ ਬ੍ਰੇਕ ਲੈ ਲਈਏ, ਆ ਜਾਂਦੇ ਵਾਪਸ ਆ ਜਾਂਦੇ, ਇੱਕ ਬ੍ਰੇਕ ਲੈ ਲਈਏ, ਵਿਚਾਰ ਚਰਚਾ ਥੋੜੀ ਵਧਾ ਲੈਣੇ। ਛੋਟੇ ਜਿਹੇ ਬ੍ਰੇਕ ਲਈ ਇੱਥੇ ਰੁਕ ਰਹੇ ਹਾਂ। ਬ੍ਰੇਕ ਤੋਂ ਬਾਅਦ ਸਾਡੇ ਕੋਲ ਹੋਰ ਵੀ ਐਗਜ਼ਿਟ ਪੋਲ ਆ ਚੁੱਕੇ ਨੇ, ਖਾਸ ਤੌਰ ਤੇ ਪੰਜਾਬ ਦਾ ਇੱਕ ਹੋਰ ਇੰਟਰਸਟਿੰਗ ਐਗਜ਼ਿਟ ਪੋਲ ਆਇਆ, ਉਸ ਤੇ ਚਰਚਾ ਕਰਾਂਗੇ। ਛੋਟੇ ਜਿਹੇ ਬ੍ਰੇਕ ਤੋਂ ਬਾਅਦ ਜਲਦ ਹਾਜ਼ਰ ਹੋਣੇ। ਬ੍ਰੇਕ ਤੋਂ ਬਾਅਦ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਹੈ। ਵੱਖ-ਵੱਖ ਐਗਜ਼ਿਟ ਪੋਲ ਆ ਰਹੇ ਨੇ ਔਰ ਅੱਜ ਆਖਰੀ ਚਰਨ ਦੀਆਂ ਜਿਵੇਂ ਹੀ ਵੋਟਾਂ ਖਤਮ ਹੋਈਆਂ ਉਸ ਤੋਂ ਬਾਅਦ ਐਗਜ਼ਿਟ ਪੋਲਾਂ ਨੇ ਆਪਣੀ ਪੋਲ ਖੋਲੀ ਹੈ, ਜਿਹੜੀ ਉਹ ਪੋਲ ਖੋਲਣ ਤੋਂ ਬਾਅਦ ਬੜੇ ਹੈਰਾਨੀਜਨਕ ਨਤੀਜੇ ਸਾਹਮਣੇ ਆਏ ਨੇ ਔਰ ਇੱਕ ਗੱਲ ਲਗਭਗ ਸਾਰਿਆਂ ਦੇ ਵਿੱਚ ਸਾਂਝੀ ਹੈ, ਐਨਡੀਏ ਨੂੰ ਉਹ ਫਿਰ ਤਗੜੇ ਹੱਥੀ ਲੈ ਰਹੇ ਨੇ ਕਿ ਇਹ
ਸਰਕਾਰ ਬਣਾਉਣ ਜਾ ਰਿਹਾ ਇੱਕ ਵਾਰ ਫਿਰ ਤੋਂ। ਜੇ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਜਿੰਨੇ ਵੀ ਐਗਜ਼ਿਟ ਪੋਲ ਆਏ ਨੇ ਲਗਭਗ ਇੱਕੋ ਤਰ੍ਹਾਂ ਦੀ ਭਾਸ਼ਾ ਬੋਲ ਰਹੇ ਨੇ। ਇੱਕਾ ਦੁੱਕਾ ਇੱਧਰ ਉੱਧਰ ਕੋਈ ਫਰਕ ਹੋ ਸਕਦਾ, ਪਰ ਲਗਭਗ ਸਾਰੀਆਂ ਦੀ ਇੱਕੋ ਹੀ ਭਾਸ਼ਾ ਨਜ਼ਰ ਆ ਰਹੀ ਹੈ। ਜੇਕਰ ਕੌਮੀ ਤੌਰ ਤੇ ਐਗਜ਼ਿਟ ਪੋਲਾਂ ਤੇ ਨਜ਼ਰ ਪਾਈ ਜਾਵੇ ਤਾਂ ਸੀ ਵੋਟਰ ਤੇ ਰਿਪਬਲਿਕ ਨੇ ਐਨਡੀਏ ਨੂੰ 287 ਸੀਟਾਂ ਦਿੱਤੀਆਂ ਨੇ, ਯੂਪੀਏ ਨੂੰ 128 ਸੀਟਾਂ, ਮਹਾਗਠਬੰਧਨ ਨੂੰ 40 ਅਤੇ ਹੋਰ ਨੂੰ ਦਿੱਤੀਆਂ ਨੇ 87 ਸੀਟਾਂ। ਇਸੇ ਤਰ੍ਹਾਂ ਨਿਊਜ਼ ਨੇਸ਼ਨ ਚੈਨਲ ਦੇ ਸਰਵੇ ਦੇ ਵਿੱਚ ਐਨਡੀਏ ਨੂੰ 282 ਤੋਂ 290 ਸੀਟਾਂ ਮਿਲੀਆਂ ਨੇ ਔਰ ਯੂਪੀਏ ਨੂੰ 118 ਤੋਂ 126 ਸੀਟਾਂ ਔਰ ਮਹਾਗਠਬੰਧਨ ਤੇ ਹੋਰ ਨੂੰ 130 ਤੋਂ 138 ਸੀਟਾਂ। ਇਹ ਨਿਊਜ਼ ਨੇਸ਼ਨ ਚੈਨਲ ਦੇ ਸਰਵੇ ਦੇ ਵਿੱਚ ਐਨਡੀਏ ਨੂੰ 282 ਤੋਂ 290 ਸੀਟਾਂ ਦਿੱਤੀਆਂ ਗਈਆਂ ਨੇ, ਯੂਪੀਏ ਨੂੰ 118 ਤੋਂ 126 ਸੀਟਾਂ, ਮਹਾਗਠਬੰਧਨ ਤੇ ਹੋਰ ਨੂੰ 130 ਤੋਂ 138 ਸੀਟਾਂ। ਇਹ ਐਗਜ਼ਿਟ ਪੋਲ ਸਭ ਤੋਂ ਵੱਧ ਜਿਹੜੀਆਂ ਸੀਟਾਂ ਦੇ ਰਿਹਾ ਉਹ ਥੋੜੇ ਹੈਰਾਨ ਕਰਨ ਵਾਲੀ ਗੱਲ ਹੈਗੀ ਹੈ ਕਿ ਮਹਾਗਠਬੰਧਨ ਨੂੰ ਇੰਨੀਆਂ ਸੀਟਾਂ ਦਿੱਤੀਆਂ ਜਾ ਰਹੀਆਂ ਨੇ। ਟਾਈਮਜ਼ ਨਾਓ ਤੇ VMR ਦੇ ਸਰਵੇ ਦੇ ਵਿੱਚ ਐਨਡੀਏ ਨੂੰ 306 ਸੀਟਾਂ ਦਿੱਤੀਆਂ ਗਈਆਂ ਨੇ, ਯੂਪੀਏ ਨੂੰ 142 ਸੀਟਾਂ ਅਤੇ ਮਹਾਗਠਬੰਧਨ ਤੇ ਹੋਰ ਨੂੰ 94 ਸੀਟਾਂ ਦਿੱਤੀਆਂ ਗਈਆਂ ਨੇ। ਜੇਕਰ ਪੰਜਾਬ ਦੇ ਸਰਵੇ ਤੇ ਨਜ਼ਰ ਪਾਈ ਜਾਵੇ ਤਾਂ ਲਗਭਗ ਸਾਰੇ ਹੀ ਇਹ ਕਹਿ ਰਹੇ ਨੇ ਕਿ ਸ਼੍ਰੋਮਣੀ ਅਕਾਲੀ ਦਲ ਔਰ ਬੀਜੇਪੀ 3 ਤੋਂ 5, ਕਾਂਗਰਸ 7 ਤੋਂ 8, ਅਦਰ 0 ਯਾਨੀ ਕਿ ਆਮ ਆਦਮੀ ਪਾਰਟੀ ਜਾਂ ਆਜ਼ਾਦ ਇੱਕ ਸੀਟ ਜਿੱਤ ਸਕਦੇ ਨੇ। ਹੁਣੇ ਇੱਕ ਹੋਰ ਐਗਜ਼ਿਟ ਪੋਲ ਆਇਆ ABP ਅਤੇ ਨੀਲਸਨ ਦਾ। ਇਹ ਜਿਹੜਾ ਐਗਜ਼ਿਟ ਪੋਲ ਹੈ ਇਹ ਵੀ ਇਹੀ ਭਾਸ਼ਾ ਬੋਲ ਰਿਹਾ ਕਿ ਕਾਂਗਰਸ 7 ਤੋਂ 9 ਸੀਟਾਂ ਲੈ ਕੇ ਜਾ ਸਕਦੀ ਹੈ ਪੰਜਾਬ ਦੇ ਵਿੱਚ, ਸ਼੍ਰੋਮਣੀ ਅਕਾਲੀ ਦਲ ਬੀਜੇਪੀ 3 ਤੋਂ 5, ਆਮ ਆਦਮੀ ਪਾਰਟੀ ਤੇ ਅਦਰ 0 ਕੋਈ ਸੀਟ ਆਮ ਆਦਮੀ ਪਾਰਟੀ ਨਹੀਂ ਜਿੱਤ ਸਕਦੀ ਇਸ ਐਗਜ਼ਿਟ ਪੋਲ ਦੇ ਮੁਤਾਬਕ। ਛੇਤੀ ਰਿਐਕਸ਼ਨ ਲੈਣਾ ਪਏਗਾ ਕਿਉਂਕਿ ਆਪਣੇ ਕੋਲ ਸਮਾਂ ਘੱਟ ਹੈ। ਸੰਗੇੜਾ ਸਾਹਿਬ, ਪਹਿਲਿਆਂ ਦੇ ਵਿੱਚ ਇੱਕ ਸੀਟ ਦਿੱਤੀ ਗਈ ਸੀ, ਤੀਜੇ ਵਿੱਚ ਇੱਕ ਵੀ ਨਹੀਂ ਦਿੱਤੀ ਗਈ। ਨਹੀਂ ਚਲੋ ਉਹ ਤਾਂ ਹਰਪ੍ਰੀਤ ਜੀ ਵੋਟਰਾਂ ਨੇ ਦੇਖਣਾ, ਪੰਜਾਬ ਦੇ ਵੋਟਰਾਂ ਨੇ ਜੋ ਕਿਸਮਤ ਪਰ ਤੁਹਾਨੂੰ ਸੰਗੇੜਾ ਸਾਹਿਬ ਕਿਹੜੀ ਸੀਟ ਤੁਹਾਨੂੰ ਅਜਿਹੀ ਲੱਗਦੀ ਹੈ ਕਿ ਤੁਸੀਂ ਬੜੇ ਸੌਖੇ ਤਰੀਕੇ ਨਾਲ ਭਗਵੰਤ ਮਾਨ ਤੱਕ ਨਾਲ ਤਾਂ ਕਿਸੇ ਮੁਕਾਬਲਾ ਹੀ ਨਹੀਂ ਹੈ। ਬਰਾੜ ਸਾਹਿਬ ਨੇ ਕਹਿਤਾ ਤਕੋਨਾ ਮੁਕਾਬਲਾ, ਬਰਾੜ ਸਾਹਿਬ ਕਿੱਥੇ ਆ ਸੰਗਰੂਰ ਚ ਤਕੋਨਾ ਮੁਕਾਬਲਾ? ਮੈਨੂੰ ਤਾਂ ਕਿਤੇ ਦਿਸਿਆ ਨਹੀਂ। ਮੈਂ ਵੀ ਸਾਰੇ ਪੰਜਾਬ ਚ ਜਾਂਦਾ ਰਿਹਾ, ਉੱਥੇ ਕਲੀਅਰ ਕੱਟ ਭਗਵੰਤ ਮਾਨ ਜੀ ਕਾਫੀ ਅੱਗੇ ਜਾ ਰਹੇ ਆ। ਦੂਸਰੇ ਨੰਬਰ ਤੇ ਪਰਮਿੰਦਰ ਢੀਂਡਸਾ ਜੀ ਆ। ਢਿੱਲੋਂ ਸਾਹਿਬ ਦੀ ਤਾਂ ਉੱਥੇ ਮੂਵ ਜਿਹੜੀ ਆ ਕੰਪੇਨ ਚੱਲ ਹੀ ਨਹੀਂ ਸਕੀ ਚੰਗੀ ਤਰ੍ਹਾਂ, ਉਹਦਾ ਆਪਣੇ ਆਪ ਉਹਨਾਂ ਦੇ ਐਕਸ਼ਨਸ ਤੋਂ ਹੀ ਦੇਰ ਲੱਗਦਾ ਹੈ ਵੀ ਸਾਰਾ ਉਹ ਹਾਰ ਮੰਨ ਚੁੱਕੇ ਆ। ਪਰ ਸਾਧੂ ਸਿੰਘ ਬੜਾ ਵਧੀਆ ਪਰਫਾਰਮ ਕਰ ਰਹੇ ਆ। ਪਟਿਆਲੇ 'ਚ ਵੀ ਸਾਡੀ ਕਾਰਗੁਜ਼ਾਰੀ ਠੀਕ ਹੈ, ਬਠਿੰਡੇ 'ਚ ਵੀ ਮੈਂ ਤਾਂ ਕਹਿੰਦਾ ਅਸੀਂ ਸਾਡਾ ਕੰਮ ਜਿਹੜਾ ਠੀਕ ਚੱਲ ਰਿਹਾ ਹੈ। ਸੋ ਅਨੰਦਪੁਰ ਸਾਹਿਬ 'ਚ ਵੀ ਠੀਕ ਹੈ। ਹਾਂਜੀ ਨਹੀਂ ਚਲੋ ਇਹ ਤੁਸੀਂ ਦੇਖੋ ਗੱਲ ਸੁਣੋ, ਤੁਸੀਂ ਤਾਂ ਆਪਣਾ ਪ੍ਰੈਸ ਨੋਟ ਵੀ ਨਹੀਂ ਪੜ੍ਹ ਕੇ ਆਏ। ਮੈਂ ਤਾਂ ਤੁਹਾਨੂੰ ਕਹਿਤਾ, ਮੈਂ ਤਾਂ ਸਭ ਤੋਂ ਪਹਿਲਾਂ ਸ਼ੁਰੂਆਤ 'ਚ ਕਿਹਾ ਸੀਗਾ ਵੀ ਅੱਜ ਕਿਆਫੇ ਲਗਾਉਣ ਦਾ ਕੋਈ ਪਰਪਸ ਨਹੀਂ ਹੈਗਾ, ਆਪਾਂ ਅੰਦਾਜ਼ੇ ਲਗਾ ਸਕਦੇ ਆ ਨਾ। ਜਿਹੜੇ ਆ ਸਰਵੇ ਵੀ ਆ ਉਹਦੇ ਵਿੱਚ ਵੀ ਮੈਂ ਪ੍ਰਭਜੋਤ ਜੀ ਨੇ ਇੱਕ ਸਾਇੰਟੀਫਿਕ ਗੱਲ ਕੀਤੀ ਆ ਜਿਹੜੀ ਕਿ ਸਟੈਟਿਸਟਿਕਲੀ ਕਰੈਕਟ ਹੈ ਕਿ ਇਹ ਸੈਂਪਲ ਸਰਵੇ ਦਾ ਸਾਈਜ਼ ਕੀ ਹੈ ਔਰ ਹਾਊ ਇਟ ਹੈਜ਼ ਬੀਨ ਟੇਕਨ। ਇਹ ਇੱਕ ਟੈਕਨੀਕਲ ਚੀਜ਼ ਆ, ਫਿਰ ਇਹਨੂੰ ਸਾਇੰਟੀਫਿਕ ਸਰਵੇ ਕਹਾਂਗੇ, ਫਿਰ ਇਹਦੀ ਵੈਲਿਊ ਹੋਊਗੀ। ਠੀਕ ਹੈ ਪਰ ਇੱਕ ਗੱਲ ਥੋੜੀ ਜਿਹੀ ਜੇ ਪੰਜਾਬ ਦੇ ਸੰਦਰਭ ਚ ਇਸ ਦੇਖੀਏ, 3 ਸਰਵੇ ਹੁਣ ਤੱਕ ਆਏ ਨੇ, ਤਿੰਨਾਂ ਨੇ ਲਗਭਗ ਉਹੀ ਸਿਚੁਏਸ਼ਨ ਦੱਸੀ ਹੈ, ਐਗਜ਼ੈਕਟਲੀ ਉਹੀ ਦੱਸੀ ਹੈ ਜਿਹੜੀ ਅਸੀਂ ਆਪਾਂ ਚਰਚਾ ਕਰ ਰਹੇ। ਕੋਈ ਫਰਕ ਨਹੀਂ ਨਹੀਂ ਉਹਦੇ ਚ ਮੈਂ ਕਹਿੰਦਾ, ਮੈਂ ਦੇਖੋ ਹਰਪ੍ਰੀਤ ਜੀ, ਮੈਂ ਦੇਖੋ ਆਪਣੀ ਜਜਮੈਂਟ ਆ, ਸਾਡੀ ਪਾਰਟੀ ਦੀ ਆਪਣੀ ਜਜਮੈਂਟ ਆ। ਅਸੀਂ ਪਹਿਲਾਂ ਜੋ ਸਰਵੇ ਕੀਤੇ ਸੀਗੇ ਮੈਂ ਉਹਨਾਂ ਨੂੰ ਹੁਣ ਨਹੀਂ ਦੁਹਰਾ ਰਿਹਾ ਕਿਉਂਕਿ ਵੋਟਿੰਗ ਹੋ ਗਈ ਆ। ਮੈਂ ਹੁਣ ਪਰ ਮੇਰੀ ਇੱਕ ਗੱਲ ਦੀ ਜ਼ਰੂਰ ਧਾਰਨਾ ਜਿਹੜੀ ਮੈਂ ਪਹਿਲਾਂ ਰਿਪੀਟ ਕੀਤੀ ਹੈ ਵੀ ਸਾਡੇ ਹਿਸਾਬ ਨਾਲ ਕਾਂਗਰਸ ਰੁਲ ਗਈ ਆ, ਉਹਨੂੰ 7 ਤੋਂ 9 ਸੀਟਾਂ ਨਹੀਂ ਆਉਣੀਆਂ। ਉਹਦਾ ਲਾਭ ਸ਼੍ਰੋਮਣੀ ਅਕਾਲੀ ਦਲ ਭਾਜਪਾ ਗੱਠਜੋੜ ਨੂੰ ਹੋਣਾ ਜਾਂ ਸਾਨੂੰ ਹੋਣਾ, ਇੱਥੇ ਗੱਲ ਖੜੀ ਆ। ਐਕਸਪਰਟ ਦੀ ਮੈਡਮ ਜੀ ਗੱਲ ਹਾਂਜੀ ਅੱਛਾ, ਮੈਨੂੰ ਇਹ ਲੱਗਦਾ ਕਿ ਭਗਵੰਤ ਮਾਨ ਦੇਖੋ ਉਹਨਾਂ ਦਾ ਸਰਵਾਈਵਲ ਦਾ ਸਵਾਲ ਹੈ। ਜੇ ਉਹ ਸੀਟ ਐਟ ਰਿਸਕ ਹੈ ਜਿਵੇਂ ਤੁਸੀਂ ਲੇਟੈਸਟ ਸਰਵੇ ਦੱਸਦੇ ਆ, ਤੇ ਸਮਝ ਲਓ ਕਿ ਆਮ ਆਦਮੀ ਪਾਰਟੀ ਦਾ ਪੰਜਾਬ ਵਿੱਚ ਸਰਵਾਈਵਲ ਜਿਹੜਾ ਉਹ ਬਹੁਤ ਔਖਾ ਹੋ ਜੂ। ਇਸ ਲਈ ਵਿੱਚ ਇਹੋ ਹੀ ਕਰਨਾ ਚਾਹੀਦਾ ਆ ਕਿ ਜੇ ਭਗਵੰਤ ਮਾਨ ਇੱਥੇ ਜਿੱਤਦਾ ਹੈ ਤੇ ਇੱਕ ਬੂਟਾ ਲੱਗਾ ਰਹੂ ਇੱਕ ਨਵੀਂ ਜਿਹੜੀ ਪਾਰਟੀ ਦਾ। ਅਦਰਵਾਈਜ਼ ਇਹ ਇੱਕ ਆਪਣੇ ਆਪ ਚ ਬੜੀ ਕੋਈ ਗੱਲ ਨਹੀਂ। ਬਿਲਕੁਲ ਨਹੀਂ ਪਾਰਟੀਆਂ ਇਦਾਂ ਨਹੀਂ ਖਤਮ ਨਹੀਂ ਹੁੰਦੀਆਂ, ਨਾਲ ਸਾਡੇ ਵਿਸ਼ ਕਰਨ ਨਾਲ ਥੋੜੀ ਭਗਵੰਤ ਨੇ ਜਿੱਤਣਾ ਫੈਸਲਾ ਤਾਂ ਹੋ ਚੁੱਕਾ ਹੈ, ਕਲੀਅਰ ਹੋਣਾ ਤੇ ਠੀਕ ਹੈ ਵੋਟਰਾਂ ਦੀਆਂ ਵੋਟ ਪੈ ਚੁੱਕੀਆਂ। ਠੀਕ ਹੈ ਨਾ, ਮੈਂ ਘਟਾ ਵੀ ਨਹੀਂ ਰਿਹਾ, ਮੈਂ ਵਧਾ ਵੀ ਨਹੀਂ ਰਿਹਾ, ਮੈਂ ਤੇ ਗੱਲ ਹੀ ਕਰ ਰਿਹਾ। ਮੇਰਾ ਛੱਡ ਗਿਆ ਸੀ ਤੁਸੀਂ ਥੋੜੀ ਵਧਾਓ। ਮੇਰਾ ਕੋਲ ਜਿਹੜਾ 3 ਤੋਂ 5 ਵਾਲਾ ਆ ਜਿਹੜਾ ਤੁਸੀਂ ਅਕਾਲੀ ਦਲ ਬੀਜੇਪੀ ਨੂੰ ਦਿੰਦੇ ਆ, ਇਟ ਵਿਲ ਬੀ ਅ ਬਿਗ ਕਮਬੈਕ। ਠੀਕ ਹੈ, ਉਹ ਜਿਹੜਾ ਅਦਰਵਾਈਜ਼ ਜਿਹੜਾ ਹਾਂਜੀ 5 ਸੀਟਾਂ 3 ਤੋਂ 5 ਸੀਟਾਂ ਆਉਂਦੀਆਂ ਨੇ, ਸੰਤੁਸ਼ਟੀ ਰਹੇਗੀ। ਨਹੀਂ ਦੇਖੋ ਮੈਂ ਤੁਹਾਨੂੰ ਜਿਹੜੀ ਸਟੈਟਿਕਸ ਦੀ ਗੱਲ ਕੀਤੀ ਹੈ, ਪ੍ਰਭਜੋਤ ਜੀ ਨੇ ਵੀ ਕੀਤੀ ਹੈ, ਇਹਨਾਂ ਨੇ ਵੀ ਕੀਤੀ ਹੈ। ਮੈਂ ਤੁਹਾਨੂੰ ਸਟੈਟਿਕਸ ਦੱਸਦਾ ਕਿ ਪਿਛਲੇ ਜਿਹੜੀ ਅਸੈਂਬਲੀ ਇਲੈਕਸ਼ਨ ਹੋਈ ਨਾ, ਉਸ ਅਸੈਂਬਲੀ ਇਲੈਕਸ਼ਨ ਦੇ ਵਿੱਚ 37% ਵੋਟ ਜਿਹੜੀ ਹੈਗੀ ਆ ਕਾਂਗਰਸ ਨੂੰ ਪੋਲ ਹੋਈ ਸੀ ਔਰ 31% ਸ਼੍ਰੋਮਣੀ ਅਕਾਲੀ ਦਲ ਨੂੰ ਹੋਈ ਸੀ, 31.5% ਸ਼ਾਇਦ ਜੀ, ਤੇ ਔਰ ਆਮ ਆਦਮੀ ਪਾਰਟੀ ਨੂੰ ਹੋਈ ਸੀ 23% ਵੋਟ ਜ਼ਿਆਦਾ। ਉਸ ਟਾਈਮ ਦੇ ਵਿੱਚ ਇੰਨਾ ਜਦੋਂ ਮਤਲਬ ਇੰਨਾ ਕੂੜ ਪ੍ਰਚਾਰ ਦੋਵੇਂ ਪਾਰਟੀਆਂ ਵੱਲੋਂ ਕੱਲਾ ਸ਼੍ਰੋਮਣੀ ਅਕਾਲੀ ਦਲ ਦੇ ਖਿਲਾਫ ਕਰਿਆ ਵਾ ਸੀ ਤਾਂ ਸਿਰਫ 6% ਦਾ ਫਰਕ ਸੀ। ਅੱਜ ਜਿਹੜਾ ਹੈਗਾ ਆਮ ਆਦਮੀ ਪਾਰਟੀ ਦੇ ਕਿਤੇ ਹੈ ਹੀ ਨਹੀਂ, ਕਿਸੇ ਲਾਈਨ ਦੇ ਵਿੱਚ ਹੈ ਨਹੀਂ।
ਉਹ ਲੋਕ ਜਿਹੜੇ ਬਰਗਲਾਏ ਵੇ ਜਿਹੜੇ ਹੈਗੇ ਸੀ ਉਹ ਆਮ ਆਦਮੀ ਪਾਰਟੀ ਵੱਲ ਨੂੰ ਗਏ ਸੀ, ਉਹ ਸਾਰੇ ਦੇ ਸਾਰੇ ਵਾਪਸ ਆਉਣ ਕਰਕੇ ਤੁਸੀਂ ਦੇਖ ਲਿਓ ਕਿ ਇਹ ਜਿਹੜੇ, ਕਿਉਂਕਿ ਇੱਕ ਤਾਂ ਇਹ ਹੈਗਾ ਕਿ ਪੰਜਾਬ ਦਾ ਜਿਹੜਾ ਐਗਜ਼ਿਟ ਪੋਲ ਹੈਗਾ ਨਾ, ਇਹ ਬਹੁਤ ਅਰਲੀ ਹੋਇਆ, ਬਹੁਤ ਫਾਸਟ ਹੋਇਆ, ਕਿਉਂਕਿ ਅੱਜ ਇਲੈਕਸ਼ਨ ਹੋਈ, ਅੱਜ ਹੀ ਇਹ ਆ ਗਿਆ। ਤੁਸੀਂ ਦੇਖਿਓ ਕਿ ਇਹ end ਦੇ ਜਿਹੜੇ ਵਿੱਚ ਤੁਹਾਡੇ ਕਹਿਣ ਦਾ ਬਿਲਕੁਲ ਮਤਲਬ ਚੇਂਜ ਹੈ ਵੀ ਹੋਣਗੇ, ਹਾਲਾਤ ਨਹੀਂ ਬਿਲਕੁਲ ਹਾਲਾਤ ਚੇਂਜ ਹੋਣਗੇ ਜੀ। ਨਹੀਂ, ਤੁਹਾਡੇ ਸਾਹਮਣੇ ਮੈਂ ਤੁਹਾਨੂੰ ਸਟੈਟਿਕਸ ਦੱਸਦੇ, ਠੀਕ ਹੈ, ਤੁਸੀਂ ਉਸ ਦੇ ਹਿਸਾਬ ਨਾਲ ਹੀ ਹੋ। ਸਮਾਂ ਘੱਟ ਹੈ, ਸਮਾਂ ਘੱਟ ਹੈ, ਮੇਰੇ ਕੋਲ ਮੈਂ ਪ੍ਰਭਜੋਤ ਜੀ ਦਾ ਰਿਐਕਸ਼ਨ ਵੀ ਲੈਣਾ ਘੱਟ ਨਹੀਂ ਹੈਗਾ। ਮੈਂ ਇਹ ਕਹਿਣਾ ਜਿਹੜੇ ਧਾਰਨੀ ਜੀ ਕਹਿ ਰਹੇ ਇਹਨਾਂ ਨੂੰ ਥੋੜਾ ਰਿਵਾਈਜ਼ ਕਰ ਲੈਣਾ ਚਾਹੀਦਾ ਆ ਕਿ 2 ਧੱਕੇ ਵੀ ਲੱਗੇ ਆ ਵਿੱਚ। ਕੱਲਾ ਤੁਸੀਂ ਪਿਛਲੇ ਸਟੈਟਿਸਟਿਕਸ ਨਾ 1914 ਦੇ ਲਾਓ, ਇੱਕ ਜਿਹੜਾ ਪਾਰਟੀ ਦੇ ਵਿੱਚ ਉਹਦੀ ਬ੍ਰਹਮਪੁਰਾ ਤੇ ਢੀਂਡਸਾ ਤੇ ਇਹਨਾਂ ਦਾ ਧੱਕਾ ਲੱਗਾ, ਨਹੀਂ, ਉਹਨਾਂ ਕੋਲ ਤਾਂ ਕੈਂਡੀਡੇਟ ਵੀ ਨਹੀਂ ਹੈਗਾ, ਉਹਨਾਂ ਕੋਲ ਇੱਕ ਕੈਂਡੀਡੇਟ ਵੀ ਨਹੀਂ ਹੈਗਾ, ਧੱਕਾ ਕਿਹੜਾ ਲੱਗ ਗਿਆ ਉਹਨਾਂ ਦੇ ਨਾਲ, ਉਹਦਾ ਸਮਕਾ ਵਧੀਆ ਗਏ, ਉਹ ਹੀ ਤਾਂ ਖਰਾਬ ਕਰ ਰਹੇ ਸੀ, ਉਹੀ ਸਾਰਾ ਕੁਝ ਖਰਾਬ ਕਰ ਰਹੇ ਧਾਰਨੀ ਸਾਹਿਬ। ਲੋਕਾਂ ਨੇ ਸਾਨੂੰ ਦੂਜੇ ਨੰਬਰ ਤੇ ਰੱਖਿਆ ਹੋਇਆ, ਤੁਸੀਂ ਕਹੀ ਜਨੇ ਖਤਮ ਹੋ ਗਈ, ਤੁਸੀਂ ਚਲੋ ਰਿਐਕਸ਼ਨ ਇੱਕ ਰਿਐਕਸ਼ਨ ਰਠੌੜ ਸਾਹਿਬ ਦਾ। ਰਠੌੜ ਸਾਹਿਬ ਹਾਂਜੀ ਰਠੌੜ ਸਾਹਿਬ ਜਲਦੀ ਜਲਦੀ। ਮੈਨੂੰ ਇਹ ਲੱਗਦਾ ਹੈ ਕਿ ਸਰਵੇ ਇਹ ਸਾਡੀ ਸੀਟਾਂ ਜਿਹੜੀ ਇਸ ਤੋਂ ਕਿਤੇ ਵੱਧ ਆਣੀ ਹੈ। ਔਰ ਜਿਹੜੀ ਬਾਰ-ਬਾਰ ਗੱਲ ਸੰਘੇੜਾ ਸਾਹਿਬ ਕਹੀ ਜਾਂਦੇ ਆ ਪ੍ਰੈਸ ਨੋਟ ਨਹੀਂ ਪੜ੍ਹੇ, ਮੈਂ ਤਾਂ ਸਿੱਧਾ ਬੂਥ ਤੋਂ ਆਇਆ, ਮੈਂ ਪ੍ਰੈਸ ਨੋਟ ਨਹੀਂ ਪੜ੍ਹਿਆ, ਮੈਂ ਸਵੇਰ ਦਾ ਬੂਥ ਦੇ ਅੰਦਰ ਸੀਗਾ। ਔਰ ਜਿਹੜਾ ਚਲੋ ਬੂਥ ਤੋਂ ਦੱਸ ਦਿਓ ਤੁਹਾਨੂੰ ਕੀ ਨਤੀਜਾ ਨਜ਼ਰ ਆਉਂਦਾ ਹੈ। ਮੈਂ ਤਾਂ ਦੱਸ ਰਿਹਾ ਤੁਹਾਨੂੰ, ਮੈਂ ਤਾਂ ਦੱਸ ਰਿਹਾ ਕਿ ਵੀ 7 ਤੋਂ ਵੀ ਵੱਧ ਵਧਣਗੀਆਂ ਸੀਟਾਂ, ਵਧਣਗੀਆਂ ਸੀਟਾਂ। ਔਰ ਆਮ ਆਦਮੀ ਪਾਰਟੀ ਜਿਹੜੀ ਗੱਲ ਕਰ ਰਹੀ ਹੈ, ਦੇਖੋ ਇਹਨਾਂ ਦੇ ਜਿਹੜੇ ਪ੍ਰਧਾਨ ਆਏ, ਸੀਐਮ ਆਏ, ਉਹ ਆ ਕੇ ਮਾਨ ਸਾਹਿਬ ਦੇ ਕੋਲ ਆ ਕੇ ਲੰਘੇ ਇੱਥੋਂ, ਨਾ ਇਹ ਮਾਝੇ ਚਾਹੇ ਨਾ ਇਹ ਮਾਲਵੇ, ਨਾ ਮਾਲਵੇ ਚਾਹੇ ਨਾ ਹੁਣ ਤੁਸੀਂ ਫੈਕਟਸ ਦੇ ਵਿੱਚ ਨਾ ਫੈਕਟਸ ਦੀ ਗੱਲ ਕਰ ਰਿਹਾ, ਮੈਂ ਤੁਹਾਨੂੰ ਫੈਕਟਸ ਦੀ ਗੱਲ ਕਰ ਰਿਹਾ। ਤੁਹਾਨੂੰ ਮਾਝੇ ਮਾਲਵੇ ਦੇ ਅੰਦਰ ਸਿਰਫ 2 ਸੀਟਾਂ ਮਿਲੀਆਂ ਪਿਛਲੀ ਵਾਰ, ਸਿਰਫ 2 ਸੀਟਾਂ। ਇਸ ਵਾਸਤੇ ਤੁਸੀਂ ਪਹਿਲੇ ਸਰੈਂਡਰ ਕਰੀ ਬੈਠੇ ਜੀ, ਤੁਸੀਂ ਦੂਜੇ ਨੂੰ ਕਹੀ ਜਾਂਦੇ ਕਰਨ ਵਾਲੇ ਦਿਨ ਜੰਮੇ ਹੀ ਨਹੀਂ ਹੈ, ਬੈਠੇ ਸੀਗੇ ਤੁਸੀਂ। 2 ਸੀਟਾਂ ਆਪਾਂ ਗੱਲ ਕਰਾਂਗੇ, ਤੁਸੀਂ ਮਾਲਵੇ ਦੇ ਅੰਦਰ ਥੋੜਾ ਜ਼ੋਰ ਲਾਇਆ। ਔਰ ਜਿੱਥੇ ਤੱਕ ਧਾਰਨੀ ਸਾਹਿਬ ਦੀ ਗੱਲ ਹੈ, ਧਾਰਨੀ ਸਾਹਿਬ ਪਿਛਲੀ ਜਿਹੜੀ ਇਹ ਨਾ ਦੇਸ਼ ਦਾ ਇਲੈਕਸ਼ਨ ਹੈ ਔਰ ਪਾਰਲੀਮੈਂਟ ਦੇ ਇਲੈਕਸ਼ਨ ਦੀ ਵੋਟ ਪਰਸੈਂਟੇਜ ਪਿਛਲੇ ਸਾਰੇ ਡਾਟੇ ਕੱਢ ਦੋ, ਬਿਲਕੁਲ ਅੱਡ-ਅੱਡ ਨੇ। ਔਰ ਪਿਛਲੀ ਵਾਰ ਵੀ ਤੁਸੀਂ ਬੀਜੇਪੀ ਤੇ ਆਪਣਾ ਜਿਹੜਾ ਵੋਟ ਪਰਸੈਂਟ ਹੈ ਜੋੜ ਲਓ, ਤੁਹਾਨੂੰ ਪਤਾ ਲੱਗ ਜਾਏਗਾ ਤੁਸੀਂ ਕਿੱਥੇ ਖੜੇ ਹੋ। ਮੈਂ ਜਿਹੜੀ ਗੱਲ ਕਹੀ ਆਮ ਆਦਮੀ ਪਾਰਟੀ ਦੀ ਜਿਹੜੀ ਟੁੱਟਣੀ ਹੈ ਵੋਟ, ਉਹ ਦੋਨੋਂ ਵੰਡ ਕੇ ਵੀ ਤੁਸੀਂ ਬਹੁਤ ਪਿੱਛੇ ਰਹਿੰਦੇ। ਚਲੋ ਬਹੁਤ-ਬਹੁਤ ਧੰਨਵਾਦ ਰਠੌੜ ਸਾਹਿਬ, ਸਾਰੇ ਮਹਿਮਾਨਾਂ ਦਾ ਬਹੁਤ-ਬਹੁਤ ਧੰਨਵਾਦ। ਜੇਕਰ ਮੋਟੀ-ਮੋਟੀ ਨਿਗਾਹ ਇਹਨਾਂ ਐਗਜ਼ਿਟ ਪੋਲ ਤੇ ਪਾਈ ਜਾਵੇ ਤਾਂ ਦੇਸ਼ ਦੇ ਵਿੱਚ ਜੇ ਕਹਿੰਦੇ ਨੇ ਕਿ ਐਨਡੀਏ ਦੀ ਵਾਪਸੀ ਹੋ ਰਹੀ ਹੈ ਇਹਨਾਂ ਐਗਜ਼ਿਟ ਪੋਲਾਂ ਦੇ ਮੁਤਾਬਕ, ਜੇਕਰ ਪੰਜਾਬ ਦੇ ਸੰਦਰਭ 'ਚ ਦੇਖਿਆ ਜਾਵੇ ਤਾਂ ਇਹ ਐਗਜ਼ਿਟ ਪੋਲ ਜਿਹੜੀ ਲਗਭਗ ਇੱਕੋ ਜਿਹੀ ਭਾਸ਼ਾ ਬੋਲਦੇ ਨੇ। ਉਹਦੇ ਵਿੱਚ ਕਾਂਗਰਸ ਦਾ ਹੱਥ ਉੱਪਰ, ਦੂਜੇ ਨੰਬਰ ਤੇ ਅਕਾਲੀ ਦਲ ਔਰ ਆਮ ਆਦਮੀ ਪਾਰਟੀ ਤੀਜੇ ਨੰਬਰ ਤੇ। ਸ਼ਾਇਦ ਐਗਜ਼ਿਟ ਪੋਲ ਜਿਹੜਾ ਇੱਕ ਕਹਿੰਦਾ ਕਿ ਆਮ ਆਦਮੀ ਪਾਰਟੀ ਕਿਤੇ ਖੜਦੀ ਨਜ਼ਰ ਨਹੀਂ ਆਉਂਦੀ, ਉਹ ਨਤੀਜੇ ਜਦੋਂ ਆਣਗੇ ਉਦੋਂ ਇਹ ਸਾਰੀਆਂ ਚੀਜ਼ਾਂ ਸਾਫ਼ ਹੋਣਗੀਆਂ। ਦੇਸ਼ ਦੁਨੀਆ ਦੀ ਬਾਕੀ ਖਬਰਾਂ ਲਈ ਬਣੇ ਰਹੋ ਪੀਟੀਸੀ ਨਿਊਜ਼ ਨਾਲ। ਧੰਨਵਾਦ।